ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਖਬਰਾਂ ਦੀ ਸਾਂਝ ਪ੍ਰੋਗਰਾਮ ਵਿੱਚ ਮੈਂ ਗੁਰਵਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਜੀ। ਅੱਜ ਅਸੀਂ ਖਾਸ ਤੌਰ 'ਤੇ ਗੱਲ ਕਰਾਂਗੇ ਕਿ ਪੀਐਮ ਕੇਅਰ ਫੰਡ ਜੋ ਕਿ ਅਪ੍ਰੈਲ ਦੇ ਵਿੱਚ ਲਾਂਚ ਕੀਤਾ ਗਿਆ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫ ਤੋਂ, ਮਾਰਚ ਵਿੱਚ, ਤੇ ਉਹਦੀ ਅਸਲੀਅਤ ਕੀ ਹੈ ਜਾਂ ਸੰਸਦ ਦੇ ਵਿੱਚ ਉਹਦੇ ਉੱਤੇ ਸਵਾਲ ਕਿਉਂ ਉੱਠੇ ਨੇ, ਕਿਉਂਕਿ ਸੰਸਦਾਂ ਨੇ ਆਪ ਪਾਰਲੀਮੈਂਟ ਦੇ ਵਿੱਚ ਉਹਨੂੰ ਇੱਕ ਸਕੈਮ ਕਿਹਾ ਆ, ਉਹਨੂੰ ਇੱਕ ਬਹੁਤ ਵੱਡਾ ਫਰਾਡ ਦੱਸਿਆ ਆ ਕਿ ਜਿਹੜਾ ਲੋਕਾਂ ਨੂੰ ਲੁੱਟ ਰਿਹਾ ਆ। ਕੀ ਹੈ ਪੂਰੀ ਖਬਰ, ਤਾਂ ਕਿਉਂ ਇਹ ਗੱਲ ਉੱਠੀ ਹੈ ਤੇ ਕੀ ਹੈ ਅਸਲੀਅਤ ਪੀਐਮ ਕੇਅਰ ਫੰਡ ਦੇ ਬਾਰੇ, ਉਹਦੇ ਬਾਰੇ ਚਰਚਾ ਕਰਾਂਗੇ। ਤੇ ਨਾਲ ਹੀ ਪਾਰਲੀਮੈਂਟ ਦਾ ਸੈਸ਼ਨ ਮਾਨਸੂਨ ਸੱਤਰ ਖਤਮ ਹੋ ਚੁੱਕਾ ਆ ਤੇ ਕੀ ਕੁਝ ਹੋਇਆ ਪਿਛਲੇ ਕੁਝ ਦਿਨਾਂ ਦੇ ਵਿੱਚ, ਉਹਦੇ ਬਾਰੇ ਵੀ ਚਰਚਾ ਕਰਾਂਗੇ। ਤੇ ਨਾਲ ਦੀ ਨਾਲ ਜੋ ਸਾਡੇ ਪੰਜਾਬ ਦੇ ਹਰਿਆਣਾ ਦੇ ਕਿਸਾਨ ਨੇ, ਨਾਰਥ ਭਾਰਤ ਦੇ ਜੋ ਕਿਸਾਨ ਨੇ, ਉਹਨਾਂ ਦੇ ਬਾਰੇ ਚਰਚਾ ਕਰਾਂਗੇ ਕਿ ਕੀ ਮੋਰਚਾ ਕਿੱਧਰ ਨੂੰ ਜਾ ਰਿਹਾ ਹੈ ਤੇ ਕੀ ਨਵਾਂ ਮੋੜ ਆ ਰਿਹਾ ਹੈ ਤੇ ਕੀ ਕੁਝ ਤਿਆਰੀਆਂ ਨੇ 25 ਤਰੀਕ ਦੇ ਪੰਜਾਬ ਬੰਦ ਦੀਆਂ। ਇਹਨਾਂ ਸਾਰੀਆਂ ਗੱਲਾਂ ਦੇ ਉੱਤੇ, ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਹਾਜ਼ਰ ਨੇ ਜੀ ਕਰਨੈਲ ਸਿੰਘ ਜੀ ਸਿਡਨੀ ਤੋਂ। ਕਰਨੈਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਤਿਕਾਰਯੋਗ ਸਾਡੇ ਫਰੈਂਡਸ ਨੂੰ, ਦੇਖਣ ਵਾਲਿਆਂ ਨੂੰ ਵੀ ਜੀ ਅਗੇਨ ਸਤਿ ਸ੍ਰੀ ਅਕਾਲ ਜੀ। ਵਾਹ ਜੀ ਵਾਹ। ਅੱਜ ਵੈਸੇ ਮੈਂ ਬੜਾ ਡਿਫਰੈਂਟ ਜਿਹਾ ਮਾਹੌਲ ਦੇਖ ਰਿਹਾ ਕਿ ਅੱਗੇ ਮੈਂ ਵੀ ਕਦੀ ਸੂਟ ਸਾੜ ਜਾਂ ਕੋਟ 'ਚ ਹੀ ਹੁੰਦਾ, ਤਾਂ ਤੁਸੀਂ ਤਾਂ ਕਈ ਦਿਨਾਂ ਤੋਂ ਸ਼ਰਟਾਂ 'ਚ ਆ ਗਏ, ਤਾਂ ਅੱਜ ਵੈਸੇ ਹੀ ਮੈਚਿੰਗ ਹੋ ਗਈ ਕਿ ਮੈਂ ਵੀ ਅੱਜ ਸ਼ਰਟ ਪਾ ਕੇ, ਮੈਂ ਕਿਹਾ ਚਲੋ ਮੌਸਮ ਥੋੜਾ ਜਿਹਾ ਫੀਲਿੰਗ ਡਿਫਰੈਂਟ ਦਈਏ ਸਪਰਿੰਗ ਦੀ, ਕਿ ਤਾਂ ਤੁਸੀਂ ਵੀ ਉਹੀ ਹੈ ਕਿ ਚੈੱਕ ਵਾਲੀ ਸ਼ਰਟ, ਤਾਂ ਇੱਧਰ ਮੈਂ ਵੀ ਚੈੱਕ ਵਾਲੀ ਸ਼ਰਟ, ਤੇ ਵਧੀਆ ਮੈਚਿੰਗ ਹੋ ਗਈ। ਤਾਂ ਇਹਦੇ ਨਾਲ ਨਾਲ ਇਹ ਦੱਸੋ ਜੀ ਕਿ ਕਿਉਂਕਿ ਇਹ ਮੌਸਮ ਦੀ ਗੱਲ ਹੈ, ਮੌਸਮ ਦੀ ਬਦਲਾਵ ਦੇ ਨਾਲ ਨਾਲ ਤੁਹਾਡੇ ਕਹਿੰਦੇ ਨਾ ਕੱਪੜਿਆਂ ਦੇ ਵਿੱਚ ਵੀ ਥੋੜਾ ਬਦਲਾਵ ਆਉਂਦਾ ਆ, ਕੀ ਪਾਉਂਦੇ ਹੋ, ਤਾਂ ਕੀ ਕਹਿ ਰਿਹਾ ਜੀ ਮੌਸਮ ਹੁਣ ਤੁਹਾਡੇ ਇਲਾਕੇ ਦਾ? ਹਾਂਜੀ, ਮੈਂ ਸਿਡਨੀ ਤੋਂ ਹਾਂਜੀ ਦੱਸ ਰਿਹਾ ਜੀ। ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਬੜਾ ਵਧੀਆ ਮੌਸਮ ਹੋ ਗਿਆ ਸੀਗਾ, ਤੇ ਤੁਸੀਂ ਫੀਲ ਕਰ ਸਕਦੇ ਆ ਤੇ ਸਾਡੇ ਕੱਪੜਿਆਂ ਤੋਂ ਤੁਸੀਂ ਚੰਗੀ ਕੀਤਾ ਦੱਸਤਾ ਸਾਰਿਆਂ ਨੂੰ। ਤੇ ਉਧਰ ਪੰਜਾਬ ਦੇ ਵਿੱਚ ਵੀ ਇਦਾਂ ਦਾ ਹੁੰਦਾ। ਤੇ ਅੱਗੇ ਪੰਜਾਬ ਤੋਂ, ਇੰਡੀਆ ਤੋਂ ਲੋਕੀ ਜਿੰਨੇ ਆਮ ਆਉਂਦੇ ਹੁੰਦੇ ਸੀ ਇੱਧਰ ਸੈਰ ਕਰਨ, ਜਦੋਂ ਉਧਰ ਗਰਮੀ ਹੁੰਦੀ ਇੱਧਰ ਠੰਡ ਹੁੰਦੀ ਆ। ਹੁਣ ਉਧਰ ਠੰਡ ਹੋਣੀ ਸ਼ੁਰੂ ਹੋਣੀ, ਇੱਧਰ ਗਰਮੀ ਹੋਣੀ ਸ਼ੁਰੂ ਹੋਣ ਲੱਗੀ ਆ। ਤਾਂ ਸਪਰਿੰਗ ਦੀ ਸਪਰੰਗ ਬਣ ਜਾਣੀ ਜੀ ਕੱਲ ਤੋਂ। ਤੁਸੀਂ ਕੁਐਸਚਨ ਜਿਹੜਾ ਕੀਤਾ ਉਹ ਇਸੇ ਕਰਕੇ ਆ ਵੀ ਦੁਬਾਰਾ ਜਿਹੜੀ ਕੱਲ ਤੋਂ ਠੰਡ ਆ ਰਹੀ ਆ ਜੀ ਈਸਟ ਕੋਸਟ, ਜਿਹੜਾ ਇੱਧਰਲਾ ਸਾਈਡ ਸਾਰਾ, ਐਡੀਲੇਡ ਦੇ ਵਿੱਚ ਤੇ ਮੈਲਬਨ ਦੇ ਵਿੱਚ 2-3 ਡਿਗਰੀ ਤੋਂ ਲੈ ਕੇ 15-14 ਤੱਕ, ਸ਼ਾਇਦ ਮੈਲਬਨ ਤਾਂ 12 ਤੋਂ ਉੱਪਰ ਨਹੀਂ ਜਾਣਾ ਜੀ। ਫਰਾਈਡੇ, ਸੈਚਰਡੇ, ਸੰਡੇ ਤੇ ਸਨੋ, ਹੇਲ ਤੇ ਥੰਡਰ ਸਟੋਰਮ ਦੇ ਚਾਂਸ ਆ ਜੀ। ਕੈਂਬਰੇ ਵਾਲਾ ਵੀ, ਕੈਂਬਰੇ ਤਾਂ 2 ਤੋਂ 11 ਤੱਕ ਨਹੀਂ ਭਾਜੀ ਜਾਣਾ, ਮੁੜ ਕੇ ਫਿਰ ਕੱਪੜੇ ਬਹੁਤ ਪਾਉਣੇ ਪੈਂਦੇ ਆ। ਸੋ ਮੈਂ ਕਿਹਾ ਅੱਜ ਕੋਈ ਗੱਲ ਨਹੀਂ, ਅੱਜ ਕੱਲੀ ਸ਼ਰਟ ਪਾ ਕੇ ਦੇਖ ਲੈਂਦੇ, ਜ਼ਿਆਦਾ ਕੱਪੜੇ ਪਾ ਕੇ ਮੈਂ ਤਾਂ ਆਪ ਫੀਲਿੰਗ ਜੀ ਲੈਣ ਲਈ ਆਇਆ। ਮੈਂ ਤਾਂ ਦੇਖਿਆ ਤੁਸੀਂ ਵੀ ਅੱਜ ਕਹਿੰਦੇ ਵੀ ਸ਼ਰਟ ਦੇ ਵਿੱਚ, ਬਸ ਇਹ ਹੈ ਕਿ ਉਹ ਕਹਿੰਦੇ ਨਾ ਪੰਜਾਬ 'ਚ ਬੂਟਿੰਗ ਵਾਲੀ ਸ਼ਰਟ ਨਹੀਂ ਹੈਗੀ, ਆਪਣੀ ਚੈੱਕ ਵਾਲੇ ਪਾਏ ਨੇ, ਬਟ ਦੈਟਸ ਗੁੱਡ। ਚਲੋ ਮੈਂ ਕਿਹਾ ਵੀ ਮੈਂ ਨਾ ਸੋਚਦਾ, ਡੱਬੀ ਖੇਸੀ ਦਾ ਇੱਕ ਨਾਟਕ ਬੜਾ ਮਸ਼ਹੂਰ ਆ, ਡੱਬੀ ਖੇਸੀ ਤਾਂ ਪੰਜਾਬ ਦੀ ਮਿਲਦੀ ਨਹੀਂ, ਜੋ ਡੱਬੀਆਂ ਵਾਲੀ ਕਮੀਜ਼ ਇਹ ਪਾ ਲੈਂਦੇ। ਪੰਜਾਬ ਨਾਲ ਜੁੜ ਕੇ ਰਹਿਣਾ ਭਾਜੀ, ਪੰਜਾਬ ਨਹੀਂ ਛੱਡ ਸਕਦੇ ਆਪਾਂ ਪੰਜਾਬੀਆਂ ਨੂੰ। ਨਹੀਂ ਉਹ ਭਾਜੀ ਦੇਖੋ, ਇਹ ਤਾਂ ਹੁਣ ਬੜੀ ਪੁਰਾਣੀ ਕਹਾਵਤ ਹੈ, ਕਹਿੰਦੇ ਵੀ ਕਹਿੰਦੇ ਬੰਦੇ ਨੂੰ ਤੁਸੀਂ ਪਿੰਡ ਚੋਂ ਕੱਢ ਲਓਗੇ, ਬੰਦੇ ਚੋਂ ਪਿੰਡ ਕਿੱਦਾਂ ਕੱਢੋਗੇ। ਉਹੀ ਗੱਲ ਹੈ ਕਿ ਪੰਜਾਬ ਚੋਂ ਤਾਂ ਬੰਦੇ ਬਾਹਰ ਨਿਕਲ ਜਾਣਗੇ, ਬਟ ਬੰਦਿਆਂ ਚੋਂ ਪੰਜਾਬ ਕਿੱਦਾਂ ਕੱਢੋਗੇ, ਨਹੀਂ ਰਹਿਣਾ। ਭਾਵੇਂ ਅਸੀਂ ਜਿਹੜੇ ਮਰਜ਼ੀ ਮੁਲਕ 'ਚ ਬੈਠੇ ਆ, ਪੰਜਾਬੀ ਆ, ਸਿੱਖ ਆ, ਪੰਜਾਬ ਦੀ ਗੱਲ ਕਰਦੇ ਆ ਤੇ ਕਰਦੇ ਰਵਾਂਗੇ, ਕਿਉਂਕਿ ਸਾਡਾ ਉਹ ਕਹਿ ਦਈਏ ਨਾ ਕਿ ਨੀਹਾਂ ਤਾਂ ਉੱਥੇ ਹੀ ਹੈ। ਅਸੀਂ ਤਾਂ ਚਲੋ ਇੱਕ ਉਹ ਕਹਿੰਦੇ ਡਾਹਣੀਆਂ ਜਾਂ ਇੱਕ ਫੁੱਲ ਫਲ ਕਹਿ ਦਈਏ, ਜੋ ਮਰਜ਼ੀ ਹੈ। ਪੰਜਾਬ ਜੇ ਸਾਡੀ ਨੀਂਹ ਜਾਂ ਸਾਡੀ ਜੜ ਜੋ ਪੰਜਾਬ 'ਚ ਹੈ, ਜੇ ਉੱਥੇ ਇੱਕ ਟੱਕ ਵੀ ਲੱਗਦਾ ਤਾਂ ਦੇਖੋ ਕਿਵੇਂ ਦੂਰ ਤੱਕ ਸਾਡੇ ਦਰਦ ਹੁੰਦਾ। ਡੈਫੀਨੇਟਲੀ ਇਹ ਪੇਨ ਤਾਂ ਹੀ ਹੈ ਨਾ ਕਿ ਆਪਣੀਆਂ, ਉਹ ਕਹਿੰਦੇ ਨੇ ਕਿ ਜੜ੍ਹਾਂ ਜਿਹੜੀਆਂ ਨੇ ਉੱਥੇ ਨੇ ਤਾਂ ਤਾਰਾਂ ਜੁੜੀਆਂ ਹੋਈਆਂ ਨੇ। ਹਾਂਜੀ, ਬਿਲਕੁਲ ਬਿਲਕੁਲ। ਸੋ ਪੰਜਾਬੀਆਂ ਨੂੰ ਕਹਿੰਦੇ ਜੀ, ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ ਵੀ ਆ, ਤੇ ਜਦ ਦੇ ਦੇਖਦੇ ਏਦਾਂ ਹੀ ਮੋਰਚੇ ਲੱਗੇ ਰਹਿੰਦੇ ਆ, ਜੇਲਾਂ ਭਰ ਦਿਓ ਜੀ, ਆਹ ਕਰ ਦਿਓ ਜੀ। ਪੰਜਾਬ ਲਈ ਕਦੀ ਵੀ ਸੁੱਖ ਚੈਨ ਦੀ ਜਾਂ ਚੰਗੇ ਟਾਈਮ ਦੀ ਕੋਈ ਘੱਟੇ ਹੀ ਆਉਂਦੀ ਆ। ਜੇ ਪੰਜਾਬੀ ਬਾਹਰ ਵੀ ਆ ਜਾਂਦੇ ਆ, ਸਾਡੇ NRI ਭਰਾਵਾਂ ਨੂੰ ਸਾਰਿਆਂ ਨੂੰ ਇਹ ਵੀ ਲੱਗਾ ਰਹਿੰਦਾ ਵੀ ਸਾਡਾ ਕੋਈ ਭੈਣ ਭਰਾ ਇੱਧਰ ਆ ਜਾਵੇ, ਏਦਾਂ ਹੋ ਜਾਵੇ, ਪਿਛਲਾ ਰੋਜ਼ ਦਾ ਫਿਕਰ। ਸੋ ਉਹਦੇ ਨਾਲ ਹੀ ਰਿਲੇਟਡ ਅੱਗੇ ਆਪਾਂ ਚੱਲਦੇ ਹਾਂ ਭਾਜੀ। ਭਾਰਤ ਦੀ ਪਾਰਲੀਮੈਂਟ ਦੇ ਉੱਤੇ ਵੀ ਬੜੇ ਥੰਡਰ ਸਟੋਰਮ ਛਾਏ ਹੋਏ ਆ, ਤੇ ਚੁੱਪ ਕੀਤੇ ਹੀ ਦੋ ਤਿੰਨ ਬਿੱਲਾਂ ਦੀ ਗੱਲ ਹੁੰਦੀ ਸੀ ਪਹਿਲਾਂ।
ਉਹਦੇ ਅੰਡਰਨੀਥ ਉਹਦੇ ਥੱਲੇ ਥੱਲੇ ਉਹਦੀ ਆੜ ਦੇ ਵਿੱਚ 10-15 ਬਿੱਲ ਕਹਿੰਦੇ ਹੋਰ ਪਾਸ ਕਰ ਦਿੱਤੇ ਵੀਰਾ ਜੀ। ਉਹਦੇ ਬਾਰੇ ਆਪਣੇ ਜਾਣਕਾਰ ਸੱਜਣਾ ਨੂੰ, ਆਪਣੇ ਸੂਝਵਾਨ ਸੱਜਣਾ ਨੂੰ ਥੋੜੀ ਜਿਹੀ ਹੋਰ ਡਿਟੇਲ ਚ ਭਾਜੀ ਗੁਰਵਿੰਦਰ ਸਿੰਘ ਜੀ ਵਿਸਤਾਰ ਸਹਿਤ ਤੁਸੀਂ ਥੋੜਾ ਜਿਹਾ ਚਾਨਣਾ ਪਾਓ ਕੀ ਹੋ ਰਿਹਾ ਉਧਰ, ਫਟਾਫਟ ਉਧਰ ਹੋ ਰਿਹਾ। ਦੂਰਦਰਸ਼ਨ ਵਾਲੀ ਡੀਡੀ ਵਾਲੀ ਫੀਲਿੰਗ ਲੈ ਆਂਦੀ ਕਿ ਭਾਈ ਸਾਹਿਬ ਜੀ ਜਾਣਕਾਰੀ ਲਿਆਓ, ਕਿਉਂਕਿ ਹੁਣ ਮੈਲਬਨ ਹੈਡ ਆਫਿਸ ਬਣਿਆ ਜੀ ਇਸ ਵੇਲੇ ਸਾਰੇ ਆਸਟ੍ਰੇਲੀਆ ਦਾ, ਤੇ ਹੁਣ ਤੁਸੀਂ ਸਿੰਘ ਸਟੇਸ਼ਨ ਤੋਂ, ਤੇ ਇਸ ਕਰਕੇ ਟਾਈਮ ਵੀ ਕਾਫੀ ਹੁੰਦਾ ਆ, ਤੇ ਕਰੋ ਕਿਰਪਾ ਥੋੜੀ ਜੀ। ਹਾਂ ਬਿਲਕੁਲ ਜੀ, ਜਿੱਦਾਂ ਤੁਸੀਂ ਦੱਸਿਆ ਕਿ ਬਿੱਲ ਜਿਹੜੇ ਨੇ ਉਹਨਾਂ ਦੀ ਬੁਛਾਰ ਆਈ ਹੈ ਪਾਰਲੀਮੈਂਟ ਦੇ ਉੱਤੇ, ਕਾਲੇ ਬੱਦਲ ਨਹੀਂ ਛਾਏ, ਪਾਰਲੀਮੈਂਟ ਦੇ ਅੰਦਰ ਛਾਏ ਹੋਏ ਨੇ, ਔਰ ਉਹਦਾ ਕਾਰਨ ਐਸਾ ਹੈ ਕਿ ਉਹਦੇ ਕਰਕੇ ਪੂਰੇ ਮੁਲਕ ਦੇ ਉੱਤੇ ਛਾਏ ਹੋਏ ਨੇ। ਤਾਂ ਉਹਦੇ ਨਾਲ ਪ੍ਰਭਾਵਿਤ ਜਿੱਥੇ ਜਿੱਥੇ ਦੂਰ ਤੱਕ ਉਹਦੀਆਂ ਤਾਰਾਂ ਜੁੜੀਆਂ ਨੇ, ਜਿੱਥੇ ਜਿੱਥੇ ਦੂਰ ਤੱਕ ਲੋਕ ਪ੍ਰਭਾਵਿਤ ਹੁੰਦੇ ਨੇ, ਉੱਥੇ ਤੱਕ ਜਿਹੜੇ ਬੱਦਲ ਨੇ ਉਹ ਛਾਏ ਹੋਏ ਨੇ। ਤਾਂ ਭਾਜੀ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਦੋ ਨਹੀਂ, ਲਗਾਤਾਰ ਇੱਕ ਤੋਂ ਬਾਅਦ ਇੱਕ 15 ਬਿੱਲ ਜਿਹੜੇ ਨੇ ਪਾਰਲੀਮੈਂਟ ਵਿੱਚ 2 ਦਿਨਾਂ 'ਚ ਪਾਸ ਕੀਤੇ ਗਏ। ਇੱਕ ਦਿਨ 'ਚ 8 ਬਿੱਲ, ਕਰੀਬਨ 3 ਘੰਟੇ ਲੱਗੇ ਉਹਨਾਂ ਨੂੰ, 3 ਤੋਂ 4 ਘੰਟੇ। ਅਗਲੇ ਦਿਨ ਤਾਂ ਹਨੇਰੀ ਲਿਆਂਦੀ ਭਾਜੀ, 2.5 ਘੰਟਿਆਂ ਦੇ ਵਿੱਚ 7 ਬਿੱਲ। ਹੁਣ ਬੰਦਾ ਪੁੱਛਦਾ ਕਿ ਇੰਨੀ ਕਿਹੜੀ ਕਾਲੀ। ਵੈਸੇ ਮੈਨੂੰ ਲੱਗਦਾ ਜਿਹੜੀ ਬਾਰ-ਬਾਰ ਗੱਲ ਕਹਿੰਦੇ ਨਾ ਮੋਦੀ ਜੀ ਬਾਰ-ਬਾਰ ਕਹਿੰਦੇ ਨੇ ਕਿ 70 ਸਾਲ 'ਚ ਜੋ ਕੰਮ ਨਹੀਂ ਹੋਇਆ ਉਹ ਅਸੀਂ ਕਰਨਾ ਆ, ਤਾਂ ਮੈਨੂੰ ਲੱਗਦਾ ਉਹ ਕਾਲੀ ਬੜੀ ਹੈ ਕਿ 70 ਸਾਲ ਦੇ ਵਿੱਚ ਇਹ ਮੁਲਕ 'ਚ ਕੋਈ ਬਿੱਲ ਨਹੀਂ ਆਇਆ, ਕੋਈ ਕੰਮ ਨਹੀਂ ਹੋਇਆ, ਤਾਂ ਹੁਣ ਅਸੀਂ ਬਸ ਮਿੰਟਾਂ ਸਕਿੰਟਾਂ 'ਚ ਹੀ ਕੰਮ ਕਰ ਦੇਣਾ। ਜਦੋਂ ਮਾਨਸੂਨ ਦਾ ਇਹ ਅੱਜ ਤੱਕ ਦਾ ਭਾਜੀ ਵੈਸੇ ਭਾਰਤ ਦੇ ਇਤਿਹਾਸ ਦਾ ਸਭ ਤੋਂ ਛੋਟਾ ਸੈਸ਼ਨ ਸੀਗਾ, ਜਿਹਨੂੰ ਬੰਦ ਕਰਨਾ ਪੈ ਗਿਆ, ਬੁੱਧਵਾਰ ਤੋਂ ਬਾਅਦ ਬੰਦ ਹੋ ਗਿਆ, ਕਿਉਂਕਿ ਕਰੀਬਨ 7-8 ਜਾਣੇ ਕਰੋਨਾ ਪੋਜ਼ਿਟਿਵ ਨਿਕਲੇ ਆਏ ਜਿਹੜੇ ਪਾਰਲੀਮੈਂਟੇਰੀਅਨ ਗਏ ਸੀਗੇ। ਜਿਹੜੇ ਕਰੋਨਾ ਪੋਜ਼ਿਟਿਵ ਨਹੀਂ ਆਏ ਉਹਨਾਂ ਨੂੰ ਉਹ ਕਹਿੰਦੇ ਨਾ ਬਾਹਰ ਕੱਢ ਦਿੱਤਾ ਉਹਨਾਂ ਨੂੰ, ਤਾਂ ਉਹ ਬਾਹਰ ਮੋਰਚੇ ਲੈ ਕੇ ਖੜੇ ਨੇ। ਇੱਕ ਪਾਸੇ ਪੰਜਾਬ ਤੇ ਨਾਰਥ ਇੰਡੀਆ 'ਚ ਕਿਸਾਨ ਮੋਰਚੇ ਲੈ ਕੇ ਖੜੇ ਨੇ, ਤਾਂ ਜਿਹੜੇ ਕੁਝ ਬਿੱਲ ਪਾਸ ਕੀਤੇ ਨੇ ਉਹਨਾਂ ਨੂੰ ਲੈ ਕੇ, ਤਾਂ ਪਲੱਸ ਲੇਬਰ ਵਾਲਾ ਬਿੱਲ ਪਾਸ ਹੋਇਆ, ਉਹਦੇ ਕਰਕੇ ਹੁਣ ਜਿਹੜੀ ਲੇਬਰ ਹੈ ਭਾਜੀ ਉਹ ਵੀ ਮੋਰਚੇ ਤੇ ਖੜੀ ਹੈ, ਤੇ ਉਹ ਵੀ ਉਹਨਾਂ ਨੇ ਵੀ ਮੋਰਚੇ ਕੱਢਣੇ ਸ਼ੁਰੂ ਕਰ ਦਿੱਤੇ ਨੇ। ਤਾਂ ਇੱਧਰੋਂ ਜਿਹੜੇ ਬਾਈ ਆਪਣੇ ਪਾਰਲੀਮੈਂਟ 'ਚ ਸੀਗੇ ਬੰਦੇ, ਉਹ ਵੀ ਹੁਣ ਬਾਹਰ ਮੋਰਚੇ ਤੇ ਖੜੇ ਨੇ ਕਿ ਵੀ ਸਾਨੂੰ ਪਾਰਲੀਮੈਂਟ ਵਿੱਚ ਵੜੋ, ਹਰ ਕੋਈ ਆਪਣੇ ਹੱਕ ਮੰਗ ਰਿਹਾ। ਮਗਰ ਬਾਜੀ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਇੱਕ ਤੋਂ ਬਾਅਦ ਇੱਕ 15 ਬਿੱਲ ਪਾਸ ਹੋਏ ਨੇ ਪਾਰਲੀਮੈਂਟ ਦੇ ਸਭ ਤੋਂ ਛੋਟੇ ਸੈਸ਼ਨ ਦੇ ਵਿੱਚ, ਵਿਦਆਊਟ ਆਪੋਜੀਸ਼ਨ। ਯਾਨੀ ਕਿ ਜ਼ੀਰੋ ਆਪੋਜੀਸ਼ਨ ਸੀਗੀ ਉੱਥੇ, ਕੋਈ ਆਪੋਜੀਸ਼ਨ ਦਾ ਬੰਦਾ ਨਹੀਂ ਸੀਗਾ, ਹਾਜ਼ਰ ਨਹੀਂ ਸੀਗੇ, ਤਾਂ ਕਿ ਜਿਹੜੇ ਬਹਿਸ ਨਹੀਂ ਹੋਈ, ਕਿਸੇ ਨੇ ਅਪੋਜ਼ ਨਹੀਂ ਕੀਤਾ, ਕੋਈ ਬੋਲਿਆ ਨਹੀਂ, ਕਿਸੇ ਨੇ ਡਿਟੇਲ ਨਹੀਂ ਮੰਗੀਆਂ, ਕਿਸੇ ਨੇ ਦਿੱਤੀਆਂ ਨਹੀਂ, ਮਤਲਬ ਸਾਰੀਆਂ ਚੀਜ਼ਾਂ ਨੇ, ਨਾ ਕੋਈ ਮੰਗਣ ਵਾਲਾ ਸੀ ਡਿਟੇਲਾਂ ਤੇ ਨਾ ਕੋਈ ਦੇਣ ਵਾਲਾ ਸੀ ਡਿਟੇਲਾਂ। ਬਸ ਉੱਥੇ ਇੱਕ ਤਾਨਾਸ਼ਾਹੀ ਰਵੱਈਆ ਚੱਲਿਆ ਕਿ ਜਿਹਦੇ ਤਹਿਤ ਇੱਕ ਤੋਂ ਬਾਅਦ ਇੱਕ ਹਨੇਰੀਆਂ ਬਣ ਕੇ ਬਿੱਲ ਆਏ ਨੇ, ਤਾਂ ਬਸ ਮੋਹਰਾਂ ਲੱਗ ਕੇ ਜਿਹੜੇ ਬਿੱਲ ਪਾਸ ਹੋ ਗਏ ਨੇ, 15 ਬਿੱਲ ਜਿਹੜੇ ਨੇ ਪਾਸ ਹੋ ਗਏ ਨੇ। ਔਰ ਇਹ ਸਾਰੇ ਹੁਣ ਰਾਸ਼ਟਰਪਤੀ ਦੀ ਉਹ ਕਹਿੰਦੇ ਨੇ ਦਫ਼ਤਰ, ਉਹਦੇ ਘਰ 'ਚ ਕੋਠੀ 'ਚ ਚਲੇ ਗਏ ਨੇ, ਉੱਥੇ ਹੁਣ ਸਾਈਨ ਹੋ ਕੇ ਫਾਈਨਲ ਕਾਨੂੰਨ ਦੇ ਦਾਇਰੇ ਵਿੱਚ ਆਉਣ ਦੇ ਲਈ। ਤਾਂ ਹੁਣ ਇਹ ਭਾਜੀ ਇਹ ਇੱਕ ਬੜੀ ਵਿਲੱਖਣ ਜੀ ਤਰੀਕਾ ਹੋਈ ਹੈ ਕਿ ਕਾਹਲੀ ਕੀ ਸੀਗੀ ਸਰਕਾਰ ਨੂੰ। ਸਭ ਤੋਂ ਵੱਡਾ ਸਵਾਲ ਤਾਂ ਇਹ ਹੁੰਦਾ ਕਿ ਜਿੱਥੇ ਇੱਕ ਸਾਰਾ ਮੁਲਕ ਕਰੋਨਾ ਤੋਂ ਪ੍ਰਭਾਵਿਤ ਆ, ਭਾਰਤ ਜਿਹੜਾ ਇਸ ਟਾਈਮ 2nd ਨੰਬਰ ਤੇ ਆ, ਔਰ ਕਿਸੇ ਵਕਤ ਵੀ ਅਮਰੀਕਾ ਨੂੰ ਕ੍ਰਾਸ ਕਰ ਸਕਦਾ ਆ। ਐਸਾ ਕੀ ਸਰਕਾਰ ਨੂੰ ਕਾਹਲੀ ਪਈ ਸੀਗੀ ਕਿ ਉਹਨੇ ਲੱਖਾਂ ਲੋਕ ਜਿਹੜੇ ਆ ਉਹ ਸੜਕਾਂ ਤੇ ਲੈ ਆਂਦੇ? ਐਸੀ ਕੀ ਕਾਹਲੀ ਪਈ ਸੀਗੀ ਕਿ ਜਿਹੜੀ ਅੱਜ ਤੋਂ 6 ਮਹੀਨੇ ਪਹਿਲਾਂ ਸਰਕਾਰ ਨੇ ਪੁਲਿਸ ਨੂੰ ਅਥਾਰਟੀ ਦਿੱਤੀ ਹੋਈ ਸੀ ਕਿ ਲੋਕਾਂ ਨੂੰ ਡੰਡੇ ਮਾਰ ਕੇ ਘਰਾਂ ਦੇ ਵਿੱਚ ਬਿਠਾਇਆ ਜਾਵੇ, ਕਰੋਨਾ ਨਾ ਫੈਲੇ, ਜਦੋਂ ਕੁਝ ਸੈਂਕੜੇ ਕੇਸ ਸੀਗੇ ਪੂਰੇ ਭਾਰਤ ਦੇ ਵਿੱਚ। ਤੇ ਐਸੀ ਕੀ ਮਜਬੂਰੀ ਪੈ ਗਈ ਕਿ ਅੱਜ ਉਸੇ ਸਰਕਾਰ ਦੇ ਖਿਲਾਫ ਖੜੇ ਲੱਖਾਂ ਲੋਕ ਸੜਕਾਂ ਤੇ ਆਏ ਹੋਏ ਨੇ, ਜਿਹਨੂੰ ਹੁਣ ਸਰਕਾਰ ਵੀ ਕੰਟਰੋਲ ਨਹੀਂ ਕਰ ਪਾ ਰਹੀ ਹੈ ਕਿ ਹੁਣ ਨਾ ਉਹਨੂੰ ਸਮਝ ਲੱਗ ਰਹੀ ਹੈ ਕਿ ਕਿੱਧਰ ਨੂੰ ਜਾਈਏ। ਮਗਰ ਕਿਤੇ ਨਾ ਕਿਤੇ ਸਰਕਾਰ ਦੀ ਮੈਨੂੰ ਲੱਗਦਾ ਇਹਦੇ ਵਿੱਚ ਪਲੈਨਿੰਗ ਇਹੀ ਹੈ ਕਿ ਬਿੱਲਾਂ ਨੂੰ ਲਿਆ ਕੇ ਇਸ ਦਿਨਾਂ ਦੇ ਵਿੱਚ, ਇਸ ਸਮੇਂ 'ਚ ਪਾਸ ਕੀਤਾ ਜਾਵੇ, ਜਦੋਂ ਕਿ ਆਪੋਜੀਸ਼ਨ ਦੀ ਬਹੁਤ ਸਾਰੇ ਮੈਂਬਰ ਜਾਂ ਸਰਕਾਰ ਦੇ ਵੀ ਕਈ ਮੈਂਬਰ ਕਰੋਨਾ ਦੇ ਕਰਕੇ ਹਾਊਸ ਦੇ ਵਿੱਚ ਨਹੀਂ ਆ ਸਕੇ ਪਾਰਲੀਮੈਂਟ ਦੇ ਵਿੱਚ, ਪਲੱਸ ਕੁਝ ਵਿਰੋਧ ਕਰਕੇ ਜਿਹੜੇ ਲੋਕ ਸੀਗੇ ਉਹ ਵੋਟ ਨਹੀਂ ਪਾ ਸਕੇ। ਜਿਹੜੇ ਹਾਜ਼ਰ ਵੀ ਸੀਗੇ ਉਹਨਾਂ ਨੇ ਵੀ ਆਪਣਾ ਵੋਟ ਨਹੀਂ ਪਾਈ ਜਾਂ ਉਹਨਾਂ ਨੇ ਵੀ ਉਹਦੇ ਵਿੱਚ ਹਿੱਸਾ ਨਹੀਂ ਲਿਆ। ਇਹ 'ਚ ਭਾਜੀ ਕਈ ਤਰ੍ਹਾਂ ਦੇ ਜਿਹੜੇ ਬਿੱਲ ਨੇ ਜਿਨ੍ਹਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਪਾਸ ਕੀਤਾ ਗਿਆ ਆ।
ਮੈਂ ਸਿਰਫ ਕੁਛ ਦੇ ਉੱਤੇ ਸਿਰਫ ਝਾਤੀ ਮਾਰੂੰਗਾ, ਅਸੀਂ ਡਿਟੇਲ 'ਚ ਗੱਲ ਨਹੀਂ ਕਰਾਂਗੇ ਕਿਉਂਕਿ ਇਹ ਹਰੇਕ ਬਿੱਲ ਦੇ ਉੱਤੇ ਬਹੁਤ ਡਿਟੇਲਾਂ ਨੇ। ਅਸੀਂ ਸਿਰਫ ਨਾ ਸਾਡਾ ਕੋਈ ਬੜਾ ਇੰਟਰਸਟ ਹੈ ਕਿ ਅਸੀਂ ਕਿਸੇ ਬਿੱਲ ਦੇ ਉੱਤੇ ਡਿਟੇਲ 'ਚ ਗੱਲ ਕਰੀਏ। ਸਿਰਫ ਇਹਨਾਂ 'ਚੋਂ ਕੁਛ ਬਿੱਲ ਠੀਕ ਵੀ ਨੇ ਜਿਹੜੇ ਸਰਕਾਰ ਨੇ, ਬਟ ਮੈਨੂੰ ਲੱਗਦਾ ਵੀ ਉਹ ਜਿੱਦਾਂ ਕਹਿੰਦੇ ਨਾ ਵੀ ਬੋਲਿਓ ਨਾ ਬਾਹਲਾ 92 ਪਾਸ ਕਰਨੇ ਆ, ਇਸ ਕਰਕੇ ਤੁਸੀਂ ਵੀ ਡਰ ਗਏ ਆ। ਉਹ ਕਹਿੰਦੇ ਹੁਣੇ ਬੋਲਿਓ ਨਾ 92 ਸੁਣਾ ਦਿਓ ਫਟਾਫਟ ਪੜ੍ਹ ਕੇ। ਕਹਿੰਦੇ ਭਾਜੀ ਇੱਕ ਹੋਰ ਗੱਲ ਵੀ ਯਾਦ ਕਰਾ ਦਿਆ ਵੀ ਇਹ ਡਰਨ ਦੀ ਗੱਲ ਵੀ ਨਹੀਂ। ਉਹ ਕਹਿੰਦੇ ਏਦਾਂ VOTING ਵੀ ਏਦਾਂ ਹੁੰਦੀ ਆ ਵੀ ਕਹਿੰਦੇ ਮੂੰਹ ਹਿੱਲਦੇ ਦਿਸੇ ਆ, ਕੋਈ ਬੋਲਣ ਦੇ ਹਿਸਾਬ ਨੇ ਵੋਟਾਂ ਲੈ ਲਈਆਂ, ਜੇ ਵੋਟਾਂ ਪੈਂਦੀਆਂ ਤਾਂ ਪਾਸ ਹੀ ਨਹੀਂ ਸੀ ਹੋਣੇ, ਜੇ ਕਿਸੇ ਨੂੰ ਉਦਾਂ ਵੀ ਬੁੱਲ ਹਲਾਏ ਆ ਤਾਂ ਉਹ ਕਹਿੰਦੇ ਵੋਟ ਮੋਦੀ ਨੂੰ ਜਾਂਦੀ ਆ। ਉਹਨਾਂ ਨੇ ਲਿਪ ਰੀਡਿੰਗ ਰੱਖੀ ਸੀ, ਉਹ ਲਿਪ ਰੀਡਿੰਗ ਵਾਲੇ ਨਹੀਂ ਪੜਿਆ ਕਿ ਮੋਦੀ ਵਾਲਾ। ਵੈਰੀ ਗੁੱਡ ਹਾਂ ਨਹੀਂ ਉਹ ਭਾਜੀ ਰਾਜ ਸਭਾ ਵਾਲੇ ਵਿਚਾਰੇ, ਰਾਜ ਸਭਾ ਵਾਲੇ ਜਿਹੜੇ ਕਿਤੇ ਬਾਹਰ ਕੱਢੇ ਹੋਏ ਨਾ ਬੰਦੇ, ਉਹ ਕੱਢੇ ਜਿਤਾਈ ਹੋਏ, ਕਹਿੰਦੇ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਅਗਲੇ ਨੇ ਚੜ ਕੇ ਭਾਜੀ ਉਹ ਡਿਪਟੀ ਸਪੀਕਰ ਦਾ ਮਾਈਕ ਭੰਨ ਦਿੱਤਾ, ਉਹ ਸਿੱਧੇ ਉਹਦੇ ਟੇਬਲ ਤੇ ਚੜ ਕੇ ਕਿਤਾਬਾਂ ਪਾੜਤੀਆਂ, ਉੱਥੇ ਕਾਫੀ ਕੁਝ ਹੋ ਗਿਆ। ਬੋਡੀ ਲੈਂਗੁਏਜ ਦੇ ਨਾਲ ਹੋ ਜਾਇਆ ਕਰਨਾ ਕੰਮ ਜੀ, ਸਾਰਿਆਂ ਤੇ ਹੋਇਆ ਕਰੂ ਕੰਮ। ਬਿਲਕੁਲ ਜੀ, ਇਹੀ ਚੀਜ਼ਾਂ। ਦੇਖੋ ਜੀ, ਇਹਦੇ ਵਿੱਚ ਇੱਕ ਤਾਂ ਬਿੱਲ ਜਿਹੜਾ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਬਿੱਲ ਹੈਗਾ ਆ 2020, ਉਹ ਵੀ ਅਮੈਂਡਮੈਂਟ ਆ, ਉਹ ਪਾਸ ਹੋਇਆ। ਜੰਮੂ ਕਸ਼ਮੀਰ ਆਫੀਸ਼ੀਅਲ ਲੈਂਗੁਏਜ ਬਿੱਲ 17 ਮਿੰਟਾਂ 'ਚ ਭਾਜੀ ਇਹ ਬਿੱਲ ਪਾਸ ਹੋਇਆ, 17 ਮਿੰਟਾਂ ਦੇ ਵਿੱਚ। ਔਰ ਇਹ ਬਿੱਲ ਦੀ ਖਾਸ ਗੱਲ ਇਹ ਸੀਗੀ ਕਿ ਜਦੋਂ ਤੁਸੀਂ ਡਿਟੇਲਸ ਪੜ੍ਹਦੇ ਹੋ ਕਿ ਸਿਰਫ ਇੱਕ ਬੰਦੇ ਨੇ ਇਹਦੀ ਆਪੋਜੀਸ਼ਨ ਕੀਤੀ ਆ, ਉਹ ਹੈਗੇ ਜੀ ਹਸੈਨਾ ਮਸੂਦੀ, ਸ਼੍ਰੀ ਹਸੈਨਾ ਮਸੂਦੀ। ਇਹ ਪਹਿਲਾਂ ਹਾਂਜੀ ਇਹਦੀ ਹਸੈਨ ਮਸੂਦੀ ਹੈ, ਤਾਂ ਇਹ ਭਾਜੀ ਫਾਰਮਲ ਜੱਜ ਵੀ ਰਹੇ ਨੇ ਹਾਈ ਕੋਰਟ ਦੇ, ਤਾਂ ਜੰਮੂ ਕਸ਼ਮੀਰ ਐਂਡ ਕੀ ਕਹਿੰਦੇ ਆ ਕਸ਼ਮੀਰ ਤੋਂ, ਤੇ ਜੰਮੂ ਐਂਡ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਲੀਡਰ ਨੇ, ਜਿਨ੍ਹਾਂ ਨੇ ਇਹਦੇ ਉੱਤੇ ਡਿਟੇਲਾਂ ਮੰਗੀਆਂ। ਤਾਂ ਉਹਨਾਂ ਨੇ ਇਹਦੀ ਆਪੋਜੀਸ਼ਨ ਕੀਤੀ ਆ ਕਿ ਵੀ, ਬਟ ਉਹਨਾਂ ਦੀ ਸੁਣੀ ਨਹੀਂ ਗਈ। ਟੋਟਲ 2 ਬੰਦਿਆਂ ਨੇ ਇਹਦੇ ਉੱਤੇ ਗੱਲ ਕੀਤੀ, ਤਾਂ 17 ਮਿੰਟਾਂ ਦੇ ਵਿੱਚ ਸਭ ਤੋਂ ਕੁਇਕ ਬਿੱਲ ਇਹ ਸੀਗਾ ਭਾਜੀ। ਤਾਂ ਹੁਣ ਮੈਨੂੰ ਪਤਾ ਨਹੀਂ ਹੈ ਕਿ ਜਿਹੜੀ ਪੰਜਾਬ ਮੈਨੂੰ ਲੱਗਦਾ ਭਾਜੀ ਇਹ ਜੇ ਵਰਲਡ ਦਾ ਜੇ ਰੈਕੋਰਡ ਦੇਖਣਾ, ਜਿੱਦਾਂ ਓਲੰਪਿਕ ਗੇਮਾਂ ਹੁੰਦਾ, ਟਾਈਮਿੰਗ ਦੇ ਵਿੱਚ ਇੰਡੀਆ ਦੀ ਡੈਮੋਕ੍ਰੇਸੀ ਦਾ ਨੰਬਰ 1 ਆ ਜਾਣਾ ਜੀ, 골ਡ ਮੈਡਲ ਭਾਜੀ। ਮੈਂ ਕਹਿੰਦਾ ਜੇ ਕਿਤੇ ਇਸ ਹਿਸਾਬ ਦੇ ਨਾਲ ਜੇ ਕਿਤੇ ਚੱਲਦੇ, ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਵੀ ਹੁਣ ਨੂੰ ਭਾਰਤ ਤਰੱਕੀ ਕਿਉਂ ਨਹੀਂ ਕਰਦਾ, ਜੇ ਹਿਸਾਬ ਨਾਲ ਇਹ ਬਿੱਲ ਪਾਸ ਕਰ ਰਿਹਾ। ਮਤਲਬ ਵੀ ਇਹ ਤਾਂ ਬਸ ਤੁਸੀਂ ਖੜੇ ਰਹੋ। ਮੈਂ ਕਹਿੰਦਾ ਲੋਕ ਹਜੇ ਇੰਨੀ ਛੇਤੀ ਤਾਂ ਮੈਂ ਕੀ ਕਹਾਂ, ਕਿਹੜੇ ਐਗਜ਼ਾਮਪਲ ਦਵਾਂ ਕਿ ਲੋਕ ਸੋਚਦੇ ਵੀ ਨਹੀਂ ਹੈਗੇ ਇੰਨੀ ਤੇਜ਼ੀ ਦੇ ਨਾਲ, ਜਿੰਨੀ ਤੇਜ਼ੀ ਨਾਲ ਬਿੱਲ ਲਿਆ ਕੇ ਪਾਸ ਕਰ ਦਿੰਦੇ ਨੇ। ਬਾਕੀ ਭਾਜੀ ਹਾਂਜੀ, ਕਿਉਂਕਿ ਕਈ ਚੀਜ਼ਾਂ ਨੇ ਜਿਹਦੇ ਵਿੱਚ ਭਾਜੀ ਇਹਨਾਂ ਨੇ ਫਾਈਨੈਂਸ ਨੂੰ ਲੈ ਕੇ ਕਈ ਬਿੱਲ ਨੇ, ਆਕੂਪੇਸ਼ਨਲ ਹੈਲਥ ਐਂਡ ਸੇਫਟੀ ਉਹਨੂੰ ਲੈ ਕੇ ਬਿੱਲ ਨੇ। ਹੁਣ ਮੈਨੂੰ ਲੱਗਦਾ ਪੰਜਾਬ ਦੇ ਲੋਕ ਹੱਸਦੇ ਹੋਣੇ ਆ ਕਿ ਯਾਰ ਇਹ ਤਾਂ ਪਹਿਲੀ ਵਾਰ ਸੁਣਿਆ, ਇਹ ਤਾਂ ਅਸੀਂ ਇਹ ਤੇ ਬਾਹਰਲੇ ਮੁਲਕਾਂ 'ਚ ਸੋਚਦੇ ਆ, ONHS ਹੁੰਦਾ ਹੈ ਨਾ, ਕਿ ਇੱਥੇ ਕਰ ਲੱਗੇ। ਤਾਂ ਪੰਜਾਬ ਦੇ ਵਿੱਚ ਤਾਂ ਕਦੀ ਗੱਲ ਹੀ ਨਹੀਂ ਸੁਣੀ ਕਿ ਬਈ ਅਸੀਂ ਜਿੱਥੋਂ ਮਰਜ਼ੀ ਖੜ ਕੇ ਖਾ ਲਈਦਾ, ਜੋ ਮਰਜ਼ੀ ਪੀ ਲਈਦਾ। ਬਟ ਦੱਸ ਦਈਏ ਜੀ, ਇਹ ਐਗਜ਼ਿਸਟ ਕਰਦਾ ਆ, ਭਾਰਤ ਵਿੱਚ ਐਗਜ਼ਿਸਟ ਸਾਰਾ ਕੁਝ ਕਰਦਾ ਆ, ਕਾਨੂੰਨ ਬੜੇ ਨੇ, ਬਟ ਉਹਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੈਗੀ ਆ। ਆਪਣੇ ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ, ਉੱਥੇ ਰੈੱਡ ਲਾਈਟ ਕ੍ਰਾਸ ਕਰਨ ਦਾ ਵੀ ਕਾਨੂੰਨ ਹੈਗਾ ਆ, ਕਿ ਤੁਸੀਂ ਕ੍ਰਾਸ ਕਰਦੇ ਹੋ ਤਾਂ ਤੁਹਾਨੂੰ ਫਾਈਨ ਹੁੰਦਾ ਆ। ਗੱਲ ਵੱਖਰੀ ਹੈ ਕਿ ਅਸੀਂ ਵੀ ਇੱਥੋਂ ਜਾ ਕੇ ਜਿਹੜੇ ਬਾਹਰੋਂ ਬੰਦੇ ਜਾਂਦੇ ਨੇ, ਉਹ ਵੀ ਜਾ ਕੇ ਘੱਟ ਹੀ ਮੰਨਦੇ ਨੇ ਉਹਨੂੰ, 2 ਦਿਨ ਲੋਕਾਂ ਦੇ ਰੁਕਦੇ ਨੇ, ਬਟ ਕਾਨੂੰਨ ਹੈਗੇ ਨੇ, ਕਾਨੂੰਨਾਂ ਦੀ ਇੰਪਲੀਮੈਂਟੇਸ਼ਨ ਨਹੀਂ ਹੈਗੀ। OHS ਕਾਨੂੰਨ ਹੈਗਾ ਭਾਜੀ, ਜਿਹਨੂੰ ਲੇਬਰ ਕਾਨੂੰਨ ਦੇ ਤਹਿਤ 3 ਲੇਬਰ ਕਾਨੂੰਨ, ਅਸੀਂ ਕੱਲ ਵੀ ਬਰੀਫ ਵਿੱਚ ਗੱਲ ਕੀਤੀ ਸੀ ਕਿ ਲੇਬਰ ਲਾਅ ਜਿਹੜਾ ਹੈ ਉਹ ਪਾਸ ਕੀਤਾ ਗਿਆ ਆ। ਤਾਂ ਉਹਦੇ ਵਿੱਚ ਸੋਸ਼ਲ ਸਿਕਿਉਰਿਟੀ ਹੈ, ਫਿਰ ਹੋਰ ਕਈ ਤਰ੍ਹਾਂ ਦੇ ਜਿਹੜੇ ਕਾਨੂੰਨ ਹੈਗੇ ਨੇ ਉਹਨਾਂ ਨੂੰ ਇਹਦੇ ਵਿੱਚ ਲਿਆਂਦਾ ਗਿਆ। ਇੰਡਸਟਰੀਅਲ ਰਿਲੇਸ਼ਨ ਕੋਡ, ਫਿਰ ਸੋਸ਼ਲ ਸਿਕਿਉਰਿਟੀ ਕੋਡ 2020, ਇੱਕ 3 ਕਾਨੂੰਨ ਨੇ ਜਿਹਦੇ ਤਹਿਤ ਭਾਜੀ ਹੁਣ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ ਲੇਬਰ ਯੂਨੀਅਨਸ ਨੇ, ਤਾਂ ਉਹ ਵੀ ਹੁਣ ਸੜਕਾਂ ਤੇ ਆ ਭਾਜੀ। ਇਸ ਸਮੇਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਇੱਕ ਡਿਪਾਰਟਮੈਂਟ ਹੈ, ਜਿਹੜੇ ਇਹਨਾਂ ਦੇ ਲੇਬਰ ਆਪਣੀ ਜਿਹੜੀ ਕਹਿ ਦਈਏ ਕਿ ਮਜ਼ਦੂਰ ਯੂਨੀਅਨ, ਜਿਹੜੀ ਭਾਰਤੀ ਜਨਤਾ ਪਾਰਟੀ ਦੀ ਵੱਖਰਾ, ਜਿੱਦਾਂ ਇਹਨਾਂ ਦੀ ਹੈਗੀ ਨਾ ਸਟੂਡੈਂਟ ਯੂਨੀਅਨ ABP, ਅਖਿਲ ਭਾਰਤੀ ਜਿਹੜੀ ਸਟੂਡੈਂਟ ਯੂਨੀਅਨ ਹੈਗੀ ਆ ABP, ਉੱਦਾਂ ਇਹਨਾਂ ਦੀ ਲੇਬਰ ਯੂਨੀਅਨ ਵੀ ਹੈਗੀ ਆ, ਉਹ ਵੀ ਭਾਜੀ ਸੜਕਾਂ ਤੇ ਆ। ਤਾਂ ਉਹ ਲਗਾਤਾਰ ਹੁਣ ਇਹਦਾ ਵਿਰੋਧ ਕਰ ਰਹੀ ਆ। ਔਰ ਭਾਜੀ ਖਾਸ ਗੱਲ ਮੈਂ ਦੱਸਿਆ ਇਹਦੇ ਵਿੱਚ ਕੱਲ ਕੀ, ਮੈਂ ਜਦੋਂ ਇੱਕ NDTV ਤੋਂ ਰਵੀਸ਼ ਕੁਮਾਰ ਨੂੰ ਸੁਣੀਦਾ ਨਾ, ਉਹ ਇੱਕ ਗੱਲ ਬਾਰ-ਬਾਰ ਕਹਿੰਦਾ ਜਿਹੜੇ ਲੋਕ ਭਾਜਪਾ ਦਾ ਪੱਖ ਲੈਂਦੇ ਨੇ, ਜਿਹੜੇ ਕਾਲਜ ਦੇ ਸਟੂਡੈਂਟ ਜਿਹਨਾਂ ਨੂੰ ਨੌਕਰੀ ਨਹੀਂ ਮਿਲਦੀ, ਬੇਰੁਜ਼ਗਾਰੀ ਹੈ, ਪਰ ਜਦੋਂ ਭਾਜਪਾ ਦੇ ਉੱਤੇ ਗੱਲ ਕਰਨੀ ਹੁੰਦੀ ਹੈ ਬੜੀ ਡਿਟੇਲ ਦੇ ਵਿੱਚ ਗੱਲ ਕਰੂਗੇ, ਬੜਾ ਉਹਦਾ ਪੱਖ ਲਊਗੇ, ਉਹਦੇ ਲਈ ਜਾਨ ਦੇਣ ਨੂੰ ਵੀ ਤਿਆਰ ਹੈ, ਪਰ ਜਦੋਂ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ, ਕਹਿੰਦਾ ਫਿਰ ਉਹ
ਮੈਨੂੰ ਕਾਲ ਕਰਦੇ ਨੇ ਕਿ ਭਾਈ ਸਾਡੀ ਖਬਰ ਲਾ। ਜਦੋਂ ਕਹਿੰਦੇ ਸਾਡੇ ਪੇਪਰ ਨਹੀਂ ਹੁੰਦੇ, ਮੈਨੂੰ ਕਾਲ ਕਰਦੇ ਨੇ, ਕਹਿੰਦੇ ਕਿਸਾਨ ਜਦੋਂ ਫਸਲ ਨਹੀਂ ਵਿਕਦੀ ਉਦਾਂ ਭਾਜਪਾ ਦੀ ਗੱਲ ਕਰਨਗੇ। ਇਹ ਜਿਹੜੇ ਬਾਕੀ ਨਿਊਜ਼ ਚੈਨਲ ਨੇ, ਰਿਪਬਲਿਕ, ਟਾਈਮਸ, ABP, ਆਜ ਤੱਕ ਜੀ, ਇਹਨਾਂ ਦੀ ਗੱਲ ਕਰਨਗੇ। ਬਟ ਜਦੋਂ ਖਬਰ ਲਵਾਉਣੀ ਹੁੰਦੀ ਹੈ ਫਿਰ ਕਹਿੰਦਾ ਸਾਨੂੰ ਕਾਲ ਕਰਨਗੇ ਕਿ ਭਾਈ ਮੈਨੂੰ ਮੈਸੇਜ ਕਰੀ ਜਾਣਗੇ ਕਿ ਵੀ ਹੁਣ ਸਾਡੀ ਖਬਰ ਲਾ। ਜਦੋਂ ਮਤਲਬ ਇਹ ਕੋਈ ਹੜਤਾਲਾਂ ਹੁੰਦੀਆਂ ਨੇ ਕਿਸਾਨਾਂ ਦੀਆਂ, ਉਹ ਕਵਰ ਨਹੀਂ ਕਰਦੇ, ਫਿਰ ਉਹ ਕਹਿੰਦਾ ਮੈਨੂੰ ਕਹਿਣਗੇ। ਹੁਣ ਇੱਥੇ ਸੋਚਣ ਵਾਲੀ ਗੱਲ ਹੈ ਕਿ ਜਿਹੜੀ ਕਿਸਾਨ ਯੂਨੀਅਨਸ ਨੇ, ਇਹ ਜਿਹੜੀਆਂ BJP ਦੇ ਵਿੰਗ ਆ, ਜਿਹੜੀਆਂ BJP ਦੇ ਲਈ ਰੈਲੀਆਂ ਦੇ ਵਿੱਚ ਬੱਸਾਂ, ਟਰੱਕ, ਗੱਡੀਆਂ, ਸਾਰਾ ਕੁਝ ਭਰ ਕੇ ਟਰਾਲੀਆਂ ਦੇ ਵਿੱਚ ਜਾਂਦੇ ਨੇ, ਰੌਣਕਾਂ ਲਾਉਂਦੇ ਨੇ ਲੱਖਾਂ ਦੀ ਤਾਦਾਦ ਵਿੱਚ। ਉਹਨਾਂ ਦੀ ਕਵਰ ਵੀ ਇਹਨਾਂ ਦੇ ਜਿਹੜੇ ਚੈਨਲ ਨੇ, ਰਿਪਬਲਿਕ TV ਵਾਲੇ, ਉਹ ਜਿਹੜਾ ਬਾਈ ਚੀਕਾਂ ਮਾਰ ਕੇ ਬੋਲਦਾ, ਜ਼ੀ TV ਵਾਲੇ, ABP ਵਾਲੇ, ਟਾਈਮਸ ਵਾਲੇ, ਜਿਹੜੇ ਭਗਤ ਚੈਨਲ ਨੇ, ਕਿਸੇ ਨੇ ਨਹੀਂ ਦਿਖਾਈ ਪਾਈ। ਅਖੀਰ ਦੇ ਵਿੱਚ ਉਹਨਾਂ ਦਾ ਡਿਬੇਟ ਜਿਹੜਾ ਹੋਇਆ, ਜਿਹੜੇ ਉਹ ਪੈਨਲ ਬੁਲਾਇਆ ਗਿਆ, ਉਹ ਫਾਈਨਲੀ NDTV ਤੇ ਸੀਗਾ। NDTV ਦੇ ਉੱਤੇ ਹੀ ਉਹ ਗੱਲ ਹੋ ਰਹੀ ਸੀਗੀ, ਜਿਹੜੇ ਚੈਨਲ ਨੂੰ ਇਹ ਲੋਕੀ ਗਾਲਾਂ ਕੱਢਦੇ ਨੇ ਦਿਨ ਰਾਤ, ਵੀ ਉਹ ਗੱਲ ਕਿਉਂ ਕਰਦੇ ਨੇ। ਰਵੀਸ਼ ਕੁਮਾਰ ਕੋਈ ਹੋਰ ਸੀਗਾ, ਉੱਥੇ ਗੱਲ ਕਰ ਰਹੇ ਸੀਗੇ, ਔਰ ਉਹ ਬੋਲ ਰਹੇ ਸੀਗੇ ਕਿ ਸਰਕਾਰ ਨੇ ਸਾਡੀ ਸੁਣੀ ਨਹੀਂ। ਭਾਈ ਵੋਟਾਂ ਤਾਂ ਤੁਸੀਂ ਪਾਈਆਂ ਨੇ। ਫਿਰ ਮੇਰੇ ਮੂੰਹ ਹੀ ਗੱਲਾਂ ਆ ਜਾਂਦੀਆਂ ਨੇ ਕਿ ਵੋਟਾਂ ਤੁਸੀਂ ਪਾਈਆਂ ਨੇ। ਜਿਹੜਾ ਤੁਹਾਡੀ ਸਰਕਾਰ ਦੇ ਖਿਲਾਫ ਬੋਲਦਾ ਜਾਂ ਉਹਨੂੰ ਸਵਾਲ ਕਰਦਾ, ਖਿਲਾਫ ਤਾਂ ਕੀ ਬੋਲਣਾ, ਸਵਾਲ ਕਰਦਾ, ਤੁਸੀਂ ਉਹਨੂੰ ਮਾਰਨ ਕੁੱਟਣ ਤੇ ਫਿਰਦੇ ਹੋ, ਤੁਸੀਂ ਉਹਨੂੰ ਮਤਲਬ ਹਰ ਤਰੀਕੇ ਦੇ ਨਾਲ ਲਤਾੜਨ ਨੂੰ ਫਿਰਦੇ ਹੋ। ਤਾਂ ਅਲਟੀਮੇਟਲੀ ਗੱਲ ਕਰਨ ਫਿਰ ਤੁਹਾਨੂੰ ਉੱਥੇ ਹੀ ਆਉਣਾ ਪੈਂਦਾ ਹੈ ਕਿ ਭਾਈ ਕਿ ਜਿਹੜਾ ਸਾਡੀ ਗੱਲ ਕਰੇ, ਜਿਹਨੂੰ ਤੁਸੀਂ ਕੀ ਕਹਿੰਦੇ ਧਮਕੀਆਂ ਦਿੰਦੇ ਹੋ। ਅਲਟੀਮੇਟਲੀ ਅਸੀਂ ਥੈਂਕਸ ਕਰਦੇ ਹਾਂ NDTV ਦਾ ਕਿ ਇੱਕ ਵਧੀਆ ਪਲੇਟਫਾਰਮ ਹੈ, ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਵੀ ਪਲੇਟਫਾਰਮ ਦਿੱਤਾ ਜਿਹੜੇ ਕਿ ਉਹਨਾਂ ਦੇ ਵਿਰੋਧੀ ਨੇ। ਇੱਥੋਂ ਫਿਰ ਸਾਨੂੰ ਵੀ ਭਾਜੀ ਹੌਸਲਾ ਮਿਲਦਾ ਕਿ ਕੋਈ ਚੱਕਰ ਵਾਲੀ ਗੱਲ ਨਹੀਂ ਭਾਈ, ਵੀ ਅਸੀਂ ਵੀ ਏਦਾਂ ਹੀ ਚੱਲਾਂਗੇ, ਗੱਲ ਸੱਚ ਦੀ ਕਰਨੀ ਆ, ਭਾਵੇਂ ਵਿਰੋਧ ਹੋਵੇ, ਜਿੱਦਾਂ ਮਰਜ਼ੀ ਹੋਵੇ। ਤਾਂ ਹੁਣ ਉਹ ਦੇਖੋ ਤੁਸੀਂ ਜੀ, ਉਹ ਯੂਨੀਅਨਸ ਵੀ ਸੜਕਾਂ ਤੇ ਨੇ, ਕਿਉਂਕਿ ਉਹਨਾਂ ਦੇ ਕਾਫੀ ਕਾਨੂੰਨ ਚੇਂਜ ਕੀਤੇ ਨੇ। ਉਹ ਫਿਰ ਕਿਸੇ ਦਿਨ ਇੱਕ ਡਿਟੇਲ 'ਚ ਪ੍ਰੋਗਰਾਮ ਕਰਾਂਗੇ। ਬਟ ਇਹ ਹੈ ਕਿ ਅਲਟੀਮੇਟਲੀ ਜਿੰਨੇ ਵੀ ਕਾਨੂੰਨ ਬਣਾਏ ਨੇ ਨਾ ਭਾਜੀ, ਸੌਰੀ, ਉਹ ਸਾਰੇ ਜਿਨ੍ਹਾਂ ਦੇ ਉੱਤੇ ਲੱਗਦੇ ਨੇ ਕਾਨੂੰਨ, ਉਹ ਸਾਰੇ ਸੜਕਾਂ ਤੇ ਨੇ। ਕੋਈ ਬਟ ਇਕੱਠੇ ਨਹੀਂ ਹੈਗੇ, ਉਹ ਵੱਖਰੇ ਨੇ। ਕਿਸਾਨ ਵੱਖਰੇ ਕਰ ਰਹੇ ਆ, ਰਾਜਨੀਤਿਕ ਵੱਖਰੇ ਕਰ ਰਹੇ ਆ, ਜਿਹੜੇ ਲੇਬਰ ਆ, ਇਹ ਜਿਹੜੇ ਜਿਨ੍ਹਾਂ ਦੇ ਉੱਤੇ ਇੰਡਸਟਰੀਅਲ ਲੇਬਰ, ਖਾਸ ਤੌਰ ਕੇ ਕੰਮ, ਜਿਹਨੂੰ ਆਪਾਂ ਕਹਿੰਦੇ ਹਾਂ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ, ਇਹ ਲੋਕ ਨੇ, ਇਹ ਵੱਖਰੇ ਆਪਣੇ ਅੰਦੋਲਨ ਕਰ ਰਹੇ ਆ। ਤਾਂ ਮਤਲਬ ਸਾਰੇ ਵੱਖਰੇ ਆਪਣੀ ਆਪਣੇ ਤੌਰ ਦੇ ਉੱਤੇ ਜਿੱਥੇ ਵੀ ਉਹ ਅੰਦੋਲਨ ਜਿਹੜੇ ਉਹ ਕਰ ਰਹੇ ਨੇ। ਤਾਂ ਏਦਾਂ ਦੇ ਜੀ ਕੁੱਲ ਮਿਲਾ ਕੇ 15 ਕਾਨੂੰਨ ਨੇ ਜੀ, ਜਿਹੜੇ ਭਾਰਤ ਦੀ ਸੰਸਦ ਦੇ ਵਿੱਚ ਮੋਹਰ ਲੱਗ ਗਈ, ਜਿਹਦੇ ਵਿੱਚ ਹੋਮਿਓਪੈਥਿਕ ਨੂੰ ਲੈ ਕੇ ਵੀ ਹੈਗਾ ਆ, ਇੰਡੀਅਨ ਮੈਡੀਸਿਨ ਸੈਂਟਰਲ ਕਾਉਂਸਿਲ ਹੈ, ਉਹਨੂੰ ਲੈ ਕੇ ਵੀ ਹੈਗਾ ਆ। ਤੇ ਕਈ ਤਰ੍ਹਾਂ ਦੇ ਜਿਹੜੇ ਕਾਨੂੰਨ ਨੇ ਉਹ ਪਾਸ ਕੀਤੇ ਗਏ ਨੇ, ਤੇ ਹੁਣ ਇਹ ਰਾਸ਼ਟਰਪਤੀ ਦੇ ਕੋਲ ਪਹੁੰਚੇ ਨੇ, ਜਿੱਥੇ ਕਿ ਇਹਨਾਂ ਦੇ ਉੱਤੇ ਮੋਹਰ ਲਾ ਕੇ ਇਹਨਾਂ ਨੂੰ ਇਹ ਸੋਧਾਂ ਕੀਤੀਆਂ ਜਾਣਗੀਆਂ, ਜਾਂ ਅਮੈਂਡਮੈਂਟਸ, ਜਾਂ ਫਿਰ ਆਪਾਂ ਕਹੀਏ ਕਿ ਇਹਨਾਂ ਨੂੰ ਕਾਨੂੰਨ ਜਿਹੜੇ ਨਵੇਂ ਨੇ ਬਣਾਏ ਜਾਊਗੇ, ਇਨਕਲੂਡਿੰਗ ਇਹ ਸਾਰੇ ਦੇ ਵਿੱਚ ਐਗਰੀਕਲਚਰ ਨੂੰ ਲੈ ਕੇ ਵੀ ਜਿਹੜੇ ਕਾਨੂੰਨ ਨੇ, ਉਹ ਵੀ ਐਸੈਂਸ਼ੀਅਲ ਕਮੋਡਿਟੀ ਵਾਲਾ ਕਾਨੂੰਨ ਦੀ ਵੀ ਭਾਜੀ ਬੁੱਧਵਾਰ ਨੂੰ ਹੀ ਹੋਇਆ ਆ। ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਫਿਰ ਵੀ ਅਸੀਂ ਇੱਕ ਵਾਰ ਦੱਸ ਦਈਏ, ਕਿਉਂਕਿ ਕਈ ਵਾਰ ਕੀ ਹੁੰਦਾ, ਬਹੁਤ ਜ਼ਿਆਦਾ ਜਦੋਂ ਰੌਲਾ ਰੱਪਾ ਪੈ ਰਿਹਾ ਹੁੰਦਾ, ਉਹਦੇ ਵਿੱਚ ਤੁਸੀਂ ਕੁਝ ਡਿਟੇਲ ਵਾਲੀਆਂ ਚੀਜ਼ਾਂ ਭੁੱਲ ਜਾਂਦੇ ਹੋ, ਜਾਂ ਆਪਾਂ ਮਿਸ ਕਰ ਜਾਂਦੇ ਹਾਂ ਆਪਾਂ ਇਨਫੋਰਮੇਸ਼ਨ, ਕਿਉਂਕਿ ਜਦੋਂ ਬਹੁਤ ਜ਼ਿਆਦਾ ਹੁੰਦੀ ਹੈ। ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਉਹਨਾਂ ਨੇ ਇਹ ਇੱਕ ਸੋਧ ਲਿਆਂਦੀ ਹੈ ਕਿ ਕੁਝ ਚੀਜ਼ਾਂ ਵਿੱਚੋਂ ਕੱਢੀਆਂ ਨੇ, ਜਿੱਦਾਂ ਅਸੀਂ ਕੱਲ ਗੱਲ ਕੀਤੀ ਸੀ ਨਾ ਕਿ ਵੀ ਉਹ ਪੈਨਾਡੋਲ ਦੀ ਗੋਲੀ, ਉਹਦਾ ਡੋਜ਼ ਵਧਾਤਾ ਆ, ਉਹ ਵਾਲਾ ਸੇਮ ਚੀਜ਼ ਹੈ ਕਿ ਇਹਨਾਂ ਨੇ ਹੁਣ ਉਹ ਡੋਜ਼ ਵਧਾਤਾ, ਕਿ ਇਹਨਾਂ ਨੇ ਕੁਝ ਚੀਜ਼ਾਂ ਕੱਢੀਆਂ ਨੇ, ਜਿਵੇਂ ਕਿ ਆਲੂ, ਪਿਆਜ਼, ਹੋਰ ਇਦਾਂ ਦੀਆਂ ਜਿਹੜੀ ਕ੍ਰਿਸ਼ੀ ਦੇ ਨਾਲ ਰਿਲੇਟਡ ਚੀਜ਼ਾਂ ਨੇ, ਜਾਂ ਤੁਹਾਡੇ ਖਾਣ ਪੀਣ ਵਾਲੀ ਚੀਜ਼ਾਂ ਨੇ, ਉਹਨਾਂ ਨੂੰ ਐਸੈਂਸ਼ੀਅਲ ਕਮੋਡਿਟੀ ਤੋਂ ਘਟਾਤਾ, ਯਾਨੀ ਕਿ ਉਹ ਹੁਣ ਐਸੈਂਸ਼ੀਅਲ ਕਮੋਡਿਟੀ 'ਚ ਨਹੀਂ ਆਉਂਦੀਆਂ, ਉਹ ਆਮ ਹੋ ਜਾਂਦੀਆਂ ਨੇ, ਖਾਸ ਤੋਂ ਉਹਨਾਂ ਨੂੰ ਆਮ ਕਰ ਦਿੱਤਾ ਆ। ਤਾਂ ਇਹ ਇਸੇ ਕਰਕੇ ਹੁਣ ਲੋਕੀ ਰੌਲਾ ਪਾ ਰਹੇ ਨੇ ਕਿ ਜਦੋਂ ਖਾਸ ਚੀਜ਼ ਆਮ ਹੋ ਜਾਂਦੀ ਹੈ ਤਾਂ ਫਿਰ ਉਹ ਕਈ ਵਾਰ ਨੁਕਸਾਨਦਾਇਕ ਹੁੰਦੀ ਹੈ ਭਾਜੀ। ਇਹ ਹੈ ਜੀ ਪਾਰਲੀਮੈਂਟ ਦੀ ਕਾਰਵਾਈ, ਜਿਹੜੀ ਕਿ ਹੁਣ ਖਤਮ ਹੋ ਗਈ ਹੈ, ਕਿ ਕਹਿੰਦੇ ਵੀ ਹਨੇਰੀਆਂ ਪਾਈਆਂ। ਉਹ ਕਹਿੰਦੇ ਜਿਹੜੀ ਜਾਪਾਨ ਤੋਂ ਲਿਆਉਣੀ ਸੀ ਰੇਲ ਗੱਡੀ, ਬੁਲਟ ਟ੍ਰੇਨ, ਉਹ ਆਈ ਤਾਂ ਹੈ ਨਹੀਂ। ਤਾਂ ਉਹ ਵੀ ਖੈਰ ਚਲੋ ਮੈਨੂੰ ਲੱਗਦਾ ਉਹ ਵੀ ਠੰਡੇ ਬਸਤੇ 'ਚ ਹੀ ਪੈ ਗਿਆ ਕੰਮ। ਤੇ ਮਗਰ ਇੱਥੇ ਬੁਲਟ ਟ੍ਰੇਨ ਜ਼ਰੂਰ ਚਲਾਤੀ ਪਾਰਲੀਮੈਂਟ ਵਿੱਚ, ਤੜਾ ਕਾਨੂੰਨ ਤੇ ਕਾਨੂੰਨ। ਐਂਡ ਫਾਈਨਲੀ ਜਸਟ all this happens without opposition ਨਹੀਂ ਸੀਗੀ ਉੱਥੇ, ਸਿਰਫ ਇੱਕ ਪਾਰਟੀ ਦੇ ਬੰਦੇ ਸੀਗੇ ਜਿਨ੍ਹਾਂ ਨੇ ਆ ਕੇ ਕਾਨੂੰਨ ਪਾਸ ਕੀਤੇ। ਬਿਲਕੁਲ ਜੀ, ਸਾਰੀਆਂ ਇਹਨਾਂ ਦੀਆਂ ਪਾਲਿਸੀ ਜਿਹੜੀਆਂ ਕਈ ਦਹਾਕਿਆਂ ਤੋਂ ਚਾਹੁੰਦੇ ਸੀਗੇ, ਚਾਹੇ ਕੋਈ ਵੀ ਪਾਰਟੀ ਹੋਵੇ, ਜਿੱਦਾਂ ਕਹਿੰਦੇ ਆਪਾਂ ਚਿਹਰੇ ਬਦਲਦੇ ਆ, ਕੈਪੀਟਲਿਸਟ ਤੇ ਡੈਮੋਕ੍ਰੇਸੀ ਦੇ ਨਾਂ ਥੱਲੇ ਡਿਕਟੇਟਰਸ਼ਿਪ,
ਤੇ ਉਹਨੂੰ ਸਾਰਿਆਂ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਲੱਗਦਾ ਵੀ ਹੁਣ ਇਹਨਾਂ ਨੇ ਜਕੜ ਲਿਆ, ਹੁਣ ਕੋਈ ਗੱਲ ਨਹੀਂ ਕਰ ਸਕੂਗਾ, ਇਹ ਹਿਸਾਬ ਨਾਲ ਜਕੜਨ ਦੀ ਕੋਸ਼ਿਸ਼ ਕਰ ਰਹੇ ਆ ਉਧਰੋਂ ਕਰੋਨਾ ਦੀ ਆੜ ਦੇ ਵਿੱਚ। ਸੋ ਥੈਂਕ ਯੂ ਭਾਜੀ ਬਿਲਕੁਲ ਸਾਰੇ ਕਾਸੇ ਲਈ, ਤੁਸੀਂ ਡਿਟੇਲ ਦੇ ਲਈ। ਤੇ ਨਾਲ ਭਾਜੀ PM ਕੇਅਰ ਦਾ ਜਿਹੜਾ ਮੋਦੀ ਸਾਹਿਬ ਦਾ ਆਪਣਾ ਇੱਕ ਕੇਅਰ ਫੰਡ ਹੁੰਦਾ ਆ, ਉਹਦੇ ਵਿੱਚ ਕਾਫੀ ਫੰਡ ਆਇਆ ਸੀ, ਚਾਈਨਾ ਤੋਂ ਵੀ ਆਇਆ, ਕਈ ਪਾਸਿਆਂ ਤੋਂ ਆਇਆ। ਉਹਦਾ ਸਕੈਮ ਬੜਾ, ਜਿਹੜੇ ਲੋਕਾਂ ਜਦੋਂ ਕਰੋਨਾ ਆਇਆ ਲੋਕਾਂ ਨੇ ਦੇਖਿਆ ਵੀ, ਹੋਰ ਦੇਸ਼ਾਂ ਨੇ ਵੀ ਦੇਖਿਆ ਵੀ ਇੰਡੀਆ ਦੇ ਵਿੱਚ ਲੋੜ ਆ, ਤੇ ਉਹਨਾਂ ਨੇ ਉਹਦੇ ਵਿੱਚ ਕਾਫੀ ਫੰਡਿੰਗ ਇਹਨਾਂ ਨੂੰ ਇਕੱਠੀ ਹੋਈ, ਤੇ ਉਹਦੀ ਜਿਹੜੀ ਵਰਤੋਂ ਹੋਈ ਆ ਉਹਦੇ ਤੇ ਬੜਾ ਸਕੈਮ ਚੱਲ ਰਿਹਾ ਵੀ ਜਿਹੜੇ ਵੈਂਟੀਲੇਸ਼ਨ ਲੈਣੇ ਸੀਗੇ ਲੋਕਾਂ ਲਈ, ਸਾਹ ਵਾਲੀਆਂ ਲਈ, ਹੋਰ ਪ੍ਰੋਬਲਮ ਜਿੰਨੀਆਂ ਦੇਣੀਆਂ ਸੀ, ਉਹਦੇ ਵਿੱਚ ਕੋਈ ਉਹਦੀ ਡੀਟੇਲ ਦੇ ਬਾਰੇ ਕੋਈ ਨਹੀਂ, ਮਤਲਬ ਉਹਦੇ ਬਾਰੇ ਕੋਈ ਇੰਨਾ ਕੋਈ ਮੀਡੀਆ ਵੀ ਨਹੀਂ ਦੇ ਰਿਹਾ, ਕੋਈ ਖਾਸ ਨਹੀਂ, ਇੱਕ ਦੋ ਗੱਲਾਂ ਹੋਈਆਂ। ਸੋ ਉਹਦੇ ਬਾਰੇ ਵੀ ਭਾਜੀ ਥੋੜਾ ਨਾਲ ਲੱਗਦਾ ਕਰ ਦਿਓ ਜੀ ਚਾਨਣ। ਭਾਜੀ ਇਹ PM ਕੇਅਰ ਦੇ ਉੱਤੇ ਜਦੋਂ ਤੋਂ ਇਹ ਬਣਿਆ ਨਾ, ਉਦੋਂ ਤੋਂ ਹੀ ਇਹ ਸਵਾਲ ਜਿਹੜੇ ਲਗਾਤਾਰ ਉੱਠਦੇ ਆ ਰਹੇ ਨੇ, ਕਿਉਂਕਿ ਜਦੋਂ ਕਰੋਨਾ ਸ਼ੁਰੂ ਹੋਇਆ ਪੈਸੇ ਦੀ ਲੋੜ ਸੀ, ਭਾਰਤ ਦੀ ਸਰਕਾਰ ਕਹਿੰਦੀ ਜੀ ਸਾਨੂੰ ਪੈਸਾ ਦੇਵੋ। ਆਪਾਂ ਉਦੋਂ ਵੀ ਤੁਹਾਨੂੰ ਯਾਦ ਹੋਵੇ ਆਪਾਂ ਪ੍ਰੋਗਰਾਮ ਕੀਤਾ ਸੀਗਾ ਕਿ ਜਦੋਂ ਕਰੋਨਾ ਸ਼ੁਰੂ ਹੋਇਆ ਕੈਨੇਡਾ ਦੀ ਸਰਕਾਰ ਨੇ ਕਿਹਾ ਭਾਈ ਲੋਕਾਂ ਨੂੰ ਘਰਾਂ 'ਚ ਬੈਠੋ, ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਤੁਹਾਡੇ ਬਿਜ਼ਨਸ ਅਸੀਂ ਤੁਹਾਨੂੰ ਸਪੋਰਟ ਕਰਾਂਗੇ। ਆਸਟ੍ਰੇਲੀਆ ਦੇ ਲੋਕਾਂ ਜਿਹੜੀ ਸਰਕਾਰ ਨੇ ਕਿਹਾ ਕਿ ਘਰਾਂ 'ਚ ਬੈਠੋ, ਜੇ ਤੁਹਾਡੀ ਨੌਕਰੀ ਗਈ ਹੈ ਜਾਂ ਤੁਹਾਡੇ ਬਿਜ਼ਨਸ ਬੰਦ ਹੋਏ ਅਸੀਂ ਤੁਹਾਨੂੰ ਸਪੋਰਟ ਕਰਾਂਗੇ, ਕੰਮ ਵਾਲਿਆਂ ਨੂੰ ਵੀ ਤਾਂ ਨੌਕਰੀ ਵਾਲਿਆਂ ਨੂੰ ਵੀ ਤਾਂ ਬਿਜ਼ਨਸ ਨੂੰ ਵੀ। ਸੇਮ ਹੀ ਅਮਰੀਕਾ ਤੇ ਹੋਰ ਯੂਰਪ ਦੀਆਂ ਬੜੀਆਂ ਸਰਕਾਰਾਂ ਨੇ ਕਿਹਾ, ਉਹਨਾਂ ਨੇ ਦਿੱਤਾ, ਉਹਨਾਂ ਨੇ ਇੰਜ ਕਰਕੇ ਦਿੱਤਾ। ਭਾਰਤ ਦੀ ਸਰਕਾਰ ਨੇ ਲੋਕਾਂ ਦੇ ਆਪਣੇ ਲੋਕਾਂ ਦੇ ਸਾਹਮਣੇ PM ਮੋਦੀ ਜੀ ਸੰਬੋਧਿਤ ਹੁੰਦੇ ਆ ਤਾਂ ਹੱਥ ਜੋੜ ਕੇ ਕਹਿੰਦੇ ਭਾਈ ਕਰੋਨਾ ਆ ਗਿਆ, ਪੈਸੇ ਦੀ ਬਹੁਤ ਲੋੜ ਹੈ, ਹੁਣ ਮੈਂ ਤਾਂ ਤੁਹਾਨੂੰ ਦੇ ਨਹੀਂ ਸਕਦਾ, ਤੁਸੀਂ ਮੈਨੂੰ ਦਵੋ। ਤਾਂ ਕਹਿੰਦੇ ਵੀ ਲੋਕਾਂ ਨੇ ਪੁੱਛਿਆ ਵੀ ਹੁਣ ਕਿੱਦਾਂ ਦਈਏ ਪੈਸੇ ਤੁਹਾਨੂੰ? ਉਹ ਕਹਿੰਦੇ ਜੀ ਪਹਿਲਾਂ ਇੱਕ PM ਰਿਲੀਫ ਫੰਡ ਬਣਿਆ ਹੋਇਆ ਆ, ਆਪਣਾ ਜਿਹੜਾ ਪਹਿਲਾ ਰਿਲੀਫ ਫੰਡ ਚੱਲਦਾ ਆ ਰਿਹਾ 1950 ਤੋਂ, ਤਾਂ ਜਦੋਂ ਤੋਂ ਕਹਿੰਦੇ ਭਾਰਤ ਇਹਨਾਂ ਦੇ ਕਬਜ਼ੇ 'ਚ ਆਇਆ, ਤੇ ਮਗਰ ਕਹਿੰਦੇ ਉਹ ਤੇ ਨਹੀਂ ਦੇਣਾ, ਇੱਕ ਨਵਾਂ ਇਹਨਾਂ ਨੇ ਟਰਸਟ ਬਣਾਇਆ, ਉਹਦਾ ਨਾਮ PM ਕੇਅਰ ਰੱਖਿਆ ਗਿਆ, ਤੇ ਉਹਨੂੰ ਕਿਹਾ ਵੀ ਨਸ਼ਰ ਕੀਤਾ ਕਿ ਇਹਦੇ ਵਿੱਚ ਪੈਸੇ ਪਾਓ। ਤੇ ਖਾਸ ਗੱਲ ਭਾਜੀ ਇਹ ਹੋਈ ਕਿ ਕੋਆਪਰੇਟਸ ਨੇ ਪੈਸੇ ਬੜੇ ਪਾਏ ਉਹਦੇ ਵਿੱਚ, ਬੜੇ ਹੱਲਾਸ਼ੇਰੀ ਨਾਲ ਪਾਏ। ਹੁਣ ਅੱਜ ਜਿਹੜੀ ਕੱਲ ਪਾਰਲੀਮੈਂਟ ਵਿੱਚ ਗੱਲ ਹੋਈ ਹੈ ਕਿ ਇੱਕ ਮਮਤਾ ਬੈਨਰਜੀ ਦੀ ਪਾਰਟੀ ਜਿਹੜੀ ਹੈਗੀ ਹੈ ਬੰਗਾਲ ਦੇ ਵਿੱਚ, ਉਹਨਾਂ ਦੇ ਇੱਕ MP ਹੈਗੇ ਨੇ, ਉਹਦਾ ਨਾਮ ਮਹੁਆ ਮਿੱਤਰਾ, ਬਹੁਤ ਵਧੀਆ, ਉਹਨੇ ਪਹਿਲਾਂ ਵੀ ਗੱਲ ਕੀਤੀ ਸੀਗੀ, ਬਹੁਤ ਵਧੀਆ ਪਹਿਲਾਂ ਵੀ ਗੱਲਾਂ, ਹਾਂ ਬਹੁਤ ਵਧੀਆ ਉਹਨੇ ਟੌਪਿਕ ਦੇ ਉੱਤੇ ਬੋਲੀ ਹੈ। ਬਟ ਹੁਣ ਫੇਰ ਉਹਨੇ ਭਾਜੀ ਪੂਰੀ ਉਹ ਮੈਂ ਕਹਾਂ ਕਿ ਪੂਰੇ ਜ਼ੋਰ ਸ਼ੋਰ ਦੇ ਨਾਲ ਜਿਹੜੀ ਆ ਗੱਜੀ ਹੈ। ਤਾਂ ਇੱਕ ਤਰੀਕੇ ਦੇ ਨਾਲ ਉਹ ਮਤਲਬ ਕਿ ਮੈਂ ਕਹਾਂ ਕਿ ਉਹਨੇ ਪੂਰਾ ਦਾ ਪੂਰਾ ਇਸ ਫੰਡ ਦੀ ਪੋਲ ਖੋਲ ਕੇ ਰੱਖ ਦਿੱਤੀ ਸਾਰਿਆਂ ਦੇ ਸਾਹਮਣੇ। ਇਹ ਬੀਬੀ ਆਮ ਤੌਰ ਦੇ ਉੱਤੇ ਜਿਹੜੇ ਮੋਦੀ ਮੀਡੀਆ ਹੈਗਾ ਆ ਉਹਦੇ ਵਿੱਚ ਟ੍ਰੇਲ ਹੁੰਦੀ ਰਹਿੰਦੀ ਹੈ, ਉਹ ਲੋਕੀ ਇਹਦੀ ਆਮ ਤੌਰ ਦੇ ਉੱਤੇ ਇਹਦੇ ਬਾਰੇ ਕਈ ਕੁਝ ਬੋਲਦੇ ਰਹਿੰਦੇ, ਬਟ ਇਹ ਪ੍ਰਵਾਹ ਘੱਟ ਹੀ ਕਰਦੀ ਆ, ਤਾਂ ਖੁੱਲ ਕੇ ਬੋਲਦੀ ਆ ਜੀ। ਹੁਣ ਉਹਨੇ ਜਿਹੜੇ ਵਿਚਾਰ ਰੱਖੇ ਨੇ, ਉਹਨੇ ਭਾਜੀ ਕੁਐਸਚਨ ਕੀਤਾ ਕਿ ਵੀ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਜਿਹੜੀਆਂ PSU ਹੁੰਦੀਆਂ ਨੇ, PSU ਕੀ ਹੁੰਦਾ ਹੈ ਜੀ? PSU ਹੁੰਦੀਆਂ ਨੇ ਕਿ ਜਿਹੜੀਆਂ ਸਰਕਾਰੀ ਕੰਪਨੀਆਂ ਹੁੰਦੀਆਂ ਨੇ, ਜਿਹੜੀਆਂ ਸਰਕਾਰ ਦੀਆਂ ਕੰਪਨੀਆਂ ਹੁੰਦੀਆਂ ਨੇ, ਜਿਹੜੀਆਂ ਸਰਕਾਰ ਦੇ ਹਿਸਾਬ ਨਾਲ ਚੱਲਦੀਆਂ ਨੇ, ਜਿਨ੍ਹਾਂ ਵਿੱਚ ਇੰਡੀਅਨ ਆਇਲਸ ਜਾਂ ਹੋਰ ਜਿਹੜੀਆਂ ਕੰਪਨੀਆਂ, ਕਹਿੰਦੇ ਵੀ 2100 ਕਰੋੜ ਇਹਨਾਂ ਕੰਪਨੀਆਂ ਦਾ ਫੰਡ ਆਇਆ ਇਹਦੇ ਵਿੱਚ, ਜੋ ਕਿ ਸਰਕਾਰ ਦੀਆਂ ਨੇ। ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਸਾਡੀਆਂ ਕੰਪਨੀਆਂ ਚਲਾਉਣ ਲਈ ਪੈਸਾ ਨਹੀਂ ਹੈਗਾ, ਅਸੀਂ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਨੂੰ ਵੇਚਣਾ ਹੈ, ਬਟ ਉਹ ਕੰਪਨੀਆਂ ਕੋਈ ਇੰਨਾ ਪੈਸਾ ਕਿੱਥੋਂ ਆ ਗਿਆ ਕਿ ਉਹ ਕੰਪਨੀ ਫਿਰ ਸਰਕਾਰ ਨੂੰ ਪੈਸੇ ਦੇਣ ਰਹੀ ਹੈ, ਉਹ ਵੀ PM ਕੇਅਰ ਦੇ ਵਿੱਚ ਦੇ ਰਹੀ ਹੈ। 70% ਫੰਡਿੰਗ ਕਹਿੰਦੇ ਜੀ PSU ਤੋਂ ਹੋਈਆਂ ਨੇ, ਪਬਲਿਕ ਸੈਕਟਰ ਯੂਨੀਅਨਸ ਜਿਹੜੀਆਂ ਹੈਗੀਆਂ ਨੇ ਉਹਨਾਂ ਤੋਂ ਹੁੰਦੀ ਆ। ਉਹ ਤੋਂ ਇਲਾਵਾ ਕਹਿੰਦੇ ਕਿ ਜਿਹੜੀਆਂ ਇਹ PSU ਕੰਪਨੀਆਂ ਹੈਗੀਆਂ, ਇਹਨਾਂ ਦੇ ਵਿੱਚੋਂ ਰੇਲਵੇ ਨੇ ਭਾਜੀ ਕਰੀਬਨ 115 ਕਰੋੜ, CRPF ਜਿਹੜੇ ਆਪਣੇ ਜਵਾਨ ਹੁੰਦੇ ਨੇ ਉਹਨਾਂ ਦੀ ਤਰਫ ਤੋਂ ਜੀ 116 ਕਰੋੜ ਦੀ ਕੰਟਰੀਬਿਊਸ਼ਨ ਇਹਦੇ ਵਿੱਚ ਹੋਈ ਹੈ। ਫਿਰ ਉਸ ਤੋਂ ਬਾਅਦ ਪਰਲ ਫਾਈਨੈਂਸ ਕਹਿੰਦੇ ਹੈਗੀ ਆ ਜਿਹੜੀ ਕੰਪਨੀ ਆ, ਉਹਨੇ 200 ਕਰੋੜ ਦੀ ਇਹਨੂੰ ਡੋਨੇਸ਼ਨ ਦਿੱਤੀ ਹੈ। ਜਦਕਿ ਇੱਕ ਭਾਜੀ CSR ਹੁੰਦਾ ਆ, CSR ਹੁੰਦਾ ਹੈ ਕਿ ਹਰ ਕੰਪਨੀ ਜਿਹੜੀ ਹੈ ਉਹ ਆਪਣਾ ਇੱਕ ਫੰਡ ਰੱਖਦੀ ਹੈ ਕਿ ਜਿਹੜਾ ਕਿ ਉਹਨੇ ਡੋਨੇਟ ਕਰਨਾ ਹੁੰਦਾ ਆ, ਇਹ ਸਮਾਜ ਸੁਧਾਰ ਦੇ ਲਈ ਵਰਤਣਾ ਹੁੰਦਾ ਆ। ਉਹਦਾ ਟਾਰਗੇਟ ਹੁੰਦਾ ਹਰ ਸਾਲ ਹੀ ਉਹ ਟਾਰਗੇਟ ਰੱਖਦੀ ਹੈ ਕਿ ਵੀ ਉਹਨਾਂ ਫੰਡ ਜਿਹੜਾ ਆ ਉਹਨਾਂ ਨੇ ਇੱਕ ਪਬਲਿਕ ਸੈਕਟਰ ਦੇ ਲਈ ਜਾਂ ਲੋਕਾਂ ਦੀ ਸਪੋਰਟ ਦੇ ਲਈ
ਉਹਨਾਂ ਨੇ ਵਰਤਣਾ ਆ। ਹੁਣ ਕਹਿੰਦੇ ਵੀ ਉਹ ਜਿਹੜਾ CSR ਦਾ ਟਾਰਗੇਟ ਆ ਉਹ ਫਾਈਨਾਂਸ ਕੰਪਨੀ ਦਾ, ਉਹ 150 ਕਰੋੜ ਦਾ ਆ। 150 ਕਰੋੜ ਦਾ ਟਾਰਗੇਟ ਹੈ, ਟੋਟਲ ਟਾਰਗੇਟ, ਬਟ ਉਹਨੇ 200 ਕਰੋੜ PM ਕੇਅਰ ਨੂੰ ਦੇ ਦਿੱਤਾ, ਯਾਨੀ ਕਿ ਟਾਰਗੇਟ ਤੋਂ ਵੀ 50 ਕਰੋੜ ਉੱਪਰ ਜਾਂ। ਇਹਦਾ ਮਤਲਬ ਹੈ ਕਿ ਉਹਨੇ ਹੋਰ ਕਿਤੇ ਵਰਤਿਆ ਨਹੀਂ ਪੈਸਾ। ਇਹ ਤੋਂ ਇਲਾਵਾ ਨਾ ਜਾਣੇ ਹੋਰ ਕਿੰਨੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਪੈਸਾ ਜਿਹੜਾ ਆ PM ਕੇਅਰ ਚ ਪਾਇਆ, ਕੋਆਪਰੇਟਸ ਨੇ ਪੈਸਾ ਪਾਇਆ। ਬੜੀ ਵਧੀਆ ਉਹਨਾਂ ਨੇ ਗੱਲ ਕਹੀ ਹੈ ਬੀਬੀ ਨੇ, ਕਹਿੰਦੀ ਕਿ ਇਹ ਗੱਲ ਹੋ ਗਈ ਕਿ ਪੁਰਾਣੇ ਜ਼ਮਾਨੇ 'ਚ ਇੱਕ ਕਹਾਵਤ ਹੁੰਦੀ ਸੀਗੀ ਕਿ ਰਾਜੇ ਨੂੰ ਖੁਸ਼ ਕਰਨ ਦੇ ਲਈ ਤੋਹਫੇ ਦਿੱਤੇ ਜਾਣ। ਇਹੀ ਕਰਦੇ ਹੁੰਦੇ ਸੀਗੇ ਜਿਹੜੇ ਮੰਤਰੀ ਮੰਡਲ ਦੇ ਜਾਂ ਜਿਹੜੇ ਲੋਕ ਸੀਗੇ ਉਹ ਜਾਂ ਬਿਜ਼ਨਸ ਸੀਗੇ, ਉਹ ਰਾਜੇ ਨੂੰ ਖੁਸ਼ ਕਰਨ ਦੇ ਲਈ ਤੋਹਫੇ ਦਿੱਤੇ ਜਾਂਦੇ ਸੀਗੇ। ਤਾਂ ਹੁਣ ਕੀ ਹੋ ਰਿਹਾ, ਹੁਣ ਵੀ ਇਹੀ ਹੋ ਰਿਹਾ ਕਿ ਰਾਜੇ ਨੂੰ ਖੁਸ਼ ਕਰਨ ਦੇ ਲਈ ਲੋਕਾਂ ਦਾ ਫੰਡ, ਪਬਲਿਕ ਫੰਡ ਦੇ ਵਿੱਚੋਂ ਉਹਨੂੰ ਪੈਸੇ ਦਿੱਤੇ ਜਾ ਰਹੇ ਨੇ। ਔਰ ਇਹ ਪਬਲਿਕ ਫੰਡ ਇਦਾਂ ਦਾ ਆ, ਉਹ ਵੀ ਐਕਸਪੋਜ਼ ਕਰਦੀ ਹੈ ਕਿ ਇਹ ਪਬਲਿਕ ਫੰਡ ਜਿਹੜਾ ਆ ਇਹਨੂੰ RTI ਦੇ ਦਾਇਰੇ ਚੋਂ ਬਾਹਰ ਕੱਢਿਆ ਗਿਆ ਆ, ਕਿਉਂਕਿ ਹੁਣੀ RTI ਪਾਈ ਗਈ ਸੀਗੀ, ਉਹ ਚ ਪੁੱਛਿਆ ਗਿਆ ਸੀਗਾ ਕਿ ਪਬਲਿਕ ਕੇਅਰ ਚ ਕਿੱਦਾਂ ਫੰਡ ਆਇਆ, ਕਿੱਥੋਂ ਆਇਆ, ਕੀ ਆਇਆ। ਉਹ ਕਹਿੰਦੇ ਭਾਈ ਸਾਡੇ ਕੋਲ ਰਿਕਾਰਡ ਹੀ ਨਹੀਂ ਇਹਦਾ, ਨਾ ਅਸੀਂ ਇਹਦਾ ਰੱਖ ਸਕਦੇ। ਉਹਨਾਂ ਨੇ ਉਹਦੀ ਗੱਲ ਹੀ ਮੋੜ ਦਿੱਤੀ। ਯਾਨੀ ਕਿ RTI ਦੇ ਦਾਇਰੇ ਤੋਂ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹ ਪਬਲਿਕ ਅਥਾਰਟੀ ਨਹੀਂ ਹੈਗੀ, ਇਸ ਕਰਕੇ ਇਹਨੂੰ RTI ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਆ। ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹਨੂੰ FCRA ਤੋਂ ਐਗਜ਼ੈਂਪਟ ਕੀਤਾ ਗਿਆ ਹੈ। FCRA ਕੀ ਹੁੰਦਾ ਆ ਜੀ? FCRA ਹੁੰਦਾ ਫੇਅਰ ਕ੍ਰੈਡਿਟ ਰਿਪੋਰਟਿੰਗ ਐਕਟ, ਯਾਨੀ ਕਿ ਇਹਦੇ ਤਹਿਤ ਜਿਹੜਾ ਵੀ ਕੋਈ ਪੈਸੇ ਦਿੰਦਾ ਜਾਂ ਕੁਝ ਵੀ ਚੀਜ਼ ਕਰਦਾ, ਉਹਦੀ ਡਿਟੇਲਾਂ ਲਈਆਂ ਜਾਂਦੀਆਂ, ਜਦ ਵਿੱਚ ਅਸੀਂ ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਦੀ ਕਾਪੀ ਕਹਿੰਦੇ ਆ। ਉਹ ਕਹਿੰਦੇ ਵੀ ਇਹ ਚ ਪਾਉਣ ਦੇ ਲਈ ਤੁਹਾਨੂੰ ਕੋਈ ਡਿਟੇਲਾਂ ਕਹਿਣ ਦੀ ਲੋੜ ਨਹੀਂ ਆ, ਤੁਸੀਂ ਜਿੱਦਾਂ ਮਰਜ਼ੀ ਪਾ ਲਓ, ਤੁਹਾਨੂੰ ਕੋਈ ਪੁੱਛਿਆ ਨਹੀਂ ਜਾਊਗਾ ਤੁਸੀਂ ਕੌਣ ਹੋ। ਜਿੱਦਾਂ ਕਹਿੰਦੇ ਕੋਈ ਅਣਜਾਣ ਬੰਦਾ ਆ ਕੇ ਜਮਾ ਕਰਾ ਗਿਆ, ਸਾਨੂੰ ਕੀ ਪਤਾ, ਭੋਲੇ ਭਾਅ ਮੰਨ ਲਓ। ਪਹਿਲਾਂ ਹੀ ਉਹਨਾਂ ਨੇ ਦੇਤਾ ਕਿ ਵੀ FCRA ਚੋਂ ਇਹਨੂੰ ਬਾਹਰ ਕੱਢ ਕੇ ਰੱਖਿਆ, ਜਦਕਿ ਇਹਦੀ ਆਡਿਟਿੰਗ ਜਿਹੜੀ ਹੈ ਉਹ ਪ੍ਰਾਈਵੇਟ ਕੰਪਨੀ ਕਰ ਰਹੀ ਹੈ, ਸਰਕਾਰੀ ਤੌਰ ਤੇ ਇਹਦੀ ਆਡਿਟਿੰਗ ਨਹੀਂ ਹੋਣੀ। ਹੁਣ ਉਹ ਸਾਰੇ ਕਹਿ ਰਹੇ ਕਿ ਇਹ ਇਟਸ ਅ ਬਿਗ ਸਕੈਮ, ਇਟਸ ਅ ਬਿਗ ਸਕੈਮ, ਕਿ ਵੀ ਇਹ ਪੈਸਾ ਕਿੱਥੋਂ ਆ ਰਿਹਾ, ਕਿੱਥੇ ਜਾ ਰਿਹਾ ਆ। ਔਰ ਨਾਲ ਦੀ ਨਾਲ ਉਹ ਬੀਬੀ ਨੇ ਇਹ ਗੱਲ ਦਾ ਵੀ ਇਲਜ਼ਾਮ ਲਾਇਆ ਇਹਨਾਂ ਦੇ ਉੱਤੇ, ਕਹਿੰਦੇ ਕਿ ਅਪ੍ਰੈਲ ਦੇ ਵਿੱਚ ਡਿਪਾਰਟਮੈਂਟ ਆਫ ਰੈਵਨਿਊ ਐਂਡ ਮਿਨਿਸਟਰੀ ਆਫ ਫਾਈਨੈਂਸ ਦੀ ਤਰਫ ਤੋਂ ਜਿੰਨੇ ਵੀ ਸਰਕਾਰੀ ਇੰਪਲੋਈ ਨੇ ਭਾਰਤ ਸਰਕਾਰ ਦੇ, ਉਹਨਾਂ ਨੂੰ ਇੱਕ ਨੋਟੀਫਿਕੇਸ਼ਨ ਜਾਂਦਾ ਆ ਕਿ 1 ਦਿਨ ਦੀ ਤਨਖਾਹ ਤੁਸੀਂ ਇਸ ਫੰਡ 'ਚ ਪਾਉਣੀ ਹੈ। ਨਾਲ ਇਹ ਨਹੀਂ ਕਿਹਾ ਜਾਂਦਾ ਕਿ ਤੁਸੀਂ ਪਾਉਣੀ ਹੈ, ਉਹ ਕਿਹਾ ਜਾਂਦਾ ਕਿ 1 ਦਿਨ ਦੀ ਤਨਖਾਹ ਤੁਹਾਡੀ ਇਸ ਫੰਡ 'ਚ ਪੈ ਜੂਗੀ। ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ, ਸਾਨੂੰ ਲਿਖਤ ਐਪਲੀਕੇਸ਼ਨ ਦਵੋ। ਯਾਨੀ ਕਿ ਉਹ ਕਹਿੰਦੀ ਕਿ ਵੀ ਇੰਨੇ ਡਰ ਦੇ ਵਿੱਚ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਵੀ ਤੁਹਾਡੇ ਪੈਸੇ ਕੱਟ ਲਿੱਤੇ ਜਾਣਗੇ 1 ਦਿਨ ਦੇ, ਔਰ ਇਹ ਫੰਡ ਵਿੱਚ ਪਾਏ ਜਾਣਗੇ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਡੋਨੇਟ ਨਹੀਂ ਕਰਨਾ, ਲਿਖਤ ਤੌਰ ਦੇ ਉੱਤੇ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ, ਮਿਨਿਸਟਰੀ ਆਫ ਫਾਈਨੈਂਸ ਨੂੰ ਦਿੱਤਾ ਜਾਵੇ। ਮਤਲਬ ਇਹ ਗੱਲ ਬਿਲਕੁਲ ਭਾਜੀ ਬੜੀ ਮੈਂ ਕਹਿੰਦਾ ਕਿ ਉਹਨੇ ਹੈਰਾਨੀ ਵਾਲੀ ਕਹੀ ਹੈ ਕਿ ਇਹ ਬਦਮਾਸ਼ੀ ਚੱਲ ਰਹੀ ਹੈ, ਕਿ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਹੁਣ ਇਹ ਕੁਝ ਭਾਜੀ ਬੀਬੀ ਕਹਿ ਰਹੀ ਹੈ, ਤਾਂ ਬਸ ਅਖੀਰ ਚ ਮੈਂ ਇੱਕ ਚੀਜ਼ ਕਹਿਣਾ, ਫਿਰ ਤੁਸੀਂ ਆਪਣਾ ਕਮੈਂਟ ਦਿਓ ਕਿ ਉਹਨੇ ਕਿਹਾ ਜੀ ਕਿ ਕੁਝ ਚਾਈਨੀਜ਼ ਕੰਪਨੀਆਂ ਨੇ ਵੀ ਇਹਦੇ ਵਿੱਚ ਪੈਸੇ ਦਿੱਤੇ ਨੇ। ਇੱਕ ਯੈਨਮੀ ਕੰਪਨੀ ਹੈ ਜੀ, 10 ਕਰੋੜ ਕਹਿੰਦੇ ਉਹ ਦਿੰਦੀ ਹੈ। ਇਹ ਕੰਪਨੀ ਉਹ ਹੈ ਜਿਹਦੇ ਉੱਤੇ ਲੋਕਾਂ ਦਾ ਡਾਟਾ ਚੋਰੀ ਕਰਨ ਦਾ ਇਲਜ਼ਾਮ ਲੱਗਿਆ। ਟਿਕਟੌਕ ਜਿਹਨੂੰ ਬੰਦ ਕੀਤਾ ਜੀ, 30 ਕਰੋੜ ਉਹ ਦਿੱਤੀ ਹੈ। ਹਵਾਈ ਵਰਗੀ ਕੰਪਨੀਆਂ ਜਿਨ੍ਹਾਂ ਦਾ ਚਾਈਨੀਜ਼ ਕਹਿੰਦੇ ਆਰਮੀ ਦੇ ਨਾਲ ਰਿਲੇਸ਼ਨ ਆ, ਉਹ 10 ਕਰੋੜ ਦਿੰਦੀ ਹੈ। ਤਾਂ ਹੁਣ ਕਹਿੰਦੇ ਵੀ ਇਹਨੂੰ ਤੁਸੀਂ ਮੀਡੀਆ 'ਚ ਦੁਸ਼ਮਣ ਦੱਸਦੇ ਹੋ, ਇਹਨੂੰ ਤੁਸੀਂ ਕੀ ਕੁਝ ਦੱਸਦੇ ਹੋ, ਤਾਂ ਅਖੀਰ ਦੇ ਵਿੱਚ ਪੈਸੇ ਉਹਨਾਂ ਤੋਂ ਲੈਂਦੇ ਹੋ। ਕਹਿੰਦੇ ਜੇ ਇੰਨੇ ਤੁਹਾਡੇ ਪਿਆਰ ਵਾਲੇ ਨੇ, ਇਹ ਪੈਸਾ ਵਾਪਸ ਕਰ ਦਿਓ, ਤੇ ਨਾਲ ਸਾਨੂੰ ਇਹ ਹਿਸਾਬ ਦੱਸ ਦਿਓ ਕਿ ਇਹ ਪੈਸਾ ਕਿੱਥੇ ਵਰਤਿਆ ਗਿਆ ਆ, ਕੀ ਇਹਦਾ ਕੋਈ ਵੈਂਟੀਲੇਟਰ ਜਾਂ ਮੈਡੀਕਲ ਇਕਵਿਪਮੈਂਟ ਲਿਆ ਗਿਆ ਆ ਕਿ ਨਹੀਂ ਲਿਆ ਗਿਆ। ਉਹ ਕਹਿੰਦੀ ਮੈਨੂੰ ਨਹੀਂ ਲੱਗਦਾ ਕਿ ਇਹਦਾ ਕਦੀ ਹਿਸਾਬ ਦਿੱਤਾ ਜਾਊਗਾ, ਬਿਕੋਜ਼ ਇਹ ਇੱਕ ਸਕੈਮ ਦੀ ਤਰੀਕੇ ਦੇ ਨਾਲ ਹੈਗਾ ਕਿ ਜਿਹੜਾ ਕੋਈ ਪਬਲਿਕ ਲਾਇਬਿਲਿਟੀ ਨਹੀਂ ਹੈਗੀ, ਤਾਂ ਲੋਕਾਂ ਨੂੰ ਇਹਦਾ ਕਦੀ ਹਿਸਾਬ ਨਹੀਂ ਮਿਲੂਗਾ। ਬਿਲਕੁਲ ਜੀ, ਐਵਰੀਥਿੰਗ ਮੁਮਕਿਨ ਆ ਜੀ, ਕੁਛ ਵੀ ਉੱਥੇ ਜਿਹੜਾ ਹੋ ਰਿਹਾ ਕੌਂਸਪੀਰੇਸੀ ਸਾਜ਼ਿਸ਼ਾਂ ਆ, ਤੇ ਇਹੀ ਧੱਕਾ ਹੁੰਦਾ ਜੀ ਪਬਲਿਕ ਨਾਲ, ਇਹੀ ਕੁਛ ਹੋ ਰਿਹਾ। ਕੋਈ ਪੁੱਛਣ ਵਾਲਾ ਹੈ ਨਹੀਂ, ਓਪੋਜੀਸ਼ਨ ਵੀ ਹੈ ਨਹੀਂ ਭਾਜੀ, ਤਕੜੀ ਤਾਂ ਗੱਲ ਇਹ ਆ। ਹੁਣ ਦੇਖੋ ਬੀਬੀ ਸਵਾਲ ਪੁੱਛ ਰਹੀ ਹੈ, ਬਾਕੀ ਤਾਂ ਹੋਰ ਕੋਈ ਬੋਲਿਆ ਵੀ ਨਹੀਂ ਹੈਗਾ, ਬਟ ਹਾਂ ਉਹ ਸਹੀ ਆ, ਜੋ ਪੁੱਛਿਆ ਉਹਨਾਂ ਨੇ ਸਹੀ ਕਿਹਾ। ਬਸ ਇਹ ਹੁੰਦਾ ਆ ਜੀ ਸਾਰਾ ਕੁਛ। ਹਾਂ, ਇਹਦੇ ਉੱਤੇ ਕੋਈ ਜਵਾਬ ਦੇਣ ਨਾਲ ਨਹੀਂ ਹੈਗਾ। ਤੇ ਹੁਣ ਬਿਲਕੁਲ ਜੀ, ਬਿਲਕੁਲ, ਪਰ ਸਾਰੇ ਚੁੱਪਚਾਪ ਬੈਠੇ ਰਹੇ ਜੀ, ਕਿਸੇ ਨੇ ਜਵਾਬ ਨਹੀਂ ਦਿੱਤਾ ਤੇ ਨਾ ਕੋਈ ਬੋਲਿਆ ਆ। ਤੇ ਇਹ ਹੁਣ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਵੀ ਕਿ ਤੁਸੀਂ ਕਿੱਦਾਂ ਨੂੰ ਪੈਸੇ ਦੇਣੇ ਆ, ਜਾਂ ਸੱਚਾਈ ਕੀ ਹੈ, ਸਰਕਾਰ ਦੀ ਸੱਚਾਈ ਕੀ ਹੈ। ਤਾਂ ਪਾਰਲੀਮੈਂਟ ਵਿੱਚ ਗੱਲ ਕੀਤੀ ਹੈ ਜਿਹੜੀ ਅਸੀਂ ਤੁਹਾਡੇ ਸਾਹਮਣੇ ਰੱਖੀ ਹੈ। ਹਾਂ, ਵੈਰੀ ਗੁੱਡ ਜੀ, ਥੈਂਕ ਯੂ, ਵਧੀਆ।
ਤੇ ਭਾਜੀ ਪੰਜਾਬ ਵੱਲਾਂ ਵੀ ਜਿਹੜੀ ਆਪਣਾ ਚੱਲ ਰਿਹਾ 24 ਤੋਂ ਲੈ ਕੇ 26 ਤੱਕ ਦੇ ਜਿਹੜਾ ਅੰਦੋਲਨ ਚੱਕਾ ਜਾਮ ਦਾ ਤੇ ਰੇਲਵੇ ਦਾ ਜਾਮ ਦਾ, ਕੱਲ ਵੀ ਜਿੱਦਾਂ ਨਵਜੋਤ ਸਿੱਧੂ ਨੇ ਕਾਫੀ ਦੇਰ ਬਾਅਦ ਇਹਦੇ ਵਿੱਚੋਂ ਕੁੱਦੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਜਿੱਤੇਗਾ ਪੰਜਾਬ ਵਾਲੀ ਗੱਲ ਨੂੰ ਮੂਹਰੇ ਲੈ ਕੇ, ਤੇ ਕਾਫੀ ਲੋਕਾਂ ਨੇ ਕਮੈਂਟ ਵੀ ਕੀਤੇ ਆ ਵੀ ਇਹਨਾਂ ਦਾ ਇਹ ਸ਼ੱਕੀ ਜਿਹਾ ਵੀ ਲੱਗਦਾ ਕੰਮ। ਪਰ ਆਪਾਂ ਦੇਖਦੇ ਹਾਂ ਵੀ ਜੇ ਹੁਣ ਨਵਜੋਤ ਸਿੱਧੂ ਵਰਗੇ ਜਿਹੜੇ ਲੀਡਰ ਜਿਨ੍ਹਾਂ ਨੇ ਕਿ ਪਹਿਲਾਂ ਥੋੜੀਆਂ ਧਾਰਮਿਕ ਸੰਸਥਾਵਾਂ ਤੋਂ ਵੀ ਉੱਪਰ ਉੱਠ ਕੇ ਸਪੋਰਟਸਮੈਨਸ਼ਿਪ ਦੀ ਜਿਹੜੀ ਫਰੈਂਡਸ਼ਿਪ ਲੈ ਕੇ ਕਰਤਾਰਪੁਰ ਵਾਲਾ ਸਾਹਿਬ ਵਾਲਾ ਜਿਹੜਾ ਲਾਂਘਾ ਖੋਲਣ ਕਰਕੇ ਲੋਕਾਂ ਦੇ ਦਿਲ ਜਿੱਤੇ ਸੀਗੇ, ਉਹ ਤੋਂ ਬਾਅਦ ਵਿੱਚ ਚੁੱਪੀ ਛਾ ਗਈ ਸਾਲ ਤੋਂ ਉੱਪਰ ਦੀ, ਆਪਾਂ ਕੱਲ ਵੀ ਗੱਲ ਕੀਤੀ ਸੀ। ਪਰ ਜਾਂ ਹਾਂਜੀ ਉੱਥੋਂ ਲੱਗਦਾ ਸੀਗਾ ਵੀ ਕਈ ਵਾਰੀ ਜਿੱਦਾਂ ਹੁਣ ਆਪਾਂ ਕੱਲ ਗੱਲ ਕਰਦੇ ਸੀ ਵੀ ਸੱਜੇ ਖੱਬੇ ਵਾਲੀਆਂ ਪਾਰਟੀਆਂ ਕਾਂਗਰਸ ਬੀਜੇਪੀ ਈਵਨ ਆਮ ਆਦਮੀ ਪਾਰਟੀ ਵੀ, ਸੋ ਆਪਾਂ ਨੂੰ ਚਾਹੀਦਾ ਵੀ ਸਾਰਿਆਂ ਨੂੰ ਦੇਖਣ ਵਾਲੀ ਗੱਲ ਆ ਵੀ ਲੱਗ ਰਿਹਾ ਜਨਤਾ ਦਾ ਇਹ ਵਿਊ ਆ ਵੀ ਸਿੱਧੂ ਨੂੰ ਹੱਲੇ ਵੀ ਉਹ ਲਾਈਕ ਕਰਨਗੇ ਜੇ ਉਹ ਪੰਜਾਬ ਲਈ ਜਿਹੜਾ ਨਾਅਰਾ ਮਾਰਿਆ ਉਹਨੇ ਵੀ ਜਿੱਤੇਗਾ ਪੰਜਾਬ। ਜਿਹੜੀਆਂ ਕਿ ਕਿਸਾਨਾਂ ਦੀਆਂ ਆਮ ਹੋਰ ਜਥੇਬੰਦੀਆਂ ਜਿਹੜੀਆਂ ਕਿ 25 ਤੋਂ 30 ਦੇ ਵਿੱਚ ਜਿਹੜੀਆਂ ਆਲਰੇਡੀ ਮੋਰਚੇ ਦੇ ਵਿੱਚ ਕੁੱਦ ਹੋਈਆਂ ਪਈਆਂ ਆ, ਜਿੱਦਾਂ ਤੁਸੀਂ ਵੀ ਕਹਿੰਦੇ ਹੁੰਦੇ ਆ ਵੀ ਅਗਲਾ ਜਿਹੜਾ ਆਮ ਆਦਮੀ ਪਾਰਟੀ ਵੀ ਲੋਕ ਲਹਿਰ ਦੇ ਵਿੱਚੋਂ ਹੀ ਨਿਕਲੀ ਸੀ ਅੰਨਾ ਹਜ਼ਾਰੇ ਵਾਲੇ ਵੇਲੇ। ਸੋ ਏਦਾਂ ਮੈਨੂੰ ਤਾਂ ਇੱਕ ਆਸ ਲੱਗਦੀ ਭਾਜੀ ਵੀ ਪੰਜਾਬ ਜਿਹੜਾ ਆ ਇਹ ਕਿਸੇ ਦੀ ਹੋਰ ਝਾਲ ਨਹੀਂ ਝੱਲ ਸਕਦਾ, ਨਾ ਇਹਨੀ ਝੱਲਣੀ ਆ ਕਿਸੇ ਦਾ ਰੋਬ। ਜੇ ਪੰਜਾਬ ਤੋਂ ਲੀਡਰਸ਼ਿਪ ਬਣੂਗੀ ਜਿੱਦਾਂ ਆਮ ਆਦਮੀ ਪਾਰਟੀ ਦੇ ਪਹਿਲਾਂ 4 MP ਗਏ ਸੀ, ਜੇ ਏਦਾਂ ਹੀ ਪੰਜਾਬੀ ਇਕੱਠੇ ਹੋ ਕੇ ਇਹ ਜਿਹੜੇ ਲਾਈਕ ਮਾਈਂਡਡ ਬੰਦੇ ਇਕੱਠੇ ਹੋ ਕੇ ਜੇ ਚੱਲਣਗੇ ਤਾਂ ਨਵਜੋਤ ਸਿੱਧੂ ਜਿੱਦਾਂ ਕਿ ਕੈਪਟਨ ਕਹਿ ਲਓ ਟੀਮ ਵਰਕ ਵੀ ਇਹਨੂੰ ਆਉਂਦਾ ਆ, ਜਦੋਂ ਟੀਮ ਹਾਰਦੀ ਹੋਵੇ ਯਾਨੀ ਕਿ ਚੌਕਾ ਮਾਰਨਾ ਜਾਂ ਛਿੱਕਾ ਮਾਰਨਾ, ਉਹ ਹੁਣ ਇਹਨੂੰ ਮੌਕਾ ਦੇਖਣਾ ਚਾਹੀਦਾ। ਔਰ ਇਹਨੂੰ ਬਿਲਕੁਲ ਸਿੱਧਾ ਹੋ ਗਿਆ, ਜੇ ਸਿੱਧੂ ਸਿੱਧਾ ਹੋ ਕੇ ਹੁਣ ਚੱਲੂਗਾ ਪੰਜਾਬ ਦੇ ਕਿਸਾਨਾਂ ਲਈ ਮਜ਼ਦੂਰਾਂ ਦੇ ਆਮ ਬੰਦਿਆਂ ਦੇ ਹੱਕਾਂ ਦੇ ਲਈ ਤਾਂ ਆਖਰੀ ਦਮ ਤੱਕ ਜਿਹੜਾ ਉਹ ਕਹਿੰਦਾ ਰਹਿੰਦਾ, ਫੇਰ ਤਾਂ ਇੱਕ ਚੰਗੀ ਗੱਲ ਆ ਹੁਣ ਮੌਕਾ ਆ ਤੇ ਸਾਰਿਆਂ ਦਾ। ਤੇ ਇਹਦੇ ਬਾਰੇ ਭਾਜੀ ਵੇਖਣ ਵਾਲੀ ਗੱਲ ਇਹ ਆ ਵੀ ਆਪਣੇ ਆਪ ਹੀ ਆਪ ਮੁਹਾਰੇ ਕੱਲੀਆਂ ਪਾਰਟੀਆਂ ਨੇ ਛੋਟੀਆਂ ਨੇ ਕਿਸਾਨਾਂ ਦੀਆਂ ਨੇ ਅੱਜ ਤੋਂ ਮੋਰਚੇ ਭਾਜੀ ਬੰਨ ਲਏ ਪੂਰੇ ਲਾਈਨਾਂ ਦੇ ਉੱਤੇ, ਚਾਹ ਪਾਣੀ ਦਾ ਅਰੇਂਜਮੈਂਟ ਕਰ ਲਿਆ ਲੰਗਰਾਂ ਦਾ ਜੀ। ਤੇ ਹਾਂਜੀ ਦੇਖਣ ਕਰ ਲਏ ਹੈ ਦੱਸਦੇ ਹੀ ਆਪਾਂ ਨੂੰ, ਹਾਂਜੀ ਉੱਥੇ ਨਾਲ ਸਾਊਂਡ ਸਿਸਟਮ ਵੀ ਬਣਾ ਲਏ ਆ। ਪਰ ਇਹ ਇੱਕ ਬਹੁਤ ਤਕੜੀ ਮੂਵਮੈਂਟ ਜਿਹੜੀ ਪੰਜਾਬ ਤੋਂ ਮੂਵ ਬਣਿਆ ਆ ਨੈਚੁਰਲੀ, ਜੋ ਕੁਝ ਹੋਇਆ ਪਾਰਲੀਮੈਂਟ ਚੋਂ ਉਹਦੇ ਜੋ ਉਹਨੂੰ ਦੇਖਦਿਆਂ ਲੋਕਾਂ ਨੇ ਪੰਜਾਬੀਆਂ ਨੇ ਨਹੀਂ ਸਹਾਰਿਆ, ਕਿਉਂਕਿ ਪੰਜਾਬ ਦੀ ਜਿਹੜੀ ਹਿਸਟਰੀ ਆ ਪੰਜਾਬੀ ਕਿਸੇ ਦੀ ਤੈਅ ਨਹੀਂ ਮੰਨਦੇ ਕਦੀ ਵੀ, ਇਹ ਪਿਆਰ ਨਾਲ ਤਾਂ ਕੁਝ ਵੀ ਕਰ ਸਕਦੇ ਆ। ਅੱਗਾ ਮੁਗਲਾਂ ਤੱਕ ਤੋਂ ਇਹ ਰੋਕਦੇ ਰਹੇ ਆ, ਹੁਣ ਵੀ ਇਹ ਲੋਕਾਂ ਦੇ ਹੱਕਾਂ ਲਈ ਸਾਰਿਆਂ ਲਈ ਖੜੇ ਆ। ਇੱਥੇ ਅਸੀਂ ਇਹ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਦੁਕਾਨਦਾਰਾਂ ਨੂੰ ਬਿਜ਼ਨਸਮੈਨਾਂ ਨੂੰ ਵੀ ਵੱਡੀਆਂ ਇੰਡਸਟਰੀਆਂ ਨੂੰ ਵੀ, ਜਿਨ੍ਹਾਂ ਦੇ ਨਿੱਕੇ ਪਾਰਟਸ ਵੀ ਜਿਹੜੇ ਆ ਇਸ ਐਗਰੀਕਲਚਰ ਇੰਡਸਟਰੀ ਇਕਨੋਮੀ ਦੇ ਵਿੱਚ ਚੱਲਦੇ ਆ ਔਰ ਉੱਥੋਂ ਹੀ ਇਹਨਾਂ ਨੂੰ ਬੈਨੀਫਿਟ ਹੁੰਦੇ ਆ, ਡਾਇਰੈਕਟ ਜਾਂ ਇਨਡਾਇਰੈਕਟ ਬੈਨੀਫਿਟ। ਤੇ ਏਦਾਂ ਹੀ ਮਨੀ ਸਪਲਾਈ ਚੱਲਦੀ ਹੈ ਫਿਰ, ਕਿਉਂਕਿ ਪੰਜਾਬ ਇੱਕ ਵਧੀਆ ਸੂਬਾ, ਹਾਲੇ ਵੀ ਵਧੀਆ ਸੂਬਾ ਹੋਣ ਕਰਕੇ ਸਾਰਿਆਂ ਦੀਆਂ ਨਜ਼ਰਾਂ ਇੱਧਰ ਲੱਗੀਆਂ। ਜਿਹੜੇ ਸਿਸਟਮ ਫੇਲ ਹੋਏ ਦੁਬਾਰਾ ਇਹ ਪੰਜਾਬ ਦੇ ਉੱਤੇ ਰਲਾ ਕੇ ਸੁਹਾਗਾ ਫੇਰਨਾ ਚਾਹੁੰਦੇ ਆ ਵੀ ਇਹਦਾ ਮਲੀਆਮੇਟ ਕੀਤਾ ਜਾਵੇ। ਸੋ ਅਸੀਂ ਜਿਹੜੀ ਕੱਲ ਦਾ ਇੱਕ ਅੱਜ ਤੋਂ ਲੈ ਕੇ 26 ਤੱਕ ਚੱਲਣਾ ਭਾਜੀ, ਕੱਲ ਤੋਂ ਬੰਦ ਹੋ ਜਾਣਾ ਟ੍ਰੇਨਾਂ ਦਾ ਸਾਰਾ ਕੁਝ ਜਿਹੜਾ ਜਾਮ, ਤੇ ਉਹਦੇ ਬਾਰੇ ਅਸੀਂ ਆਪਣੇ ਬੇਨਤੀ ਵੀ ਕਰਦੇ ਦੇਖਣ ਵਾਲਿਆਂ ਨੂੰ, ਇਸ ਵੇਲੇ ਕਾਫੀ ਪੰਜਾਬ ਦੇ ਵਿੱਚ ਦੇਖ ਰਹੇ ਹੁੰਦੇ ਸਾਡੇ ਜਿਹੜੇ ਸੂਝਵਾਨ ਸੱਜਣ ਆ, ਦੁਬਈ ਤੋਂ ਵੀ ਦੇਖ ਰਹੇ ਬਾਹਰੋਂ ਵੀ ਇਹੀ ਸਾਰਿਆਂ ਨੂੰ ਬੇਨਤੀ ਕਰੋ ਵੀ ਅਗਰੈਸਿਵ ਨਹੀਂ ਹੋਣਾ, ਸ਼ਰਾਰਤੀ ਅਨਸਰ ਤੁਹਾਡੇ ਵਿੱਚ ਬਾੜ ਕੇ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਕਿ ਹਰਕਤ ਇਦਾਂ ਦੀ ਕਰਵਾ ਸਕਦੇ ਆ ਵੀ ਇਹਨੂੰ ਡੀਰੇਲ ਕਰ ਦਿੱਤਾ ਜਾਵੇ ਮੋਰਚੇ ਨੂੰ, ਉਹਨੂੰ ਵੀ ਨਹੀਂ ਹੋਣ ਦੇਣਾ ਜੀ। ਬਹੁਤ ਜ਼ਰੂਰੀ ਭਾਜੀ, ਤੁਹਾਡਾ ਕੀ ਖਿਆਲ ਇਹਦੇ ਬਾਰੇ ਵੀ? ਤੇ ਦੂਜੀ ਗੱਲ ਇਹ ਆ ਵੀ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਆ, ਮੈਂ ਲਾਸਟਲੀ ਬੇਨਤੀ ਕਰਦੇ ਆ, ਜਿਨ੍ਹਾਂ ਨੇ ਡੰਡੇ ਚੱਕੇ ਆ ਉਹ ਥੋੜੀ ਜਿਹੀ ਸ਼ਰਮ ਤੋਂ ਕੰਮ ਲਾਓ। ਤੁਸੀਂ ਵੀ ਮੈਜੋਰਿਟੀ ਆਫ ਜ਼ਿਮੀਂਦਾਰਾਂ ਦੇ ਪੁੱਤ ਆ ਜਿਹੜੇ ਡੰਡੇ ਚੱਕੇ, ਹੋਰ ਤਾਂ ਮਨ ਮਾਟੀਆਂ ਜੇ ਨੌਕਰੀਆਂ ਮਿਲ ਗਈਆਂ, ਡੰਡਾ ਮਾਰਨ ਤੋਂ ਪਹਿਲਾਂ ਸੋਚ ਲਿਆ ਕਰੋ, ਚੱਕਣ ਤੋਂ ਪਹਿਲਾਂ। ਐਡੀ ਵੱਡੀਆਂ ਵੀ ਨਹੀਂ ਗੱਲਾਂ ਹੁੰਦੀਆਂ ਵੀ ਤੁਹਾਡੀਆਂ ਨੌਕਰੀਆਂ ਚਲ ਜਾਊਗੀਆਂ, ਸਾਰਿਆਂ ਦਾ ਯੋਗਦਾਨ ਹੈ ਇਹਦੇ ਵਿੱਚ। ਇਸੇ ਕਰਕੇ ਭਾਜੀ ਤੁਸੀਂ ਇਹਦੇ ਬਾਰੇ ਆਪਣਾ ਚਾਨਣਾ ਪਾਓ ਵੀ ਕੀ ਇਹ ਲਹਿਰ ਦੇ ਬਾਰੇ ਚ ਇੱਕ ਮੂਵ ਬਣ ਜਾ ਰਿਹਾ ਪੰਜਾਬੀਆਂ ਦਾ, ਇਹਨੂੰ ਜੇ ਸਾਂਭਿਆ ਜਾਵੇ, ਲੀਡਰ ਇਕੱਠੇ ਹੋ ਕੇ ਚੱਲਣ ਤਾਂ ਇੱਕ ਚੰਗੀ ਦਿਸ਼ਾ ਵੱਲ ਨੂੰ ਵੀ ਹੋ ਸਕਦਾ। ਇੱਕ ਆਸ ਵੱਜਦੀ ਦਿੱਤੀ ਹੈ ਭਾਜੀ। ਪਹਿਲਾਂ ਤੁਸੀਂ ਇੱਕ ਆਪਾਂ ਸਿੱਧੂ ਵਾਲੀ ਗੱਲ ਕੀਤੀ ਸੀਗੀ, ਤੁਸੀਂ ਉਹਦੇ ਤੇ ਥੋੜਾ ਜਿਹਾ ਚਾਨਣ ਪਾਓ ਕਿ ਵੀ ਪਿਛਲੇ ਦਿਨਾਂ ਦੇ ਵਿੱਚ ਬੜੀ ਗੱਲ ਚੱਲੀ ਸੀਗੀ ਕਿ ਸਿੱਧੂ ਹੁਣ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਰਹੇ ਹਾਂ ਆਪਾਂ, ਕਿ ਉਹ ਹੁਣ ਬੀਜੇਪੀ ਜੁਆਇਨ ਕਰ ਸਕਦਾ ਹੈ, ਕਿਉਂਕਿ ਕਈ ਬਹੁਤ ਮੈਂ ਕਹਿੰਦਾ ਕਿ ਕਾਫੀ ਡਿਟੇਲ ਦੇ ਵਿੱਚ ਇਹ ਗੱਲ ਚੱਲੀ ਹੈ
ਤੇ ਲੋਕਾਂ ਨੂੰ ਪੂਰੀ ਉਮੀਦ ਸੀਗੀ ਕਿ ਜਿਸ ਹਿਸਾਬ ਨਾਲ ਬੀਜੇਪੀ ਪੰਜਾਬ 'ਚ ਪੈਰ ਪਸਾਰ ਰਹੀ ਹੈ ਤੇ ਨਵਜੋਤ ਸਿੱਧੂ ਉਹਨਾਂ ਦਾ ਅਗਲਾ ਲੀਡਰ ਹੋ ਸਕਦਾ। ਹੁਣ ਇਹ ਸਾਰੇ ਤੋਂ ਬਾਅਦ ਕੀ ਲੱਗਦਾ ਤੁਹਾਨੂੰ ਕਿ ਵੀ ਉਧਰ ਝਾਕਿਆ ਜਾ ਸਕਦਾ ਹੈ ਕਿ ਹਜੇ ਵੀ ਇਹ ਆਸਾਰ ਹੈਗੇ ਨੇ? ਉਹ ਦੇਖੋ ਗੁਰਵਿੰਦਰ ਸਿੰਘ ਜੀ, ਤੁਸੀਂ ਵੀ ਦੇਖਦੇ ਆ, ਆਪਾਂ ਪੰਜਾਬ ਵਾਲੇ ਮੀਡੀਆ ਨੂੰ ਕਈ ਗੱਲਾਂ ਦਾ ਡਰ ਹੁੰਦਾ। ਕੁਛ ਇੱਕ ਜਿਹੜੇ ਫੁੱਲ ਟਾਈਮ ਮੀਡੀਆ ਵਾਲੇ, ਜਦੋਂ ਹੁਣ ਆਪਾਂ ਆਪਣੇ ਕੰਮ ਕਾਰ ਆ, ਬਿਜ਼ਨਸ ਆ, ਦੇਖਣ ਵਾਲੇ ਨੂੰ ਵੀ ਅਸੀਂ ਦੱਸ ਦਈਏ ਸਾਨੂੰ ਵੋਟਾਂ ਦੀ ਵੀ ਲੋੜ ਨਹੀਂ ਇੱਥੇ ਬਾਹਲੀ ਗੱਲ। ਉਹਨਾਂ ਨੂੰ ਕਈ ਵਾਰੀ ਭਾਜੀ ਖਬਰ ਬਣਾਉਣੀ ਮੈਨੂੰ ਹਾਸਾ ਆਉਂਦਾ। ਉਹਨਾਂ ਨੂੰ ਕਈਆਂ ਨੂੰ ਚੰਗਾ ਨਹੀਂ ਲੱਗਣਾ, ਉਹ ਮੀਡੀਆ ਵਾਲਿਆਂ ਨੂੰ ਜਿਹੜੇ ਫੁੱਲ ਟਾਈਮ ਕਰਦੇ ਵੀ ਆ। ਕਈ ਵਾਰੀ ਨਿੱਕੇ ਅੱਜ ਜੀ ਸਿੱਧੂ ਏਦਾਂ ਹਿੱਲੇ, ਅੱਜ ਸਿੱਧੂ ਸਾਹਿਬ ਭਾਰਤੀ ਜਨਤਾ ਪਾਰਟੀ ਜਾ ਸਕਦੇ ਆ, ਅੱਜ ਸਿੱਧੂ ਸਾਹਿਬ ਇੱਧਰ ਜਾ, ਉਹਨੂੰ ਵਿਚਾਰੇ ਨੂੰ ਪਤਾ ਵੀ ਨਹੀਂ, ਮੇਰੇ ਖਿਆਲ ਤਾਂ ਨਹੀਂ ਪਤਾ ਹੋਊਗਾ। ਅੱਜ ਸਿੱਧੂ ਆਮ ਆਦਮੀ, ਮੈਂ ਦੇਖ ਕੇ ਭਾਜੀ ਉਹ ਪੜਦਾ ਹੀ ਨਹੀਂ ਹੁੰਦਾ ਵੀ ਇਹਨਾਂ ਨੇ ਇੱਕ ਖਬਰ ਬਣਾਉਣ ਲਈ ਨਾ ਹੈਡਿੰਗ ਬਣਾ ਕੇ ਥੱਲੇ ਕੀ ਖਿਆਲ ਤੁਹਾਡਾ ਉਹ ਏਦਾਂ ਬਣਾਇਆ ਹੁੰਦਾ। ਪਰ ਇੱਕ ਵਾਰੀ 2 ਮਹੀਨੇ ਪਹਿਲਾਂ ਮਿਸਿਸ ਨਵਜੋਤ ਕੌਰ ਸਿੱਧੂ ਜਿਹੜਾ ਡਾਕਟਰ ਹੈ, ਉਹਨਾਂ ਦੀ ਵਾਈਫ, ਉਹਨਾਂ ਨੇ ਇਹ ਕਿਹਾ ਸੀ ਵੀ ਜੇ ਅਕਾਲੀ ਦਲ ਬਾਹਰ ਆ ਜਾਊਗਾ ਤੇ ਉਹਦਾ ਇਸ਼ਾਰਾ ਇਹ ਸੀ ਵੀ ਸ਼ਾਇਦ ਇਹ ਜਿੱਥੇ ਜਾਂਦਾ ਆ ਉਹ ਪਾਰਟੀ ਨੂੰ ਘੁਣ ਲਾਉਂਦਾ ਆ। ਪਤਾ ਨਹੀਂ ਜਿੱਦਾਂ ਆਪਣੀ ਆਪਣੀ ਥਿੰਕਿੰਗ ਆ ਵੀ ਜੇ ਬਾਹਰ ਸ਼ਾਇਦ ਅਸੀਂ ਚੱਲ ਜਾਈਏ। ਉੱਥੋਂ ਫਿਰ ਲੋਕਾਂ ਨੂੰ ਡਰ ਲੱਗਦਾ, ਜਿੱਦਾਂ ਹੁਣ ਕੱਲ ਤੋਂ ਵੀ ਲੋਕਾਂ ਨੇ ਅੱਗੇ, ਜਿੱਦਾਂ ਸਿੱਧੂ ਦੀ ਬਹੁਤ ਜ਼ਿਆਦਾ ਥੱਲੇ ਲਾਈਕਿੰਗ ਹੁੰਦੀ ਆ, ਪਰ ਲੋਕਾਂ ਨੇ ਕਮੈਂਟ ਕਰ ਰਹੇ ਆ ਕੁਛ ਦਿਨਾਂ ਤੋਂ ਵੀ ਇਹਦਾ ਵੀ ਕੁਛ ਇੱਕ ਪਤਾ ਨਹੀਂ ਹੈਗਾ ਜਾਂ ਕਿੱਦਾਂ ਵੀ। ਪਰ ਉਹ ਹਰ ਵੇਲੇ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ, ਮੈਂ ਏਦਾਂ ਆ ਵੀ ਜਿੱਦਾਂ ਕਿ ਜਿਹੜੀ ਸਪਿਰਿਟ ਜਿਹੜੀ ਉਹਦੀ ਆ ਦੇਸ਼ ਦੇ ਲਈ ਜਾਂ ਪੰਜਾਬ ਦੇ ਲਈ ਹੈਗੀ ਆ, ਕਿਉਂਕਿ ਗੇਮ ਦੇ ਵਿੱਚੋਂ ਵੀ ਗਿਆ। ਉਹੀ ਕਰਕੇ ਮੈਂ ਅੱਜ ਹੁਣ ਇਹ ਬੇਨਤੀ ਕਰ ਰਿਹਾ ਜੀ, ਅਸੀਂ ਤਾਂ ਏਦਾਂ ਦੀ ਕੋਈ ਗੱਲ ਹੈ ਨਹੀਂ ਵੀ ਅਸੀਂ ਬਹੁਤ ਲੈਣਾ, ਸਾਨੂੰ ਬਹੁਤ ਜ਼ਿਆਦਾ ਕਮੈਂਟ ਜਾਂ ਵਿਊ ਮਿਲੇ, ਪਰ ਅਸੀਂ ਸਾਂਝ ਪਾਉਣੀ ਚਾਹੁੰਦੇ। ਜਿੱਦਾਂ ਆਪਾਂ ਪ੍ਰੋਗਰਾਮ ਦੇ ਨਾਂ ਦਾ ਖਬਰਾਂ ਦੀ ਸਾਂਝ ਆ, ਤੁਹਾਡੇ ਸਾਰਿਆਂ ਦੇ ਵਿਚਾਰ ਤੁਸੀਂ ਕਮੈਂਟ ਲਿਖ ਸਕਦੇ ਆ ਵੀ ਜੇ ਇਹ ਸਿੱਧੂ ਸਿੱਧਾ ਹੋ ਕੇ ਚੱਲੂਗਾ ਤਾਂ ਬਹੁਤ ਕੁਝ ਹੋ ਜਾਊਗਾ। ਜੇ ਝਾਕ ਰੱਖੂਗਾ ਵੀ ਮੈਂ ਦੇਖਾਂ 3-4 ਦਿਨ ਦੇਖੀ ਗਿਆ ਵੀ ਭਾਰਤੀ ਜਨਤਾ ਪਾਰਟੀ ਦਾ ਰੁਖ ਕਿੱਧਰ ਨੂੰ ਆ, ਕਿਸਾਨਾਂ ਦਾ ਰੁਖ ਕਿੱਧਰ ਨੂੰ ਆ, ਤੇ ਬਾਕੀ ਜਿਹੜੇ ਹੈਗੇ ਕਾਂਗਰਸ ਦਾ ਕਿੱਧਰ ਨੂੰ ਆ, ਫੇਰ ਤਾਂ ਵੀ ਜਿਹੜੀ ਲੋਕਾਂ ਨੂੰ ਸ਼ੱਕ ਹੁੰਦੀ, ਲੋਕੀ ਹੁਣ ਸਮਝਦਾਰ ਹੋ ਗਏ ਆ, ਜ਼ਿਮੀਦਾਰ ਵੀ ਪੜ੍ਹਿਆ ਲਿਖਿਆ ਹੋ ਗਿਆ ਆ, ਕਿਸਾਨ ਵੀ, ਮਜ਼ਦੂਰ ਵੀ, ਹਰੇਕ ਨੂੰ ਆਈਫੋਨ ਵੀ ਚਲਾਉਣਾ ਆ ਗਿਆ। ਕਾਫੀ ਸਾਰੀਆਂ ਜਿਹੜੇ ਫੋਨਾਂ ਦੀ ਤੇ ਖਬਰਾਂ ਦੇ ਜਿਹੜਾ ਉਹ ਮੰਡੀ ਜਿਹੜੀ ਹੈ ਇੰਡੀਆ ਵੀ, ਪੰਜਾਬ ਵੀ, ਖਾਸ ਕਰਕੇ ਇੰਟਰਨੈਸ਼ਨਲ, ਹੋਰ ਕਰਕੇ ਪੰਜਾਬ ਖਾਸ ਕਰਕੇ ਬਾਹਰਲੇ ਦੇਸ਼ਾਂ ਨਾਲ ਜੁੜ ਕੇ ਕਾਫੀ ਕੁਝ ਸਿੱਖ ਰਿਹਾ ਸਾਡਾ ਯੂਥ ਜਿਹੜਾ ਅਗਲਾ ਵੀ ਆ। ਉਹ ਯੂਥ ਨੇ ਵੀ ਕੱਲ ਦੀਆਂ ਤਿਆਰੀਆਂ ਕਰ ਲਈਆਂ ਸੀ। ਉਹਨਾਂ ਨੂੰ ਵੀ ਬੇਨਤੀ ਕਰਦੇ ਵੀ ਅਗਰੈਸਿਵ, ਗੁੱਸੇ ਨਹੀਂ ਹੋਣਾ, ਬਚਣਾ ਇਸ ਗੱਲ ਤੋਂ। ਪਾਣੀ ਕੋਲ ਰੱਖੋ, ਪਾਣੀ ਦੀਆਂ ਬੋਤਲਾਂ ਕੋਲ ਲਿਜਾਓ, ਕੁਛ ਵੀ ਹੋ ਸਕਦਾ। ਬੜੇ ਸਹਿਜ ਦੇ ਨਾਲ ਚੱਲਣਾ ਪੈਣਾ, ਉਹਦੇ ਵਿੱਚ ਲੰਬੀ ਜਿੱਤ ਹੋ ਸਕਦੀ। ਭਾਜੀ ਸਿੱਧੂ ਬਾਰੇ ਮੈਂ ਫੇਰ ਇਹੀ ਦੱਸ ਰਿਹਾ, ਜਿਹੜੇ ਬੰਦੇ ਆਪਣੀਆਂ ਥੋੜੀਆਂ ਹਉਮੈ ਤਿਆਗ ਕੇ, ਸਿਮਰਜੀਤ ਬੈਂਸ ਜਿਹੜੇ ਬ੍ਰਦਰ ਆ, ਜਾਂ ਖਹਿਰਾ ਸਾਹਿਬ ਹੈਗੇ ਆ, ਕੁਛ ਇੱਕ ਜਿਹੜੇ ਗਾਂਧੀ ਸੀ ਪਹਿਲਾਂ, ਮਿਸਟਰ ਗਾਂਧੀ, ਤੇ ਜਿਹੜੇ ਹੱਕਾਂ 'ਚ ਬੋਲਣ ਵਾਲੇ ਹੈਗੇ ਆ ਲਾਈਕ ਮਾਈਂਡਡ ਬੰਦੇ, ਤੇ ਉਹਨਾਂ ਤੋਂ ਨਾਲ ਜੇ ਇਕੱਠੇ ਹੋ ਕੇ ਉਧਰੋਂ ਕਿਸਾਨਾਂ ਦੇ ਵਿੱਚੋਂ ਹੁਣ ਭਾਜੀ ਮੂਵ ਪਰਸੋਂ ਨੂੰ ਦਿਸ ਹਿੱਦੇ ਨਿਕਲ ਆਣੇ ਆ ਵੀ ਕਿੱਧਰ ਨੂੰ ਜਿਹੜੇ ਜਾਂਦੇ ਦਿਸ ਹਿੱਦੇ ਪੰਜਾਬ ਦੇ ਪੋਲਿਟਿਕਸ ਦੇ ਆਉਣ ਵਾਲੇ। ਤੇ ਇਹ ਨਵੇਂ ਮੂਵ ਨੂੰ ਸਾਂਭ ਵੀ ਲੈਣਾ ਚਾਹੀਦਾ, ਸਾਰਿਆਂ ਨੂੰ ਸਹਿਯੋਗ ਵੀ ਕਰਨਾ ਚਾਹੀਦਾ। ਇੱਕ ਬੜੀ ਬਹੁਤ ਚੰਗੀ ਖਬਰ ਆ ਰਹੀ ਸੀ ਅੱਜ, ਆਪਾਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਦੇਖਿਆ, ਆਮ ਇੱਕ ਖਬਰ ਚੱਲ ਰਹੀ ਸੀ, ਆਮ ਜਿਹੜਾ ਚੱਲ ਰਿਹਾ ਬਈ ਜਿਹੜੀਆਂ 25-30 ਪਾਰਟੀਆਂ ਇਹਨਾਂ ਨੇ ਆਪਣੇ ਤੌਰ ਤੇ ਇਕੱਠੇ ਹੋ ਕੇ ਨਹੀਂ, ਉਹਨਾਂ ਨੇ ਕਿਹਾ ਵੀ ਅਸੀਂ ਇਸ ਇਲਾਕੇ ਦੇ ਵਿੱਚ ਆਹ ਲਾਈਨਾਂ ਜਿਹੜੀਆਂ ਟ੍ਰੇਨ ਦੀਆਂ ਕਵਰ ਕਰਾਂਗੇ। ਦੂਜਿਆਂ ਨੇ ਉਹਨਾਂ ਨੂੰ ਫੋਨ ਕਰਕੇ ਤੁਸੀਂ ਇੱਧਰ ਕਵਰ ਕਰ ਦਿਓ, ਦੂਜਿਆਂ ਨੇ ਕਿਹਾ ਵੀ ਨਹੀਂ ਅਸੀਂ ਅੰਮ੍ਰਿਤਸਰ ਕਰਾਂਗੇ। ਇਹ ਇੱਕ ਬਹੁਤ ਚੰਗਾ ਮਲਾਪੜਾ ਸੁਝਾਅ ਜਿਹੜਾ ਚੱਲ ਰਿਹਾ ਲੋਕਾਂ ਦਾ, ਇਹ ਇੱਕ ਬਹੁਤ ਸਲਾਹੁਣਯੋਗ ਆ। ਪਰ ਬੇਨਤੀ ਸਾਡੀ ਇਹੀ ਆ ਵੀ 2-3 ਦਿਨ ਕਵਰ ਕਰ ਦਿਓ, ਲੀਡਰ ਤੁਹਾਡੇ ਮਗਰ ਲਾਉਣਗੇ। ਲੋਕੋ ਆਪਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਭਾਜੀ, ਤੁਸੀਂ ਵੀ ਇਹਦੇ ਬਾਰੇ ਆਪਣਾ ਥੋੜਾ ਸ਼ੇਅਰ ਕਰੋ। ਇਹ ਬਿਲਕੁਲ ਜੀ, ਜਿਸ ਹਿਸਾਬ ਨਾਲ ਮੋਰਚਾ ਚੱਲ ਰਿਹਾ ਬੜੀ ਚੜ੍ਹਦੀ ਕਲਾ 'ਚ ਆ, ਜਿਸ ਹਿਸਾਬ ਨਾਲ ਬੰਦੇ ਵੀ ਜੁੜੇ ਨੇ, ਕੱਲ ਕਈ ਸਿੰਗਰ ਵੀ ਆਏ ਨੇ, ਕੰਵਰ ਗਰੇਵਾਲ, ਹੋਰ ਜਸ ਬਾਜਵਾ, ਦੀਪ ਸਿੱਧੂ, ਬਹੁਤ ਸਾਰੇ ਹੋਰ ਵੀ ਨੇ ਜਿਹੜੇ ਗਰਾਊਂਡ ਤੇ ਆ ਕੇ ਨਾਲ ਜੁੜ ਰਹੇ ਨੇ ਲੋਕਾਂ ਦੇ। ਤੇ ਡੈਫੀਨੇਟਲੀ ਜਿੱਥੇ ਤੱਕ ਰਹੀ ਸਿੱਧੂ ਦੀ ਗੱਲ ਜਾਂ ਫਿਰ ਬੀਜੇਪੀ ਦੀ, ਮੈਨੂੰ ਹੁਣ ਥੋੜਾ ਜਿਹਾ ਲੱਗਦਾ ਕਿ ਵੀ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਵਿੱਚ ਹੁਣ ਜਿਹੜਾ ਵੀ ਉਹ ਉਧਰ ਜਾਊਗਾ ਹੱਥ ਸਿੱਕਣ ਵਾਲਾ ਕੰਮ ਹੋਊਗਾ ਕਿ ਪੰਜਾਬ ਦੇ ਵਿੱਚ ਖਾਸ ਤੌਰ ਕੇ, ਕਿਉਂਕਿ ਬੀਜੇਪੀ ਜੇ ਤਾਂ ਕਿਸੇ ਲੋਕਲ, ਮੈਂ ਕਹਾਂ ਕਿ ਕੋਈ ਲੋਕਲ ਜਾਂ ਕੋਈ ਕਿਸੇ ਗਲੀ ਦੇ ਲੀਡਰ ਨੇ ਵੀ ਇਹਨੂੰ ਸਪੋਰਟ ਨਹੀਂ ਕੀਤਾ। ਉਹਨੇ ਵੀ ਫਾਰਮ ਬਿੱਲ ਨੂੰ ਸਪੋਰਟ ਕੀਤਾ ਜਾਂ ਲੋਕਾਂ ਨੂੰ ਸਪੋਰਟ ਨਹੀਂ ਕੀਤਾ। ਉਹ ਓਪਨਲੀ ਕਰ ਰਹੇ ਨੇ। ਕੱਲ ਸੰਗਰੂਰ ਦੇ ਵਿੱਚ ਅਸੀਂ ਦੇਖ ਰਹੇ ਸੀਗੇ ਕੋਈ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੇ ਪ੍ਰੈਸ ਕਾਨਫਰੰਸ, ਜਦ ਵਿੱਚ ਬੜਾ ਅਫਸੋਸ ਹੁੰਦਾ ਕਿ ਕਈ ਸਾਬਤ ਸੂਰਤ ਦਾੜੀ ਵਾਲੇ, ਪੱਗਾਂ ਵਾਲੇ ਲੋਕ ਸੀਗੇ ਤਾਂ ਬਾਹਰ ਉਹਨਾਂ ਦਾ ਵਿਰੋਧ ਕੀਤਾ ਗਿਆ। ਪਰ ਚਲੋ ਉਹਨਾਂ ਦੇ ਕੋਲ ਸਰਕਾਰ ਹੈ, ਪੁਲਿਸ ਦਾ ਘੇਰਾ ਸੀਗਾ ਉਹਨਾਂ ਨੂੰ ਬਚਾਉਣ ਦੇ ਲਈ।
ਮਗਰ ਲੋਕ ਜਿਹੜੇ ਸੀਗੇ ਉਹਨਾਂ ਨੇ ਸ਼ਾਂਤੀਪੂਰਵਕ ਉਹਨਾਂ ਨੂੰ ਨਾਰੇ ਲਾ ਕੇ ਉਹਨਾਂ ਦਾ ਵਿਰੋਧ ਕੀਤਾ। ਬਟ ਡੈਫੀਨੇਟਲੀ ਰਾਜਨੀਤੀ ਦੇ ਵਿੱਚ ਕੁਝ ਵੀ ਪੋਸੀਬਲ ਆ। ਅਸੀਂ ਕੋਈ ਉਹ ਕਹਿੰਦੇ ਨਾ ਕਿਆਸ ਨਹੀਂ ਲਾਉਂਦੇ, ਕਿਉਂਕਿ ਇਹਨਾਂ ਲੋਕਾਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿੱਧਰ ਨੂੰ ਪਲਟੀ ਮਾਰ ਜਾਣ, ਬਿਲਕੁਲ ਆਪੋਜ਼ਿਟ ਚੱਲ ਜਾਂਦੇ ਨੇ। ਬਟ ਫਿਲਹਾਲ ਦੀ ਜਿਹੜੀ ਹਵਾ ਆ, ਕਿਉਂਕਿ ਹਵਾ ਦੇਖਦੇ ਹੁੰਦੇ ਨੇ, ਸ਼ਾਇਦ ਸਿੱਧੂ ਵੀ ਮੈਨੂੰ ਜ਼ਿਆਦਾਤਰ ਤੇ ਇਹ ਲੱਗਦਾ ਅੰਦਾਜ਼ਾ ਕਿ ਸ਼ਾਇਦ ਇਸੇ ਦਾਅ ਵਿੱਚ ਬੈਠਾ ਹੋਊਗਾ। ਬਟ ਇਹਨੇ ਸ਼ਾਇਦ ਇਹ ਜਿਹੜਾ ਜੋ ਕੁਝ ਹੋਇਆ ਆ ਉਹਦੀਆਂ ਵੀ ਸ਼ਾਇਦ ਉਮੀਦਾਂ ਨਹੀਂ ਉੱਤੇ ਖਰੀਆਂ ਉਤਰੀਆਂ। ਤੁਹਾਨੂੰ ਮਜਬੂਰੀ ਦੇ ਵਿੱਚ ਆ ਕੇ ਉਹਨੂੰ ਬਾਹਰ ਆਉਣਾ ਪਿਆ, ਕਿਉਂਕਿ ਬਹੁਤ ਸਾਰੇ ਸਵਾਲ ਉੱਠਣੇ ਸੀਗੇ ਕਿ ਏਡਾ ਵੱਡਾ ਮੋਰਚਾ ਚੱਲ ਰਿਹਾ ਤੇ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਬੰਦੇ ਨੇ ਉਹ ਕਿੱਥੇ ਨੇ। ਤਾਂ ਡੈਫੀਨੇਟਲੀ ਉਹਨੂੰ ਆਉਣਾ ਪਿਆ। ਬਟ ਫਿਊਚਰ 'ਚ ਕੀ ਹੋਊਗਾ ਇਹ ਹੁਣ ਸਮਾਂ ਦੱਸੂਗਾ ਕਿ ਕਿੱਧਰ ਨੂੰ ਜਾਂਦਾ। ਬਟ ਮੈਨੂੰ ਲੱਗਦਾ ਹੁਣ ਘੱਟ ਤੋਂ ਘੱਟ ਇਮੀਡੀਏਟ ਤਾਂ ਹੱਥ ਨਹੀਂ ਕੋਈ ਸੇਕੂਗਾ। ਬਾਕੀ ਤਾਂ ਡਿਪੈਂਡ ਕਰੂਗਾ ਕਿ ਜਿਹੜੇ ਮੋਰਚਾ ਚਲਾਉਣ ਵਾਲੇ ਨੇ ਉਹ ਕੀ ਸੋਚਦੇ ਨੇ, ਉਹ ਕਿੱਧਰ ਨੂੰ ਜਾਂਦੇ ਨੇ, ਕਿਹੜੀ ਇਹਨੂੰ ਸ਼ੇਪ ਦਿੰਦੇ ਨੇ ਮੋਰਚੇ ਨੂੰ। ਕਿਉਂਕਿ ਬਹੁਤ ਸਾਰੀ ਮੀਡੀਆ 'ਚ ਵੀ ਗੱਲ ਹੋ ਰਹੀ, ਤੁਸੀਂ ਵੀ ਇਹ ਗੱਲ ਕੀਤੀ ਹੈ ਕਿ ਜੋ ਰਾਜਨੀਤੀ ਭਾਰਤ ਦੀ ਰਹੀ ਹੈ ਕਿ ਵਿੱਚ ਬੰਦੇ ਪਾ ਕੇ ਚੀਜ਼ਾਂ ਨੂੰ ਡੀਰੇਲ ਕੀਤਾ ਜਾਂਦਾ ਆ, ਮੋਰਚਿਆਂ ਨੂੰ ਡੀਰੇਲ ਕੀਤਾ ਜਾਂਦਾ ਆ, ਤਾਂ ਉਹਨਾਂ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਹਿਸਾਬ ਨਾਲ ਰਾਜਨੀਤਿਕ ਵੀ ਪਾਰਟੀਆਂ ਨੇ ਉਹ ਆਪਣਾ ਤੰਬੂ ਚੱਕੀ ਫਿਰਦੇ ਨੇ, ਨਾਲ ਨਹੀਂ ਖੜ ਰਹੇ ਕਿਸਾਨਾਂ ਦੇ। ਉਹਨਾਂ ਦੇ ਬਹੁਤ ਸਾਰਾ ਯੂਥ ਹਜੇ ਵੀ ਕਾਫੀ ਜਾ ਵੀ ਰਿਹਾ ਹੈ, ਬਟ ਬਹੁਤ ਸਾਰੇ ਲੋਕ ਹਜੇ ਕਿਸਾਨ ਯੂਨੀਅਨਾਂ ਵੀ ਕਹਿ ਰਹੀਆਂ ਵੀ ਜਿਹੜੀ ਸਾਡੀ ਸਟੇਜ ਆ, ਅਸੀਂ ਜਿਹੜੇ ਪੋਲੀਟੀਕਲ ਬੰਦਿਆਂ ਨੂੰ ਨਹੀਂ ਹੁਣ ਬੋਲਣ ਦੇਣਾ। ਦੇਖੋ ਉਹਨਾਂ ਦੀ ਅਵੇਅਰਨੈਸ ਔਰ ਉਹਨਾਂ ਦੀ ਖੜੋਤ ਜਿਹੜੀ ਆ, ਉਹਨਾਂ ਦੀ ਜਿਹੜੀ ਪਕੜ ਆ, ਜੇ ਏਦਾਂ ਹੀ ਰਹੀ ਤਾਂ ਬਹੁਤ ਨਿਖਾਰ ਆਊਗਾ, ਬਹੁਤ ਨਖੇੜਾ ਹੋ ਜਾਣਾ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇੱਕ ਕੋਨੇ 'ਚ ਖੂੰਜੇ ਗੁੱਠੇ ਲਾ ਸਕਦੇ ਜੇ ਸਾਰੇ ਰਲ ਕੇ ਚੱਲੂਗੇ। ਈਵਨ ਕਾਂਗਰਸ ਦਾ ਵੀ ਸੇਮ ਹੀ ਹਾਲ ਹੁੰਦਾ, ਲੋਕੀ ਇਹੀ ਕਹਿੰਦੇ, ਆਮ ਆਦਮੀ ਪਾਰਟੀ ਦਾ ਵੀ ਇਹੀ ਹਾਲ ਹੁੰਦਾ। I am sorry to say that, but very honest ਜਿਹੜੇ ਬੰਦੇ ਆ, ਹਾਂਜੀ honest ਜਿਹੜੇ ਬੰਦੇ ਆ ਉਹ ਸਾਹਮਣੇ ਹੁਣ ਨਿਕਲਣਗੇ। ਮੈਂ ਚਾਹੁੰਦਾ ਜਿਹੜੇ ਕਿਸਾਨਾਂ ਦੇ ਵਿੱਚੋਂ ਵੀ ਲੈਣੇ ਚਾਹੀਦੇ ਆ, ਔਰ ਇਦਾਂ ਦਾ ਇੱਕ ਇਹਨਾਂ ਨੂੰ ਯੂਥ ਨੂੰ ਜਿਹੜਾ ਤੁਸੀਂ ਅੱਗੇ ਕਹਿੰਦੇ ਹੁੰਦੇ ਰਿਲੀਜੀਅਸ ਦੇ ਵਿੱਚ ਵੀ ਯੂਥ ਨੂੰ ਵੀ ਯੋਗਦਾਨ ਦੇਣਾ ਚਾਹੀਦਾ। ਜਿਹੜਾ ਗਾਉਣ ਵਾਲਾ ਤਬਕਾ ਸੀ, ਜਿਹੜਾ ਗਾਉਂਦਾ ਪੰਜਾਬ ਸੀ, ਜਿਹੜਾ ਮੌਜਾਂ ਕਰਦਾ ਪੰਜਾਬ ਸੀਗਾ, ਜਿਹੜੇ ਕਿ ਮੱਕੀ ਤੇ ਰੋਟੀ ਤੇ ਸਰੋਂ ਦਾ ਸਾਗ ਦੀਆਂ ਗੱਲਾਂ ਹੁੰਦੀਆਂ ਸੀ, ਉਹ ਮਿੱਤਰੋ ਨਹੀਂ ਮਿਲਣੀਆਂ। ਖੁਸ਼ ਹੋ ਕੇ ਅੰਦਰ ਸਾਗ ਵੀ ਨਹੀਂ ਹੁਣ ਲੰਘਣਾ ਜਿੰਨਾ ਚਿਰ ਇਹ ਤੁਸੀਂ ਡਟ ਕੇ ਇਹਨਾਂ ਦਾ ਸਾਥ ਨਹੀਂ ਦਿੰਦੇ। ਮੈਂ ਸਹੀ ਦੱਸਦਾ ਭਾਜੀ ਤੁਹਾਨੂੰ, ਨਹੀਂ ਤਾਂ ਫਿਰ ਉਹ ਕਹਿੰਦੇ ਜੀ ਘਰ ਦੀ ਕੱਢੀ ਹੋਵੇ ਤੇ ਲਾ ਕੇ ਪੈਗ ਕਿੰਨੀ ਕੁ ਦੇਰ ਸੁੱਤੇ ਰਹੂਗਾ ਜਾਂ ਟੀਕੇ ਲਾ ਕੇ। ਤੁਹਾਡੇ ਤਾਂ ਹੁਣ ਜ਼ਮੀਨ ਖਿਸ ਗਈ, ਜ਼ਮੀਨਾਂ ਗਈਆਂ ਹੁਣ। ਜੇ ਹੁਣ ਬਣਾ ਜਾਗੇ ਮੌਤ ਤੱਕ ਦੀ, ਮਰਨ ਤੇ ਜੀਣ ਦੀ ਲੜਾਈ ਆ, ਪਰ ਚੱਲਣੀ ਪੈਣੀ ਏਦਾਂ ਆ ਵੀ ਕਿਸੇ ਤਰ੍ਹਾਂ ਵੀ ਜਿੱਦਾਂ ਅੱਗੇ ਮੂਵਮੈਂਟਾਂ ਫੇਲ ਕਰਦੇ ਹੀ ਆ ਸਾਰੀਆਂ, ਅਗਰੈਸਿਵ ਨਹੀਂ ਹੋਣਾ, ਬਿਲਕੁਲ ਨਹੀਂ ਹੋਣਾ। ਇਹਨੂੰ ਬੜੇ ਸਹਿਜ ਨਾਲ ਚੱਲਣਾ। ਆਪਣੇ ਜਿਹੜੇ ਮੁਖੀ ਤੁਸੀਂ ਚੁਣੇ ਉਹਨਾਂ ਦੇ ਕਹਿਣੇ 'ਚ ਰਹਿਣਾ ਆ। ਤੇ ਅਸੀਂ ਫੇਰ ਬੇਨਤੀ ਕਰਦੇ ਹਾਂ ਜਿਹੜੀਆਂ ਫੋਰਸ ਆ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕੁਛ ਥੋੜਾ ਬਹੁਤਾ। ਇਹ ਕਿਸੇ ਦੇ ਜਿਹੜੇ ਕੈਪੀਟਲਿਸਟ ਹੁੰਦੇ, ਤਾਨਾਸ਼ਾਹ ਬੰਦੇ ਹੁੰਦੇ ਜਿਹੜੇ ਚੱਲ ਰਹੇ ਆ ਮੁਗਲਾਂ ਦੇ ਰਾਜ ਵਾਂਗੂ, ਇਹਨਾਂ ਤੋਂ ਬਚ ਕੇ ਚੱਲੋ। ਜੋਬਾਂ ਜੁਬਾਂ ਵੀ ਕੁਛ ਨਹੀਂ ਹੁੰਦੀਆਂ, ਇਹ ਆਪਣੇ ਆਪ ਸਾਰਾ ਕੁਛ ਹੋ ਜਾਂਦਾ ਆ। ਜੇ ਤੁਸੀਂ ਪੰਜਾਬੀ ਉਹ ਇਕੱਠੇ ਹੋ ਕੇ ਹੁਣ ਚੱਲੋਗੇ, ਆਪਾਂ ਇਹ ਫੇਰ ਬੇਨਤੀ ਕਰਦੇ ਹਾਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚੋਂ ਸਾਰਾ ਕੁਝ ਨਿਕਲ ਸਕਦਾ। ਅਸੀਂ ਜਿੱਦਾਂ ਤੁਸੀਂ ਕਹਿੰਦੇ ਇੰਨਾ ਅੰਦਾਜ਼ਾ ਤਾਂ ਨਹੀਂ ਅਸੀਂ ਲਾ ਸਕਦੇ ਵੀ ਹੁਣੇ ਵੀ ਇਹ ਪਾਰਟੀ, ਪਰ ਇਸ ਵੇਲੇ ਤੋਂ ਜੇ ਇਹ ਨਿਗਾਹ ਆਪਣੀ ਮੰਜ਼ਿਲ ਸਿੱਧੀ ਕਰਕੇ ਚੱਲਣ ਤਾਂ 2022 ਦੇ ਵਿੱਚ ਕੁਝ ਤੁਸੀਂ ਹਾਸਲ ਕਰ ਪਾਓਗੇ। ਪਰ ਬੜਾ ਪੈਸਾ ਆ, ਸਰਮਾਇਆ ਆ, ਗਵਰਨਮੈਂਟ ਕੋਲ ਸਭ ਕੁਛ ਆ, ਇਹ ਕਿਸੇ ਵੇਲੇ ਵੀ ਬਦਲ ਦਿੰਦੇ ਆ। ਪਰ ਇਹ ਪਹਿਰਾ ਰੱਖਣਾ ਪੈਣਾ ਤੁਹਾਡੀ ਟੀਮ ਨੂੰ, ਸਾਰੇ ਲੋਕਾਂ ਜੀ। ਬਿਲਕੁਲ ਭਾਜੀ, ਬਿਲਕੁਲ। ਆਪਾਂ 2022 ਤਾਂ ਜੇ ਬਹੁਤ ਦੂਰ ਹੈ, ਆਪਾਂ ਤਾਂ ਜੇ ਹਫ਼ਤਾ ਤਾਂ ਛੱਡੋ, ਦਿਹਾੜੀ ਦੇ ਵਿੱਚ ਵੀ ਡੇਲੀ ਜਿਹੜੀਆਂ ਚੀਜ਼ਾਂ ਨੇ ਉਹ ਬਦਲ ਰਹੀਆਂ ਨੇ। ਹੁਣ ਡੈਫੀਨੇਟਲੀ ਬੀਜੇਪੀ ਜੋ ਸਰਕਾਰ ਦੇ ਵਿੱਚ ਹੈ, ਉਹ ਏਡੀ ਵੱਡੀ ਪੱਧਰ ਦੇ ਉੱਤੇ ਅਗਰ ਉਹ ਕਾਨੂੰਨ ਪਾਸ ਕਰ ਰਹੀ ਹੈ ਤਾਂ ਏਦਾਂ ਹੋ ਨਹੀਂ ਸਕਦਾ ਕੋਈ ਤਿਆਰੀ ਨਾ ਕੀਤੀ ਹੋਵੇ। ਹੁਣ ਜਦੋਂ ਜਿਹੜੇ ਲੋਕ 370 ਲਾ ਕੇ 1 ਸਾਲ ਤੋਂ ਵੱਧ ਹੋ ਚੁੱਕਾ ਲੋਕਾਂ ਨੂੰ ਡੱਕਿਆਂ ਨੂੰ ਘਰਾਂ ਦੇ ਵਿੱਚ, ਤਾਂ ਕੀ ਉਹਨਾਂ ਦੀ ਇਹ ਕਾਨੂੰਨਾਂ ਨੂੰ ਸੰਭਾਲਣ ਦੇ ਲਈ ਜਾਂ ਇਹਨਾਂ ਨੂੰ ਲਾਗੂ ਕਰਨ ਲਈ ਤਿਆਰੀ ਨਹੀਂ ਹੋਊਗੀ? ਡੈਫੀਨੇਟਲੀ ਹੋਣੀ ਹੈ ਤਿਆਰੀ। ਉਹ ਤਾਂ ਮੈਨੂੰ ਲੱਗਦਾ ਚਲੋ ਵੇਟ ਕਰ ਰਹੇ ਨੇ, ਕੁਝ ਕਰਕੇ ਅਗਲੇ ਕਰਨਗੇ। ਬਟ ਡੈਫੀਨੇਟਲੀ ਇਹ ਚੀਜ਼ਾਂ ਹੈਗੀਆਂ ਨੇ ਕਿ ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਜਾਗਰੂਕ ਰਹਿਣ ਦੀ ਲੋੜ ਆ, ਤੇ ਪਿੱਛੇ ਹਟਣ ਦੀ ਨਹੀਂ ਚਾਹੀਦਾ ਉਹਨਾਂ ਨੂੰ। ਬਕਾਇਦਾ ਆਪਣਾ ਦ੍ਰਿੜ ਨਿਸ਼ਚੈ ਕਰਕੇ ਆਪਾਂ ਕਹਿ ਦਈਏ ਕਿ ਪੂਰਾ ਹੌਸਲਾ ਕਰਕੇ ਉਹਨਾਂ ਨੂੰ ਖੜਨਾ ਚਾਹੀਦਾ ਆ।
ਤਾਂ ਜਿੱਦਾਂ ਉਹ ਖੜੇ ਵੀ ਨੇ। ਬਾਕੀ ਤੁਸੀਂ ਕੀਤੀ ਪਾਰਟੀਆਂ ਦੀ ਗੱਲ ਕਿ ਵੀ ਉਹਨਾਂ ਨੇ ਸਟੇਜਾਂ ਨਹੀਂ ਦੇਣੀਆਂ, ਮੈਂ ਐਗਰੀ ਕਰਦਾ, ਬਟ ਇੱਥੇ ਪੋਲੀਟੀਕਲ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਜ਼ਰੂਰੀ ਨਹੀਂ ਤੁਹਾਨੂੰ ਸਟੇਜਾਂ ਹਾਜ਼ਰੀ ਹੁੰਦੀ ਹੈ, ਕਿਤੇ ਨਾਲ ਖੜਨ ਦੇ ਨਾਲ ਹਾਜ਼ਰੀ ਹੁੰਦੀ ਹੈ। ਤੁਹਾਡੇ ਕੋਲ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਵਰਕਰਸ ਨੇ, ਉਹ ਲੈ ਕੇ ਉੱਥੇ ਪਹੁੰਚੋ, ਜ਼ਰੂਰੀ ਨਹੀਂ ਕਿ ਸਟੇਜ ਤੋਂ ਬੋਲ ਕੇ ਆਉਂਦਾ। ਉਹਨਾਂ ਨੇ ਇੱਥੇ ਮੈਂ ਐਡ ਕਰਦੇ ਆ, ਉੱਥੇ ਲੱਗ ਰਿਹਾ ਉਹਨਾਂ ਨੇ ਕਹਿਤਾ ਵੀ ਤੁਸੀਂ ਸਾਡੇ ਮੋਰਚੇ ਦੇ ਵਿੱਚ ਐਜ ਆਮ ਜਨਤਕ ਆਮ ਆਦਮੀ ਈਵਨ ਵਿਦ ਫੋਰਸ ਵੀ ਆ ਸਕਦੇ ਆ। ਗੱਲ ਤਾਂ ਹੋਈ ਹੈ ਕਿ ਹਰ ਥਾਂ ਤੇ ਜਾ ਕੇ ਜਥੇਦਾਰੀ ਨਹੀਂ ਕਰਨੀ ਹੁੰਦੀ ਕਿ ਜਿੱਦਾਂ ਸਾਡੇ ਆ ਬਹੁਤ ਸਾਰੀਆਂ ਜਥੇਬੰਦੀਆਂ ਸਿੱਖਾਂ ਦੇ ਵਿੱਚ ਵੀ ਹੈਗੀਆਂ ਨੇ ਕਿ ਅਸੀਂ ਗੁਰਦੁਆਰੇ ਉਦਣ ਜਾਣਾ ਜਿੱਦਣ ਸਾਨੂੰ ਮਾਈਕ ਮਿਲੂਗਾ, ਉਹ ਕੀਰਤਨ ਵਾਲੇ ਦਿਨ ਜਾਂਦੇ ਨਹੀਂ ਹੈਗੇ। ਜੇ ਕਿਸੇ ਦਾ ਲੰਗਰ ਆ ਤਾਂ ਫੇਰ ਚੱਲ ਜਾਣਾ, ਹਾਂਜੀ ਉਹਦੇ ਮੂੰਹ ਮੁਲਾਜੇ ਨੂੰ ਲੰਗਰ ਹੈ ਤੇ ਜਾਣਾ ਕਿ ਵੀ ਆ ਗੁਰਦੁਆਰੇ ਜਾਣਾ ਕਿ ਸਾਡੇ ਰਿਸ਼ਤੇਦਾਰ ਦਾ ਲੰਗਰ ਹੈ। ਤੇ ਇਹ ਹੈ ਕਿ ਤੁਹਾਨੂੰ ਜਾ ਕੇ ਉੱਥੇ ਖੜਨ ਦੀ ਲੋੜ ਹੈ, ਨਾਲ ਉਹਨਾਂ ਦੇ ਖੜਨ ਦੀ ਲੋੜ ਹੈ, ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਦੀ ਲੋੜ ਹੈ। ਜੇ ਤੁਹਾਡੇ ਵਿੱਚ ਤੁਹਾਡਾ ਨਾਮ ਹੈ, ਤੁਹਾਡੀ ਫੇਸ ਵੈਲਿਊ ਹੈ, ਤਾਂ ਕਮਿਊਨਿਟੀ ਵਿੱਚ ਜਾਂ ਫਿਰ ਇਹ ਪੰਜਾਬ ਵਿੱਚ ਤੁਹਾਡੀ ਇੱਜ਼ਤ ਹੈ, ਉੱਥੇ ਬੈਠੇ ਬੈਠੇ ਵੀ ਕੈਮਰੇ ਨੇ ਤੁਹਾਨੂੰ ਕਵਰ ਕਰ ਲੈਣਾ, ਤੁਹਾਡੀਆਂ ਤਸਵੀਰਾਂ ਆ ਜਾਣੀਆਂ ਨੇ, ਤੁਹਾਨੂੰ ਬੋਲਣ ਦੀ ਲੋੜ ਨਹੀਂ ਪੈਣੀ। ਜ਼ਰੂਰੀ ਨਹੀਂ ਕਿ ਬੋਲ ਕੇ ਤਸਵੀਰਾਂ ਆਉਣੀਆਂ ਨੇ, ਭੀੜ 'ਚ ਬੈਠੇ ਵੀ ਤੁਸੀਂ ਦਿਸ ਜਾਓਗੇ। ਉਹਨਾਂ ਦੇ ਆਪਣੇ ਚੈਨਲ ਆ ਜੀ, ਇਹਨਾਂ ਲੀਡਰਾਂ ਦੇ ਆਪਣੇ ਚੈਨਲ ਆ, ਆਪਣਾ ਸਾਰਾ ਕੁਝ ਉਹਨੇ ਆਪੇ ਲੈਣ। ਹਾਂ ਬਿਲਕੁਲ, ਮਗਰ ਜੇ ਗੱਲ ਉਹੀ ਹੈ ਕਿ ਜਿੱਦਾਂ ਬੀਬੀ ਤਲਵੰਡੀ ਸਾਬੋ ਵਾਲੀ ਕਰਦੀ ਹੈ, ਉਹ ਟਰੈਕਟਰਾਂ ਦੀ ਰੈਲੀ ਲਾ ਕੇ ਗਈ ਹੈ ਤਾਂ ਉੱਪਰ ਖੜੀ ਹੈ, ਮਤਲਬ ਕਿ ਦੰਦੀਆਂ ਕੱਢਣ ਡਈ ਹੈ, ਤਾਂ ਉਹ ਮੈਂ ਭਾਜੀ ਕਹਿਣੇ ਹੀ ਲੱਗਾ ਸੀਗਾ ਬਈ ਉਧਰੋਂ ਦਿੱਲੀ ਤੋਂ ਆਪਣੇ ਸਰਦਾਰਨੀ ਸਿਮਰਤ ਕੌਰ ਬਾਦਲ ਤੇ ਬਾਦਲ ਸਾਹਿਬ ਹੁਣੀ ਮੋਰਚਾ ਤਖਤ ਤਲਵੰਡੀ ਸਾਬੋ ਤੋਂ ਮੱਥਾ ਟੇਕ ਕੇ ਸ਼ੁਰੂ ਕਰ ਦਿੱਤਾ ਆ। ਉਹ ਕਹਿੰਦੇ ਅਸੀਂ ਹੁਣ ਤੁਹਾਡੇ ਨਾਲ ਖੜੇ ਆ, ਪਰਵਾਹ ਨਾ ਕਰੋ, ਅਸੀਂ ਆ ਗਏ ਹੁਣ ਦਿੱਲੀ ਛੱਡ ਕੇ। ਤੇ ਉਹਦੇ ਬਾਰੇ ਭਾਜੀ ਥੋੜਾ ਜਿਹਾ ਜ਼ਰੂਰ ਦੱਸਣ ਵਾਲੀ ਗੱਲ ਆ, ਬੜੀ ਪਾਵਰ ਆ ਜੀ। ਬਿਲਕੁਲ ਜੀ, ਇਹਨਾਂ ਦੀ ਸ਼ੁਰੂ ਹੋ ਗਏ ਨੇ ਸਾਰੇ ਮੋਰਚਾ ਦੇਣ। ਦੂਜੀ ਆਮ ਆਦਮੀ ਪਾਰਟੀ ਵਾਲੀ ਵੀ ਬੀਬੀ ਹੈਗੀ, ਉਹ ਵੀ ਲੱਗੀ ਆ ਟਰੈਕਟਰਾਂ ਤੇ ਕੱਢਣ ਮੋਰਚੇ ਤਾਂ ਆਪਣੇ ਤੌਰ ਦੇ ਉੱਤੇ ਕਰਨ। ਤੇ ਉਹਨਾਂ ਨੂੰ ਲੱਗ ਰਿਹਾ ਖਰੇ ਉਹਨਾਂ ਨੇ ਪਤਾ ਨਹੀਂ ਕਿਹੜਾ ਮੋਰਚਾ ਜਿੱਤ ਲਿਆ, ਤਾਂ ਬਟ ਚਲੋ ਇਹ ਤਾਂ ਹੁਣ ਸਮਾਂ ਦੱਸੇਗਾ। ਚੰਗਾ ਯੋਗਦਾਨ ਸਾਰੇ ਪਾ ਰਹੇ, ਇੱਕ ਚੰਗਾ ਮੂਵ ਬਣਿਆ ਹੋਇਆ ਆ। ਪਰ ਗੱਲ ਇਹੀ ਆ ਵੀ ਸਾਰਿਆਂ ਨੂੰ ਸਾਂਝੀ ਵਾਲਤਾ ਨਾਲ ਚੱਲਣ ਕੇ ਔਰ ਸੰਗਤੀ ਤੌਰ ਤੇ ਰੂਟੀਨ ਵਰਕ ਤੌਰ ਤੇ ਲੀਡਰਾਂ ਨੂੰ ਅਪਣਾ ਕੇ ਔਰ ਵਿਉਂਤਬੰਦੀ ਦੇ ਨਾਲ ਚੱਲਣ ਦੀ ਲੋੜ ਆ। ਸੇਫਟੀ ਫਸਟ ਆਪਣੀ ਸਾਰਿਆਂ ਦੀ, ਤੇ ਬਾਕੀ ਤਾਂ ਸਾਰਿਆਂ ਨੇ ਜਾਨ ਸਿਰ ਤਲੀ ਤੇ ਜਿਹੜੀ ਰੱਖੀ ਹੋਈ ਆ ਜੀ। ਬਿਲਕੁਲ ਜੀ, ਸਾਰਿਆਂ ਨੇ ਰੱਖੀ ਪਈ ਹੈ। ਤੇ ਨਾਲ ਦੀ ਨਾਲ ਭਾਜੀ ਪੰਜਾਬ ਦੀ ਇੱਕ ਹੋਰ ਹੈ ਕਿ ਸਾਰਾ ਪੰਜਾਬ, ਸਾਰਾ ਮੀਡੀਆ ਇਹ ਕਿਸਾਨ ਅੰਦੋਲਨ ਤੇ ਜਿਹੜੇ ਪਾਰਲੀਮੈਂਟ ਵਿੱਚ ਕਾਨੂੰਨ ਪਾਸ ਹੋ ਰਹੇ ਨੇ ਉਹਨਾਂ ਦੇ ਉੱਤੇ ਲੱਗਾ ਹੋਇਆ ਆ। ਤੇ ਇੱਕ ਕਾਨੂੰਨ ਤੋਂ ਭਗੌੜਾ ਤੇ ਇਹਦੇ ਪੋਸਟਰ ਵੀ ਲੱਗ ਗਏ ਸੀ ਪੰਜਾਬ ਦੇ ਵਿੱਚ, ਕਹਿੰਦੇ ਵੀ ਉਹਨੂੰ ਹੁਣ ਬਹੁਤ ਰਾਹਤਾਂ ਮਿਲ ਗਈਆਂ, ਉਹਨੂੰ ਭੁੱਲ ਵੀ ਗਏ ਨੇ ਕਾਫੀ ਕਿ ਇਗਨੋਰ ਹੋ ਗਿਆ ਆ ਇਸ ਪਾਸਿਓਂ। ਤਾਂ ਕਹਿੰਦੇ ਵੀ ਉਹਦੀਆਂ ਮੌਜਾਂ ਲੱਗ ਗਈਆਂ ਨੇ ਕਿ ਪਹਿਲਾਂ ਵੱਡੀ ਕੋਰਟ ਨੇ ਉਹਨੂੰ ਰਾਹਤ ਦਿੱਤੀ, ਤਾਂ ਹੁਣ ਛੋਟੀ ਕਚਹਿਰੀਆਂ ਨੇ ਵੀ ਰਾਹਤ ਦਿੱਤੀ ਆ, ਉਹ ਤਾਂ ਹੁਣ ਮੌਜਾਂ ਉਹਦੀਆਂ। ਤਾਂ ਭਾਜੀ ਆਪਾਂ ਗੱਲ ਕਰਦੇ ਸੀਗੇ ਵੀ ਇਹ ਜਿਹੜਾ ਬੰਦੇ ਜਿਹੜੇ ਇੰਨਾ ਜ਼ੁਲਮ ਕਰਦੇ ਆ, ਤੇ ਜਿਹਦੇ ਆਪਾਂ ਤੁਸੀਂ ਜਿੱਥੋਂ ਜਿਹੜੀ ਤੁਹਾਡੀ ਮੁਰਾਦ ਹੈਗੀ ਸਮੇਧ ਸੈਣੀ ਤੋਂ, ਤੇ ਉਹ ਮੈਂ ਦੱਸ ਦਿੰਦਾ ਸਾਰਿਆਂ ਨੂੰ। ਤੇ ਗੱਲ ਹੈਗੀ ਆ ਵੀ ਉਦੋਂ ਆਪਾਂ ਵੀ ਗੱਲ ਕੀਤੀ ਸੀ ਵੀ ਜਿਹੜਾ ਲੱਭਦਾ ਨਹੀਂ ਪਿਆ, ਪੋਸਟਰ ਲੱਗੇ ਹੋਏ ਆ। ਹੁਣ ਇਹ ਵੀ ਜਨਤਾ ਵੀ ਆਮ ਕਹਿ ਰਹੀ ਆ ਵੀ ਜਿਹੜਾ ਹੁਣ ਦਾ DGP ਆ ਜਾਂ ਹੋਰ ਬੰਦੇ ਵੀ ਆ, ਸਾਰੇ ਲੱਭ ਸਕਦੇ ਜੇ ਲੱਭਣਾ ਹੋਵੇ। ਤੇ ਉਹ ਆਪਣੀ ਔੜ-ਪੌੜ ਦੇ ਵਿੱਚ ਸੀਗਾ, ਨਾਲ ਬੰਦੇ ਵੀ ਲੱਗੇ ਹੋਏ ਸੀ, ਉਹਨੂੰ ਲੈ ਲਿਆ, ਕਹਿੰਦੇ ਆਪਣਾ ਜੀ ਬੇਲ ਲੈ ਲਈ ਹਾਈ ਕੋਰਟ ਚੋਂ ਆ ਕੇ। ਬੜਾ ਅਮੇਜ਼ਿੰਗ ਆ, ਹੈਰਾਨੀਜਨਕ। ਆਪਾਂ ਨੂੰ ਪਹਿਲੇ ਲੱਗ ਰਿਹਾ ਸੀਗਾ ਵੀ ਇਹਨਾਂ ਲੋਕਾਂ ਦੇ ਬਣਾਏ ਹੋਏ ਬੰਦੇ ਹੁੰਦੇ ਆ, ਇਹਨਾਂ ਦੇ ਬਣੇ ਹੋਏ ਆ, ਕੋਈ ਬਹੁਤਾ ਫਰਕ ਨਹੀਂ, ਇਹਨਾਂ ਨੇ ਮੋਹਰੇ ਰੱਖੇ ਹੋਏ ਆ। ਇਹ ਜ਼ਾਲਮ ਜ਼ਬਰ ਕਰਨ ਵਾਲੇ ਬੰਦਿਆਂ ਦੇ ਨਾਲ, ਉਹਨਾਂ ਦੇ ਨਾਲ ਹੀ ਚੱਲਦੇ ਆ। ਸੋ ਇਹ ਤਾਂ ਹੋਣਾ ਹੀ ਸੀਗਾ ਭਾਜੀ, ਦੇਖੋ ਕੀ ਬਣਦਾ ਜੀ। ਮਾੜੀ ਗੱਲ ਹੀ ਬਿਲਕੁਲ, ਕੋਈ ਕਾਨੂੰਨ ਨਾਲ ਦੀ ਕੋਈ ਨਿਆਂ ਨਾਲ ਦੀ ਗੱਲ ਹੈ ਨਹੀਂ ਗੀ ਲੱਗਦੀ। ਬਿਲਕੁਲ ਜੀ। ਤਾਂ ਜੇ ਆਪਣੀਆਂ ਬਾਹਰਲੀ ਇੰਟਰਨੈਸ਼ਨਲ ਹੋ ਗਈਆਂ ਨੇ, ਆਪਾਂ ਆਈਏ ਫਿਰ ਆਸਟ੍ਰੇਲੀਆ ਵੱਲ ਨੂੰ। ਹਾਂਜੀ ਭਾਜੀ ਦੱਸੋ ਆਸਟ੍ਰੇਲੀਆ ਦਾ ਜੀ ਥੋੜਾ ਜਿਹਾ ਕਿੱਦਾਂ ਚੱਲ ਰਿਹਾ ਤੁਹਾਡੇ ਮੈਲਬੌਰਨ ਦਾ ਹਾਲ? ਭਾਜੀ ਹੁਣ ਨਾ ਤਾਂ ਦੇਖੋ ਪਾਰਲੀਮੈਂਟ ਬੈਠ ਰਹੀ ਹੈ ਇੱਥੇ, ਨਾ ਕੋਈ ਕਾਨੂੰਨ ਪਾਸ ਹੋ ਰਿਹਾ ਆ ਏਦਾਂ ਦਾ ਕਿ ਵੀ ਕਾਨੂੰਨ ਅਗਰ ਕੋਈ ਪਾਸ ਹੋਇਆ ਆ ਉਹ ਵੀ ਸਪੈਸ਼ਲ ਅਧਿਕਾਰ ਦੇਣ ਦੇ ਲਈ, ਕਰੋਨਾ ਦੀ ਲੜਾਈ ਲੜਨ ਦੇ ਲਈ ਹੀ ਸਟੇਟ ਤੇ ਸੈਂਟਰ ਨੇ ਕੀਤਾ ਆ। ਅਦਰਵਾਈਜ਼ ਨਾ ਕੋਈ ਕਿਸਾਨਾਂ ਦਾ ਕਾਨੂੰਨ ਹੋ ਰਿਹਾ, ਨਾ ਕੋਈ ਹੋਰ ਕੋਈ ਖਾਸ ਹੈ ਲੋਕਾਂ ਨੂੰ ਮਾਰ ਕੱਟਣ ਵਾਲੀ। ਇਹ ਨਾ ਹੀ ਕਰਾਓ ਕਿਉਂਕਿ ਸਿਹਤ ਪਹਿਲਾਂ ਲੋਕਾਂ ਦੀ, ਜੋ ਕਰਦੇ ਸਹੀ ਕਰਦੇ ਆ। ਬਿਲਕੁਲ ਦੇਖੋ, ਇਹ ਉਹ ਮੁਲਕ ਦੀ ਗੱਲ ਕਰ ਰਹੇ ਜਿੱਥੇ ਗਿਣ ਚੁਣ ਕੇ ਰਹਿ ਗਏ ਜੀ 18 ਕੇਸ। ਹੁਣ ਗਿਣ ਚੁਣ ਕੇ ਪੂਰੇ ਆਸਟ੍ਰੇਲੀਆ ਦੇ ਵਿੱਚ 18 ਕੇਸ। ਨਿਊ ਸਾਊਥ ਵਿੱਚ ਕਿੰਨੇ ਆਏ ਭਾਜੀ ਅੱਜ? ਨਿਊ ਸਾਊਥ ਵਿੱਚ 6 ਆ ਸ਼ਾਇਦ ਜੀ ਅੱਜ ਦੇ। 6 ਹਾਂਜੀ, ਫਿਰ ਉਹੀ ਗੱਲ ਹੈ ਕਿ 6 ਨਿਊ ਸਾਊਥ ਵੇਲ ਵਿੱਚ ਆਏ ਨੇ, ਤਾਂ 12 ਰਹਿ ਗਏ ਜੀ ਵਿਕਟੋਰੀਆ ਵਿੱਚ, ਜਿੱਥੇ ਕੁਛ ਹਫ਼ਤਿਆਂ ਪਹਿਲਾਂ
700 ਦਾ ਅੰਕੜਾ ਵੀ ਪਾਰ ਕਰ ਚੁੱਕੇ ਸੀਗੇ। ਬਹੁਤ ਤੇ ਕਿਰਪਾ ਜੀ। ਇਸ ਤੋਂ ਬਾਅਦ ਕੀ ਨਾਲ ਡੈਨੀਅਲ ਐਂਡਰੂ ਨੇ ਕਹਿ ਦਿੱਤਾ ਹੈ ਕਿ ਜੀ ਡੈਫੀਨੇਟਲੀ ਲੋਕਡਾਊਨ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਾਂ ਨੇ ਉਹਨਾਂ ਨੂੰ ਢਿੱਲ ਦਿੱਤੀ ਜਾਊਗੀ ਵੀਕਐਂਡ ਵਿੱਚ। ਇਸ ਕਰਕੇ ਐਤਵਾਰ ਨੂੰ ਵੱਡੀਆਂ ਖਬਰਾਂ ਆਉਣਗੀਆਂ ਜੀ, ਕਿ ਜਿੱਥੇ ਪਹਿਲਾਂ ਤੋਂ ਦਿੱਤੀਆਂ ਹੋਈਆਂ ਜਿਹੜੀਆਂ ਲੜਾਈ ਕਹਿ ਰਹੇ ਕਿ ਅਸੀਂ ਜਿੱਤ ਗਏ ਹਾਂ, ਤਾਂ ਬਟ ਫਿਰ ਵੀ ਦੇਖ ਲਓ ਜੀ 18 ਕੇਸਾਂ ਵਾਲੇ ਜਿਹੜੇ ਨੇ ਉਹ ਘਰਾਂ 'ਚ ਬੰਨੇ ਪਏ ਨੇ, ਘਰਾਂ 'ਚੋਂ ਕੰਮ ਕਰ ਰਹੇ ਨੇ। ਤਾਂ ਔਰ ਜਿੱਥੇ ਆ ਰਿਹਾ ਜੀ ਰੋਜ਼ ਦਾ ਲੱਖ ਕੇਸ, ਉੱਥੇ ਜੀ ਲੱਖਾਂ ਬੰਦਾ ਸੜਕਾਂ ਦੇ ਉੱਤੇ ਐਜੀਟੇਸ਼ਨ ਕਰ ਰਿਹਾ ਸਰਕਾਰ ਦੇ ਖਿਲਾਫ, ਕਰੋਨਾ ਨੂੰ ਲੈ ਕੇ ਨਹੀਂ, ਸਰਕਾਰ ਦੀਆਂ ਹੋਰ ਪਾਲਿਸੀਆਂ ਨੂੰ ਲੈ ਕੇ। ਡਬਲ ਲੜਾਈ ਲੜ ਰਿਹਾ ਜੀ, ਦੇਖੋ ਬਿਲਕੁਲ ਜੀ, ਡਬਲ ਲੜਾਈ, ਬਿਨਾਂ ਆਪਣੀ ਸੇਫਟੀ ਦਾ, ਮੈਂ ਕਹਾਂ ਕਿ ਸੇਫਟੀ ਨੂੰ ਰੱਖ ਕੇ, ਹਨਾ, ਕਿ ਕੰਡੇ ਤੇ ਪੂਰੀ ਆਪਣੀ ਜਾਨ ਦਾ ਜੋਖਮ ਦੇ ਕੇ ਤਾਂ ਲੜਾਈ ਜਿਹੜੀ ਆਪਣੇ ਹੱਕਾਂ ਦੇ ਲਈ, ਆਪਣੇ ਫਿਊਚਰ ਦੇ ਲਈ, ਆਪਣੇ ਭਵਿੱਖ ਦੀ ਲੜਾਈ ਜਿਹੜੀ ਹੈ ਉਹ ਸਰਕਾਰਾਂ ਦੇ ਖਿਲਾਫ ਲੜੀ ਜਾ ਰਹੀ ਹੈ। ਤਾਂ ਇੱਥੋਂ ਪਤਾ ਲੱਗਦਾ ਜੀ ਸਰਕਾਰਾਂ ਕਿੰਨੀਆਂ ਕੁ ਲੋਕਾਂ ਦੇ ਬਾਰੇ ਸੋਚਦੀਆਂ ਨੇ। ਤਾਂ ਬਾਕੀ ਭਾਜੀ ਨਿਊ ਸਾਊਥ ਵੇਲ ਜਿੱਥੇ ਸਿਡਨੀ ਸ਼ਹਿਰ ਆ, ਉਹਨਾਂ ਨੇ ਜੀ ਹੁਣ ਅਲਾਓ ਹੋ ਗਿਆ ਜੀ ਉਹਦੇ, ਤਾਂ ਸਾਊਥ ਆਸਟ੍ਰੇਲੀਆ ਜਿੱਥੇ ਐਡਲੇਡ ਸ਼ਹਿਰ ਆ ਉਹਦੇ ਉੱਥੇ ਹੁਣ ਟਰੈਵਲ ਕਰ ਸਕਦੇ ਆ। ਤਾਂ ਹੁਣ ਸੈਲਫ ਕੁਆਰੰਟੀਨ ਜਾਂ ਉਹ ਚੀਜ਼ਾਂ ਸੈਲਫ ਕੁਆਰੰਟੀਨ ਨਹੀਂ ਕਰਨਾ ਪਏਗਾ ਜਾਂ ਕੁਆਰੰਟੀਨ ਨਹੀਂ ਕਰਨਾ ਪਏਗਾ। ਤਾਂ ਅੱਜ ਪਹਿਲੀ ਕੁਆਂਟਸ ਦੀ ਫਲਾਈਟ ਗਈ ਆ ਜੀ। ਹਾਂਜੀ, ਤਾਂ ਲੋਕਾਂ ਦੇ ਲਈ ਇਹ ਥੋੜਾ ਆਸਾਨ ਹੋ ਗਿਆ ਹੈ ਕਿ ਇੰਟਰਸਟੇਟ ਟਰੈਵਲਿੰਗ ਜਿਹੜੀ ਸੀਗੀ ਤਾਂ ਉਹ ਰੁਕੀ ਹੋਈ ਸੀਗੀ। ਤੇ ਹੁਣ ਆਪਾਂ ਵੀ ਦੱਸ ਦਈਏ ਕਿ ਹੁਣ ਕਰਨੈਲ ਸਿੰਘ ਜੀ ਦਾ ਸਾਨੂੰ ਪ੍ਰੋਗਰਾਮ ਕਰਦੇ ਨੂੰ 71ਵਾਂ ਐਪੀਸੋਡ ਹੋ ਗਿਆ ਆ। ਆਪਣਾ ਵਿਚਾਰ ਸਾਡੇ ਨਾਲ ਕਰਦੇ ਕਰਦੇ ਤਕਰੀਬਨ ਆਪਾਂ ਨੂੰ ਸਾਲ ਤੋਂ ਵੱਧ ਹੋ ਚੁੱਕਾ ਆ, ਮਗਰ ਸਾਡੀ ਹਜੇ ਤੱਕ ਫੇਸ ਟੂ ਫੇਸ ਮੁਲਾਕਾਤ ਨਹੀਂ ਹੋਈ। ਤਾਂ ਲੋਕ ਵੀ ਕਈ ਵਾਰ ਹੈਰਾਨ ਹੋ ਜਾਂਦੇ, ਕਹਿੰਦੇ ਯਾਰ ਤੁਸੀਂ ਮਿਲੇ ਹੈ ਨਹੀਂ, ਪ੍ਰੋਗਰਾਮ ਤੁਸੀਂ ਰੋਜ਼ ਕਰਦੇ ਹੋ। ਮੈਂ ਕਿਹਾ ਭਾਈ ਘੰਟਾ ਅਸੀਂ ਪ੍ਰੋਗਰਾਮ 'ਚ ਗੱਲ ਕਰਦੇ, ਇਸ ਤੋਂ ਇਲਾਵਾ ਵੀ 2 ਘੰਟੇ ਸਾਡੀ ਗੱਲ ਹੁੰਦੀ ਆ ਤਿਆਰੀ 'ਚ। ਕਈ ਤਾਂ ਮੰਨਦੇ ਹੀ ਨਹੀਂ ਭਾਜੀ, ਕਈਆਂ ਨੂੰ ਦੱਸਦੇ ਆਪਣੇ ਸੱਜਣ ਬੇਲੀਆਂ ਨੂੰ, ਬਹੁਤ ਸਾਰੇ ਕਰੀਗੀ ਬਣ ਤੋਂ ਵੀ ਇੱਧਰ ਵੀ ਉਹ ਯਕੀਨ ਹੀ ਨਹੀਂ ਕਰਦੇ ਹੈਗੇ। ਕਹਿੰਦੇ ਤੁਸੀਂ ਏਦਾਂ ਕਿੱਦਾਂ ਮੈਚਿੰਗ ਕਰ ਲੈਂਦੇ, ਐਡੀ ਦੂਰ ਬੈਠੇ ਕਿੱਦਾਂ ਤੁਹਾਡੀ ਇਹ ਵਿਚਾਰਾਂ ਦੀ ਸਾਂਝ ਦਾ ਏਦਾਂ ਤੁਸੀਂ ਕਿੱਦਾਂ। ਪਿੱਛੇ ਜੇ ਕੁਝ ਮੈਲਬਨ 'ਚ ਵਿਆਹ ਵੀ ਹੋਏ ਆ, ਭਾਈ ਸਾਹਿਬ ਉੱਥੇ ਆਏ ਵੀ ਹੋਏ ਸੀਗੇ, ਬਟ ਅਸੀਂ ਜਾਣਦੇ ਨਹੀਂ ਇੱਕ ਦੂਜੇ ਨੂੰ। ਅਸੀਂ ਵੀ ਉੱਥੇ ਸ਼ਮੂਲੀਅਤ, ਤਾਂ ਸਾਡੀ ਗੱਲਬਾਤ 'ਚ ਪਤਾ ਲੱਗਿਆ ਕਿ ਤੂੰ ਵੀ ਉੱਥੇ ਸੀ, ਮੈਂ ਵੀ ਉੱਥੇ ਸੀ। ਹੁਣ ਸਿਡਨੀ ਅਸੀਂ ਆਮ ਤੌਰ ਤੇ ਜਾਈਦਾ ਹੀ ਹੈ, ਸਿਡਨੀ ਇੰਨੇ ਸਾਲ ਹੋ ਗਏ ਆ ਤਕਰੀਬਨ ਹਰ ਸਾਲ, ਮਗਰ ਨਹੀਂ ਤੁਹਾਡੇ ਨਾਲ ਕਦੀ ਮੁਲਾਕਾਤ ਹੋਈ। ਤਾਂ ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ ਕਿ ਪੈਂਡੈਮਿਕ ਖੁੱਲੇ, ਪੈਂਡੈਮਿਕ ਕਰਕੇ ਬਾਰਡਰ ਜਿਹੜੇ ਨੇ ਖੁੱਲਣ, ਤਾਂ ਅਸੀਂ ਵੀ ਗੱਡੇ ਚੱਕੀਏ ਤਾਂ ਆਈਏ। ਵੈਲਕਮ ਜੀ, ਵੈਲਕਮ, ਆ ਜਾਓ ਸਾਰਿਆਂ ਨੂੰ ਕਹਿੰਦੇ ਆ, ਮੌਸਮ ਬਹੁਤ ਵਧੀਆ, ਆ ਜਾਓ ਸਰ ਜਣੇ। ਹਾਂ, ਤੇ ਫਿਰ ਉਹ ਵੀ ਹੋ ਜਾਊਗਾ ਨਾ ਕਿ ਕਿਉਂਕਿ ਨਾ ਮਿਲਣ ਦੀ ਤੁਹਾਨੂੰ ਇਹ ਵੀ ਦੱਸ ਦੇ ਕਿ ਤੁਸੀਂ ਸਾਡੇ ਪ੍ਰੋਫਾਈਲ ਲੱਭ ਕੇ ਦਿਖਾ ਦਿਓ, ਸਾਡੀ ਇਕੱਠਿਆਂ ਦੀ ਸੈਲਫੀ ਨਹੀਂ ਲੱਭਣੀ ਕੋਈ। ਉਹ ਸੈਲਫੀ ਹੁਣ ਜਿੱਦਾਂ ਸਿਡਨੀ ਗਏ ਤਾਂ ਉੱਧਰ ਪਾਵਾਂਗੇ ਉਹ ਫੋਟੋ ਕਿ ਇਕੱਠਿਆਂ ਦੀ, ਤਾਂ ਉੱਧਰ ਕਵਾਂਗੇ ਵੀ ਅੱਜ ਮੁਲਾਕਾਤ ਹੋਈ ਹੈ। ਤਾਂ ਡੈਫੀਨੇਟਲੀ ਜੀ ਦੇਖ ਲਓ, ਇਕੱਠੇ ਬੈਠ ਕੇ ਪ੍ਰੋਗਰਾਮ ਕਰ ਦਾਂਗੇ ਜੀ, ਆਪਣੇ ਦੇਖਣ ਵਾਲੇ ਸੱਜਣਾਂ ਨੂੰ ਦੱਸ ਦਿੰਦੇ ਅਸੀਂ, ਤੁਸੀਂ ਸੁਝਾਅ ਵਿੱਚ ਹੀ ਜਾਇਆ ਕਰੋ ਜੀ। ਬਿਲਕੁਲ, ਫਿਰ ਤੁਹਾਨੂੰ ਇੱਕ ਇਕੱਠੇ ਬੈਠ ਕੇ ਪ੍ਰੋਗਰਾਮ ਕਰਕੇ ਦਿਖਾਵਾਂਗੇ, ਤਾਂ ਉਦੋਂ ਫਿਰ ਦੱਸਾਂਗੇ ਵੀ ਹੁਣ ਸਾਡੀ ਮੁਲਾਕਾਤ ਹੋਈ ਹੈ। ਤਾਂ ਚਲੋ ਅਸੀਂ ਵੀ ਉਹ ਦੇਖ ਰਹੇ, ਉਡੀਕ ਰਹੇ ਜੀ ਕਿ ਸਮਾਂ ਆਵੇ, ਬਾਰਡਰ ਖੁੱਲਣ ਕਰੋਨਾ ਕਰਕੇ, ਤਾਂ ਫਿਰ ਨਿਕਲੀਏ ਤਾਂ ਮਿਲੀਏ, ਤਾਂ ਅੱਗੇ ਵਧੀਏ। ਤਾਂ ਭਾਜੀ ਅਗਰ ਕੋਈ ਰਹਿ ਗਿਆ ਹੋਵੇ ਆਪਣਾ ਕੋਈ ਹੋਰ ਗੱਲਬਾਤ ਤਾਂ ਤੁਸੀਂ ਕਰ ਸਕਦੇ ਹੋ। ਬਸ ਇੱਕ 2 ਮਿੰਟ ਦੀ ਨਿਊਜ਼ ਆ ਜਿਹੜੀ ਕਿ ਕਾਫੀ ਸਾਰੇ ਤੁਸੀਂ ਉਹਦੇ ਵਿੱਚ ਆਉਂਦੇ ਆ ਵੀ, ਕਾਫੀ ਸਾਡੇ ਪਰਿਵਾਰਾਂ ਦੇ ਜਿਹੜੇ ਪੇਰੈਂਟਸ ਜਿਹੜੇ ਆ ਦਸੰਬਰ, ਅੱਗੇ ਵੀ ਆਪਾਂ ਕੀਤੀ ਸੀ, ਦਸੰਬਰ ਦੇ ਵਿੱਚ ਜਾਂਦੇ ਹੁੰਦੇ ਇੰਡੀਆ। ਉਧਰ ਠੰਡ ਹੁੰਦੀ ਨਾ, ਉਦੋਂ ਇੱਧਰ ਥੋੜੀ ਗਰਮੀ ਦੇ ਨਾਲ ਛੁੱਟੀਆਂ ਹੁੰਦੀਆਂ, ਥੋੜੀ ਨਹੀਂ ਬਹੁਤ ਭਾਜੀ, ਫੁੱਲ ਗਰਮੀ ਹੁੰਦੀ ਹੈ, ਫੁੱਲ ਗਰਮੀ ਇੱਧਰ ਹੁੰਦੀ ਹੈ ਕਿ, ਤੇ ਜਿੱਦਾਂ ਉਧਰ ਜੂਨ ਜੁਲਾਈ ਹੁੰਦਾ। ਉਹ ਭਾਜੀ ਜਿਹੜਾ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਜਿਹੜਾ ਹੋਲਡਰ ਹੈ, ਉਹ ਵੀ ਸਟਕ ਹੋਏ ਸੀਗੇ ਉੱਥੇ। ਉਹਨਾਂ ਲਈ ਵੀ ਗਵਰਨਮੈਂਟ ਕਹਿੰਦੀ ਆ ਵੀ ਤੁਸੀਂ ਪਟੀਸ਼ਨ ਲੌਂਚ ਕਰਕੇ ਤੁਸੀਂ ਐਗਜ਼ੈਂਪਸ਼ਨ ਜਿਹਨਾਂ ਨੂੰ ਮਿਲ ਗਈ ਆ ਉਹ ਆ ਸਕਦੇ ਆ, ਜਿਨ੍ਹਾਂ ਨੇ ਕਿ ਉਦੋਂ ਪਾਏ ਹੋਏ ਸੀ। ਤੇ ਜਿਹੜੇ ਟੈਂਪਰੇਰੀ ਰੈਜ਼ੀਡੈਂਸ ਵੀਜ਼ੇ ਤੇ ਸੀਗੇ, ਜਿਨ੍ਹਾਂ ਦੇ ਪੇਰੈਂਟਸ ਆ ਜਾਂ ਨਵੇਂ ਵਿਆਹੇ ਜੋੜੇ ਆ ਜਾਂ ਹਾਲੇ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਆ, ਉਹ ਵੀ ਐਗਜ਼ੈਂਪਸ਼ਨ ਜਿਹੜੀ ਆ ਪਾ ਕੇ ਉਹ ਆ ਸਕਦੇ ਆ। ਤੇ ਇਹ ਡਿਪਾਰਟਮੈਂਟ ਨੇ, ਹੋਮ ਅਫੇਅਰ ਨੇ ਇੰਡੀਕੇਟ ਦੇਤਾ ਵੀ ਕ੍ਰਿਸਮਸ ਜਿਹੜੀ ਆ ਇਕੱਠੇ ਹੋ ਕੇ ਤੁਸੀਂ ਮਨਾ ਸਕਦੇ ਆ। ਇਹ ਸ਼ਾਰਟਕਟ 'ਚ ਮੈਂ ਥੋੜਾ ਜਿਹਾ ਦੱਸ ਦਿੰਦਾ, ਬਾਕੀ ਤੁਸੀਂ ਆਪਣੀ ਡਿਟੇਲਸ ਆਪਣੀ ਸਾਈਟ ਤੋਂ, ਇਮੀਗ੍ਰੇਸ਼ਨ ਤੋਂ ਲੈ ਸਕਦੇ ਆ। ਤੇ ਕਿਉਂਕਿ ਆਪਾਂ ਅੱਗੇ ਵੀ ਲਾਸਟ ਵੀਕ ਕੀਤਾ ਪ੍ਰੋਗਰਾਮ, ਸਿੰਘ ਸਟੇਸ਼ਨ ਤੋਂ ਹੀ ਦੱਸ ਦਈਏ ਵੀ ਇਹਨਾਂ ਨੇ ਜਿਹੜਾ ਹੁਣ ਬਾਹਰੋਂ ਜਿਹੜੇ ਲੈਣੇ ਸੀਗੇ ਇੰਟਰਨੈਸ਼ਨਲ, ਜਿਹੜੇ ਸਾਡੇ ਬੰਦੇ ਗਏ ਟੈਂਪਰੇਰੀ ਜਾਂ ਜਿਹੜੇ ਹੋ ਰਿਹਾ, ਉਹ 2000 ਉਹਦੀ ਗਿਣਤੀ ਹੋਰ ਵਧਾਤੀ ਸੀ, 6000 ਕਰ ਦਿੱਤੀ ਸੀ। ਸੋ ਆਪਣੀ ਕੋਸ਼ਿਸ਼ਾਂ ਕਰੋ, ਐਗਜ਼ੈਂਪਸ਼ਨ ਲਈ ਟਰਾਈ ਕਰੋ, ਜਿਨ੍ਹਾਂ ਦੇ ਵੀ ਆ ਸਾਰੇ ਪਰਿਵਾਰ ਇਕੱਠੇ ਹੋ ਜਾਣ। ਅਸੀਂ ਇਹੀ ਬੇਨਤੀ ਕਰਦੇ ਜੀ ਸਾਰਿਆਂ ਦਾ।
ਬਿਲਕੁਲ ਜੀ, ਧੰਨਵਾਦ ਜੀ। ਮੈਂ ਅਖੀਰ ਦੇ ਵਿੱਚ ਇੱਕ ਕਮੈਂਟ ਆਇਆ ਸਾਡੇ ਕੋਲ ਵਿਜੇ ਪੈਟਰਿਕ ਕੁਮਾਰ ਜੀ ਹੁਣਾਂ ਦਾ, ਉਹਨਾਂ ਨੇ ਇੱਕ ਲਿੰਕ ਸ਼ੇਅਰ ਕੀਤਾ ਆ ਮੈਕਡੋਨਲਡ ਲੋਰੀ ਦਾ। ਵਿਜੇ ਕੁਮਾਰ ਜੀ, ਤੁਹਾਨੂੰ ਪਤਾ ਨਹੀਂ ਤੁਸੀਂ ਪੰਜਾਬੀ ਸਮਝਦੇ ਹੋ ਨਹੀਂ ਸਮਝਦੇ, ਝੰਡਾ ਤਾਂ ਤੁਸੀਂ ਆਸਟ੍ਰੇਲੀਆ ਦਾ ਲਾਇਆ ਹੈ। ਡੈਫੀਨੇਟਲੀ ਜੇ ਸਾਡਾ ਪ੍ਰੋਗਰਾਮ ਦੇਖਦੇ ਹੋ ਤਾਂ ਪੰਜਾਬੀ ਸਮਝਦੇ ਸਮਝਦੇ ਹੋਵੋਗੇ। ਹੋਣੇ ਆ, ਹਾਂਜੀ ਹਾਂਜੀ। ਸਾਨੂੰ ਜਾਣਕਾਰੀ ਹੈ ਜੀ ਇਹ ਲਿੰਕ ਦੇ ਬਾਰੇ, ਇਹ ਜੋ ਉਹਨਾਂ ਨੇ ਲਿਖਿਆ ਆ ਸਾਨੂੰ ਇਹਦੇ ਬਾਰੇ ਅੱਛਾ, ਜਾਣਕਾਰੀ ਹੈ। ਇੱਦਾਂ ਠੀਕ ਦੇ ਤੁਸੀਂ ਪੈਸੇ ਦੇ ਕੇ ਬੜੇ ਆਰਟੀਕਲਸ ਲਿਖਵਾ ਸਕਦੇ ਹੋ। ਠੀਕ ਹੈ, ਤੁਹਾਡੀ ਜਾਣਕਾਰੀ ਲਈ ਦੱਸ ਦਈਏ, ਇਸੇ ਕਮੈਂਟ ਵਿੱਚ ਮੈਂ ਤੁਹਾਨੂੰ ਰਿਪਲਾਈ ਕਰਕੇ ਅਸੀਂ ਇਹਦਾ ਜਵਾਬ ਵੀ ਸ਼ੇਅਰ ਕਰ ਦੇਵਾਂਗੇ ਕਿ ਠੀਕ ਹੈ, ਬਕਾਇਦਾ ਇਹਦਾ ਜਵਾਬ ਵੀ ਲਿਖਿਆ ਜਾ ਚੁੱਕਾ ਆ। ਤਾਂ ਜਿਹੜੀ ਇਹ ਸਟੇਟਮੈਂਟ ਹੈਗੀ ਆ ਇਹਨੂੰ ਕ੍ਰਿਟੀਸਾਈਜ਼ ਵੀ ਕੀਤਾ ਜਾ ਚੁੱਕਾ ਆ। ਇਸ ਕਰਕੇ ਤੁਹਾਡੀ ਇੰਟੈਂਸ਼ਨਸ ਅਸੀਂ ਸਮਝ ਸਕਦੇ ਹਾਂ ਕਿ ਤੁਸੀਂ ਠੀਕ। ਕਿਹੜੀ ਇੰਟੈਂਸ਼ਨ ਨਾਲ ਇੱਥੇ ਸ਼ੇਅਰ ਕੀਤਾ ਆ। ਬਟ ਚਿੰਤਾ ਨਾ ਕਰੋ ਜੀ, ਚੜ੍ਹਦੀ ਕਲਾ 'ਚ ਹੈ ਜੀ, ਕੋਈ ਚੱਕਰ ਵਾਲੀ ਗੱਲ ਨਹੀਂ ਹੈ। ਤੁਸੀਂ ਸ਼ੇਅਰ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ। ਤਾਂ ਬਿਲਕੁਲ, ਅਸੀਂ ਇਹਦੇ ਉੱਤੇ ਤੁਹਾਨੂੰ ਰਿਪਲਾਈ ਕਰਕੇ, ਜੋ ਇਹਦਾ ਰਿਪਲਾਈ ਆਲਰੇਡੀ ਉਹ ਵੀ ਆਰਟੀਕਲ ਦੇ ਰੂਪ 'ਚ ਆਇਆ ਆ, ਤਾਂ ਉਹ ਵੀ ਇਹਦੇ ਉੱਤੇ ਅਸੀਂ ਤੁਹਾਨੂੰ ਸ਼ੇਅਰ ਕਰ ਦੇਵਾਂਗੇ। ਬਾਕੀ ਡੈਫੀਨੇਟਲੀ ਜੇ ਤੁਹਾਡੇ ਕੋਲ ਆਰਟੀਕਲ ਪਹੁੰਚਿਆ ਹੈ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ, ਕਿਉਂਕਿ ਭਾਰਤੀ ਮੀਡੀਆ ਵੀ ਇਹ ਆਰਟੀਕਲ ਨੂੰ ਪ੍ਰਚਾਰ ਰਿਹਾ ਆ, ਤਾਂ ਠੀਕ, ਡੈਫੀਨੇਟਲੀ ਉਹ ਆਪਣਾ ਧਰਮ ਕਰ ਰਹੇ ਆ, ਤੁਸੀਂ ਆਪਣਾ ਕੰਮ ਕਰ ਰਹੇ ਹੋ, ਅਸੀਂ ਆਪਣਾ ਕੰਮ ਕਰਾਂਗੇ ਜੀ। ਬਿਲਕੁਲ ਜੀ, ਧੰਨਵਾਦ। ਬਿਲਕੁਲ ਬਿਲਕੁਲ। ਠੀਕ ਹੈ ਜੀ। ਲੋਕਤੰਤਰ ਹੈ ਜੀ, ਇਹ ਡੈਮੋਕ੍ਰੇਸੀ ਹੈ ਜੀ। ਬਿਲਕੁਲ ਜੀ, ਬਿਲਕੁਲ ਡੈਮੋਕ੍ਰੇਸੀ ਹੈ, ਤਾਂ ਅਸੀਂ ਡੈਮੋਕ੍ਰੇਸੀ ਦਾ ਹੱਕ ਦਿੰਦੇ ਹਾਂ। ਅਸੀਂ ਤੁਹਾਡਾ ਕਮੈਂਟ ਡਿਲੀਟ ਨਹੀਂ ਕੀਤਾ। ਨਹੀਂ, ਅਸੀਂ ਠੀਕ ਆ। ਡੈਮੋਕ੍ਰੇਸੀ ਦਿੰਦੇ ਆ। ਬਿਲਕੁਲ, ਬਿਲਕੁਲ, ਹਾਂ। ਤੁਸੀਂ ਤਾਂ ਤੁਹਾਡੇ ਬੰਦੇ ਤਾਂ ਬੰਦੇ ਡਿਲੀਟ ਕਰਨ ਨੂੰ ਫਿਰਦੇ ਨੇ, ਤਾਂ ਅਸੀਂ ਤੁਹਾਡਾ ਕਮੈਂਟ ਨਹੀਂ ਡਿਲੀਟ ਕਰਦੇ। ਠੀਕ ਹੈ ਠੀਕ ਹੈ ਜੀ। ਬਿਲਕੁਲ ਬਿਲਕੁਲ ਤਾਂ ਬਿਲਕੁਲ। ਇੰਨਾ ਕੁ ਜੀ ਅੱਜ ਦੇ ਪ੍ਰੋਗਰਾਮ ਦੇ ਲਈ। ਹੋਪਫੁਲੀ ਕਿ ਤੁਹਾਨੂੰ ਚੀਜ਼ਾਂ ਜਿਹੜੀਆਂ ਨੇ, ਗੱਲਾਂ ਅਸੀਂ ਕੀਤੀਆਂ ਨੇ, ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ, ਜਾਂ ਤੁਸੀਂ ਕਿਤੇ ਨਾ ਕਿਤੇ ਕਨੈਕਟ ਹੋਏ ਹੋਵੋਗੇ। ਕਿ ਕੋਸ਼ਿਸ਼ ਕਰੀਦੀ ਹੈ ਕਿ ਜਿਹੜੀਆਂ ਸਾਰਿਆਂ ਨੂੰ ਪ੍ਰਭਾਵਿਤ ਕਰਦੀਆਂ ਨੇ ਗੱਲਾਂ, ਉਹ ਬਿਲਕੁਲ ਤੁਹਾਡੇ ਸਾਹਮਣੇ ਰੱਖੀਆਂ ਜਾਣ। ਭਾਵੇਂ ਉਹ PM ਕੇਅਰ ਨੂੰ ਲੈ ਕੇ ਹੋ ਗਿਆ, ਭਾਵੇਂ ਪੰਜਾਬ ਦੀਆਂ ਖਬਰਾਂ ਹੋ ਗਈਆਂ, ਅੰਦੋਲਨ ਹੋ ਗਿਆ, ਜਾਂ ਫਿਰ ਪਾਰਲੀਮੈਂਟ 'ਚ ਪਾਸ ਹੋਣ ਵਾਲੇ ਕਾਨੂੰਨ ਹੋ ਗਏ, ਕਿ ਉੱਥੇ ਨੀਅਤ ਕੀ ਹੈ। ਸਭ ਤੋਂ ਵੱਡੀ ਗੱਲ ਹੈ ਸਾਨੂੰ ਸਮਝਣ ਦੀ ਗੱਲ ਆ। ਹਾਂਜੀ, ਜੇ ਅਸੀਂ ਉਹਨੂੰ ਸਮਝ ਜਾਂਦੇ ਹਾਂ ਤਾਂ ਫਿਰ ਅਸੀਂ ਬਟਨ ਦੱਬਣ ਲੱਗੇ ਬੜਾ ਧਿਆਨ ਰੱਖਦੇ ਹਾਂ। ਬਿਲਕੁਲ ਜਿਹੜੀ ਨੀਲੀ ਸ਼ਾਈ ਲਾ ਕੇ ਜਿਹੜਾ 9 ਤੇ ਬਟਨ ਦੱਬੀਦਾ ਆ, ਉਹ ਫਿਰ ਇਹ ਧਿਆਨ ਰੱਖ ਕੇ ਕਰਿਓ ਕਿ ਬਈ ਹਜ਼ਾਰਾਂ ਕਰੋੜਾਂ ਰੁਪਈਆ ਕਿੱਧਰ ਗਿਆ ਸੀਗਾ, ਤਾਂ ਕਿਉਂ ਉਹਦਾ ਜਵਾਬ ਜਿਹੜਾ ਆ ਲੋਕਾਂ ਨੂੰ ਨਹੀਂ, ਜਾਂ ਲੋਕਾਂ ਦੀ ਖਿਚਵਾੜੀ 'ਚ ਬਿਲਕੁਲ ਜੀ, ਨਹੀਂ ਦਿੱਤਾ ਬਿਲਕੁਲ ਜਾਂਦਾ। ਬਿਲਕੁਲ ਠੀਕ ਹੈ ਜੀ। ਇੰਨਾ ਕੀ ਅੱਜ ਦੀਆਂ ਬੇਨਤੀਆਂ ਜੀ। ਮਿਲਦੇ ਹਾਂ ਕੱਲ ਦੇ ਥੈਂਕ ਪ੍ਰੋਗਰਾਮ ਯੂ ਦੇ ਜੀ। ਵਿੱਚ, ਖਬਰਾਂ ਦੀ ਸਾਂਝ ਵਿੱਚ। ਤੁਹਾਡਾ ਵੀ ਭਾਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਤੁਹਾਡਾ ਵੀ, ਕਿ ਸਾਰਿਆਂ ਦਾ, ਤੁਸੀਂ ਵੀ ਦੇਖਣ ਵਾਲਿਆਂ ਦਾ ਵੀ। ਸਮਾਂ ਕੱਢ ਕੇ ਆਏ ਹੋ। ਤੁਸੀਂ ਵੀ ਤਾਂ ਸਾਰਿਆਂ ਦੇ ਨਾਲ ਸਾਂਝ ਪਾਈ ਹੈ। ਤਾਂ ਉਮੀਦ ਕਰ ਰਹੇ ਹਾਂ ਜੀ ਕਿ ਜਦੋਂ ਆਪਾਂ ਅਗਲੇ ਹਫ਼ਤੇ ਮਿਲਾਂਗੇ ਤਾਂ ਸ਼ਾਇਦ ਕੁਝ ਅੱਛੀਆਂ ਖਬਰਾਂ ਹੋਣਗੀਆਂ। ਬਿਲਕੁਲ ਬਿਲਕੁਲ ਜੀ, ਸੋਮਵਾਰ ਤੋਂ ਉਮੀਦ ਹੈ। ਬਾਅਦ ਕਿ ਵੀਕਐਂਡ ਆ ਰਿਹਾ, ਕੱਲ ਨੂੰ ਸ਼ੁੱਕਰਵਾਰ ਹੈ, ਤਾਂ ਸੋਮਵਾਰ ਤੱਕ ਕੁਝ ਅੱਛੀਆਂ ਖਬਰਾਂ ਆਉਣਗੀਆਂ ਵਿਕਟੋਰੀਆ 'ਚੋਂ, ਕਿ ਨਵੇਂ ਬਾਰਡਰ ਖੁੱਲ ਰਹੇ ਨੇ, ਜਾਂ ਫਿਰ ਕੁਝ ਜਿਹੜੀਆਂ ਬਿਲਕੁਲ ਰਿਸਟ੍ਰਿਕਸ਼ਨਾਂ ਨੇ ਉਹ ਈਜ਼ ਹੋ ਰਹੀਆਂ ਨੇ। ਧੰਨਵਾਦ ਜੀ ਬਿਲਕੁਲ ਸਾਰਿਆਂ ਦਾ। ਥੈਂਕਸ। ਜੁੜੇ ਰਹੋ, ਦੇਖਦੇ ਰਹੋ, ਤੰਦਰੁਸਤ ਰਹੋ, ਤੇ ਨਾਲ ਦੀ ਨਾਲ ਸੁਰੱਖਿਅਤ ਰਹੋ। ਧਿਆਨ ਰੱਖੋ ਆਪਣਾ ਆਪਣਾ, ਖਾਸ ਤੌਰ ਕੇ ਪੰਜਾਬ ਦੇ ਲਈ, ਤਾਂ ਉਹ ਕਿਸਾਨਾਂ ਦੇ ਲਈ ਜਿਹੜੇ ਸਾਨੂੰ ਸਾਰਿਆਂ ਨੂੰ ਅੰਨ ਦਿੰਦੇ ਨੇ, ਜਾਂ ਸਾਡੇ ਸਾਰੇ ਪਰਿਵਾਰ ਹਾਂਜੀ, ਦੇ ਨਾਲ ਸਾਡੇ ਪਰਿਵਾਰਕ ਮੈਂਬਰ ਨੇ, ਸਾਰੇ ਉਹਨਾਂ ਦੀ ਸਪੋਰਟ ਕਰੋ ਤੇ ਅਰਦਾਸ ਧੰਨਵਾਦ। ਕਰੋ ਕਿ ਵੀ ਉਹ ਸਾਰੇ ਆਪਣਾ ਸਿਹਤ ਦਾ, ਉਹਨਾਂ ਦਾ ਸਰੀਰਕ ਤੌਰ ਦੇ ਉੱਤੇ ਤੰਦਰੁਸਤ ਰਹਿਣ, ਕੋਈ ਆਨੀ ਬਾਨੀ ਨਾ ਹੋਵੇ, ਕੋਈ ਐਸੀ ਘਟਨਾ ਨਾ ਹੋਵੇ ਜਿਹਦਾ ਬਾਅਦ 'ਚ ਸਾਨੂੰ ਅਫਸੋਸ ਰਵੇ। ਅਸੀਂ ਸਾਰੇ ਅਰਦਾਸ ਕਰੀਏ ਕਿ ਸਭ ਕੁਝ ਵਧੀਆ ਚੜ੍ਹਦੀ ਕਲਾ ਦੇ ਵਿੱਚ, ਜਿਹੜੇ ਮੋਰਚੇ 'ਚ ਲੱਗੇ ਹੋਏ ਨੇ, ਜੂਝ ਰਹੇ ਨੇ, ਉਹ ਚੜ੍ਹਦੀ ਕਲਾ ਵਿੱਚ ਰਹਿ ਕੇ ਇਹ ਫਤਿਹ ਕਰਨ ਜੀ ਮੋਰਚਾ। ਇੰਨਾ ਹੀ ਕਹਿੰਦੇ ਹੋਏ ਅੱਜ ਦੇ ਪ੍ਰੋਗਰਾਮ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕੀ ਜੀ। ਫਤਿਹ।